ਅੱਜ ਕਾਨੂੰਨ ਰੱਦ ਕਰਕੇ ਜਿਵੇਂ ਚੋਰ ਪਿਛਲੇ ਦਰਵਾਜ਼ੇ 'ਚੋਂ ਭੱਜਦਾ ਨਾ, ਇਸ ਤਰੀਕੇ ਨਾਲ ਅੱਜ ਸਰਕਾਰ ਪਾਰਲੀਮੈਂਟ 'ਚੋਂ ਭੱਜੀ ਆ। जब ਅਸੀਂ ਵੋਟਾਂ ਦਿੰਨੇ ਆ, MP ਬਣਾਉਂਦੇ ਆ, MLA ਬਣਾਉਂਦੇ ਆ, ਕੁਰਸੀ ਤੇ ਬਿਠਾਉਂਦੇ ਆ, ਲੜਾਈਆਂ ਕੌਣ ਲੜੇਗਾ? ਜੋ ਸਾਡਾ MP ਬਣੇਗਾ। ਜਦ ਵਿਪਕਸ਼ ਨੇ ਇਹ ਲੜਾਈ ਨਹੀਂ ਲੜੀ ਤਾਂ ਫਿਰ ਨੌਜਵਾਨਾਂ ਨੇ ਆਪਣੇ ਮੋਢੇ ਤੇ ਇਹ ਵਜ਼ਨ ਚੁੱਕ ਕੇ ਇਸ ਕਦਰ ਲੜਾਈ ਲੜੀ। SKM ਦੀ ਲੀਡਰਸ਼ਿਪ ਸੀ ਜਿਹੜੀ, ਜਿਨ੍ਹਾਂ ਦਾ ਬੜਾ ਤਜਰਬਾ ਸੀ ਤੇ ਨੌਜਵਾਨਾਂ ਕੋਲ ਹਿੰਮਤ ਸੀ। ਸੋ ਅਸੀਂ ਕਿਤੇ ਨਾ ਕਿਤੇ ਡਿਊਟੀਆਂ ਤੋਂ ਖੁੰਝੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਦੌਰ ਸਭ ਦਾ ਹੁੰਦਾ। ਇੱਕ ਦੌਰ ਸੀਗਾ ਇੰਦਰਾ ਗਾਂਧੀ ਲਈ ਵੀ ਲੋਕ ਇਦਾਂ ਕ੍ਰੇਜ਼ੀ ਸੀਗੇ, ਉਹ ਦੌਰ ਦੇਖਿਆ, ਸਿੱਖ ਕੌਮ ਨੇ ਵੀ ਦੇਖਿਆ। ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਈ, ਆਪਾਂ ਉਹਦੇ ਤੇ ਜ਼ਿਆਦਾ ਗੱਲ ਨਹੀਂ ਕਰਾਂਗੇ, ਪਰ ਉਹਦਾ ਆਫਟਰ ਇਫੈਕਟ ਸਿੱਖ ਕਮਿਊਨਿਟੀ ਨੇ ਦੇਖਿਆ। ਔਰ ਯੈਸ, ਅੱਜ ਉਹੀ ਦੌਰ ਮੋਦੀ ਦੇਖ ਰਿਹਾ। ਨੋ ਡਾਊਟ ਇਹ TMC ਦੇ ਗਏ, ਉੱਥੇ ਜਾ ਕੇ ਇਹਨਾਂ ਨੇ ਬੜੀ ਮਦਦ ਕੀਤੀ ਹੈ। ਇਹਨਾਂ ਨੇ ਇੰਟਰਪ੍ਰੇਟਰ ਵੀ ਰੱਖੇ ਹੋਣਗੇ, ਇਹਨਾਂ ਨੇ ਗੱਲ ਸਮਝਾਉਂਦੀ, ਲੋਕਲ ਯੂਨੀਅਨ ਨੇ ਗੱਲ ਵੀ ਕੀਤੀ ਹੋਊਗੀ। ਔਰ ਜਦੋਂ ਪਾਰਲੀਮੈਂਟ ਸੈਸ਼ਨ ਹੋਇਆ ਲਾਸਟ, TMC ਨੇ ਇੱਕ ਦਿਨ ਵੀ ਆ ਕੇ ਸਾਡੇ ਨਾਲ ਕਿਸਾਨੀ ਮੁੱਦੇ ਦੇ ਬਿੱਲ 'ਚ ਨਹੀਂ ਉਤਰੇ। ਇਹ ਗੱਲ ਜਿਹੜੀ ਤੁਸੀਂ ਇਹਨਾਂ ਨੇ ਕਿਹਾ ਹੈ, ਆਪੋਜੀਸ਼ਨ ਇੰਨੀ ਅਸੀਂ ਕਮਜ਼ੋਰ ਹੋ ਗਏ, ਸਾਡੇ ਨੰਬਰ ਨੇ ਜਿਹੜੇ 545 66 'ਚ ਸਾਡੇ ਨੰਬਰ ਹੀ 40-50 ਰਹਿ ਗਏ ਕੋਲ। ਜੇ ਇਹਨਾਂ ਕੋਲ ਇੱਕ ਨੰਬਰ ਨਹੀਂ ਹੈ, ਇਹਨਾਂ ਕੋਲ ਤਾਂ ਇੱਕ ਨੰਬਰ ਵੀ ਨਹੀਂ ਹੈ, ਫਿਰ ਵੀ ਇਹਨਾਂ ਨੇ ਗਰਾਊਂਡ ਲੈਵਲ ਤੇ ਐਕਟੀਵਿਟੀ ਕਰਨੀ ਨਹੀਂ, ਇਹਨਾਂ ਕੋਲ ਨੰਬਰ ਨਹੀਂ। ਇਹ ਕੌਣ ਨੇ? ਮੈਕਸਿਮਮ ਹਿੱਸਾ ਜੇ ਦੇਸ਼ 'ਚ ਪਾਇਆ ਤੇ ਕਾਂਗਰਸ ਨੇ ਹੀ ਪਾਇਆ। ਚਾਹੇ ਰਾਹੁਲ ਗਾਂਧੀ ਦਾ ਟਰੈਕਟਰ ਮਾਰਚ ਦੇਖ ਲਓ, ਚਾਹੇ ਹੁਣ ਪਾਰਲੀਮੈਂਟ ਦੇ ਅੰਦਰ ਜਾਣ ਦੀ ਦੇਖ ਲਓ, ਚਾਹੇ ਸਾਡੇ ਇੱਥੇ ਬੈਠਿਆਂ ਦੀ ਗੱਲ ਦੇਖ ਲਓ। ਉਹ ਸਾਰੀਆਂ ਗੱਲਾਂ ਵੀ ਇਹ ਕਿੰਨਾ ਕੁ ਝੂਠ ਬੋਲਿਆ, ਉਹ ਕਿੰਨੇ ਕਿਨੇ ਆਪਣੀ ਜਾਇਦਾਦ ਬਣਾ ਲਈ, ਪ੍ਰਾਪਰਟੀਆਂ ਬਣਾ ਲੀਆਂ। ਹੁਣ ਅਸੀਂ ਤਾਂ ਮੋਦੀ ਤੋਂ ਨਹੀਂ ਡਰਦੇ। ਮੈਂ ਪਹਿਲਾਂ ਸਪੀਚ ਕਰਨੀ ਸੀ, ਮੇਰੇ ਮਾਰ ਲਏ ਜਿਹੜੀ ED ਦੀ ਰੇਡ ਮਾਰਨੀ ਆ, ਮੇਰੇ ਹੋਟਲ ਤੇ ਦੇਖ ਲਏ ਜਿਹੜੇ ਮੇਰੇ ਬਣਾਏ ਆ ਬੱਸਾਂ ਤੇ। ਸਾਨੂੰ ਕੀ ਫਰਕ ਪੈਂਦਾ ਇਹ ਚੀਜ਼ਾਂ ਨਾਲ? ਕਿ ਤੁਸੀਂ 2014 ਦੇ ਵਿੱਚ ਚੁਣਾਵੀ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ, ਉੱਥੇ ਪੇਪਰ ਪਾੜੇ ਜਾਂਦੇ, ਉੱਥੇ ਤੁਸੀਂ ਉਹਦਾ ਮੈਨੀਫੈਸਟੋ ਦਿਖਾਉਂਦੇ ਕਿ ਤੁਸੀਂ ਪਹਿਲੀ ਕਲਮ ਦੇ ਨਾਲ ਪਹਿਲੀ ਮੀਟਿੰਗ 'ਚ ਕਰਜ਼ਾ ਮੁਕਤੀ ਦੀ ਗੱਲ ਕੀਤੀ ਸੀਗੀ। ਕਿਉਂ ਨਾ ਬਹਿ ਗਿਆ ਜੀ ਕਿਸੇ ਹੋਰ ਪਾਰਟੀ ਦਾ? ਅਸੀਂ ਆਪਣੇ ਆਪ ਨੂੰ ਕਹਿੰਦੇ ਰਹੇ, ਅਸੀਂ ਆਪਣੇ MLA ਨੂੰ ਕਹਿੰਦੇ ਰਹੇ ਆ ਵੀ ਇਹ ਲੋਕਾਂ ਦਾ ਦਰਦ ਆ ਜਿਹੜਾ, ਉਹਨੂੰ ਦੇਖੋ ਜੀ। 40 ਵਿੱਚੋਂ ਸਿਰਫ 37 ਦਾ ਦਰਦ ਨਹੀਂ ਹੈ, ਸਿਰਫ 3 ਵਿੱਚੋਂ ਦਰਦ ਨਿਕਲਿਆ। ਮੈਂ ਤਾਂ ਮੰਨਣ ਨੂੰ ਤਿਆਰ ਆ, ਅਸੀਂ ਤਾਂ ਸਭ ਨੂੰ ਇਹ ਗੱਲ ਕਹਿੰਦੇ ਰਹੇ ਆ। ਚਾਹੇ ਡਰ ਕੇ ਭੱਜ ਗਏ, ਮੈਂ ਤਾਂ ਐਂ ਕਹਿਣਾ ਹੁੰਦਾ ਆ ਵੀ ਇਹ ਕਾਰਪੋਰੇਟ ਦੇ ਖਿਲਾਫ ਨਹੀਂ ਬੋਲ ਸਕਦੇ। ਜਿੱਥੇ ਉਹਨਾਂ ਨੂੰ ਅਰਬਾਂ ਰੁਪਈਆ ਦਿੰਦੇ ਨੇ, ਇੱਥੇ ਕਿਤੇ ਨਾ ਕਿਤੇ ਇਹਨਾਂ ਨੇ ਵੀ ਰਾਜ ਸਰਕਾਰਾਂ ਚਲਾਉਣ ਵਾਸਤੇ, ਸੱਤਾ ਚਲਾਉਣ ਵਾਸਤੇ ਜਾਂ ਇਲੈਕਸ਼ਨ ਲੜਨ ਵਾਸਤੇ ਕਾਰਪੋਰੇਟ ਇਹਨਾਂ ਦੇ ਵੀ ਮੂੰਹ ਬੰਦ ਕਰਦਾ ਆ। ਕੋਇਲੇ ਦੀ ਦਲਾਲੀ ਦੇ ਵਿੱਚ ਹੱਥ ਕਿਤੇ ਨਾ ਕਿਤੇ ਥੋੜੇ ਹੋਣ, ਕਾਲੇ ਕਿਸੇ ਦੇ ਬਹੁਤੇ। ਵਿਸ਼ਵਾਸੀ ਵੱਧ ਗਈ ਹੈ ਕਿ ਅੱਜ ਤੁਹਾਨੂੰ ਲੱਗਦਾ ਕਿ ਅਸੀਂ ਬੜੀ ਦ੍ਰਿੜਤਾ ਨਾਲ ਕੀਤੀ ਹੈ, ਪਰ ਜਿੰਨੀਆਂ ਘਟਨਾਵਾਂ, ਜਿੰਨੀਆਂ ਮੌਤਾਂ ਕਿਸਾਨਾਂ ਨੇ ਦੇਖੀਆਂ ਹੈ, ਉਹ ਤਾਂ ਤੁਸੀਂ ਨਹੀਂ ਸਾਰੀਆਂ। ਜਦੋਂ ਮੁੱਖ ਮੰਤਰੀ ਬਣਨਾ ਹੁੰਦਾ ਜਾਂ ਹੋਰ ਤਾਂ ਫਿਰ ਪਾ ਕੇ ਉਹਦੇ ਧਰਨੇ ਵੀ ਦਿੱਲੀ 'ਚ ਲੱਗ ਜਾਂਦੇ ਆ, ਰਾਮਲੀਲਾ ਮੈਦਾਨ ਤੇ ਹੁਣ ਜਦੋਂ ਵੋਟਾਂ ਲੈਣੀਆਂ ਆਉਂਦੀਆਂ ਫਿਰ ਵੀ ਬੜੀਆਂ ਗੱਲਾਂ ਹੁਣ ਕਰਦੇ ਆ ਬਾਹਰੋਂ ਜਾ ਕੇ ਵੀ ਲੋਕ। ਕਿਉਂ ਨਾ ਦਿੱਲੀ 'ਚ ਹੀ ਐਜੀਟੇਸ਼ਨ ਚੱਲ ਰਿਹਾ, ਅਸੀਂ ਕਿਉਂ ਨਾ ਨਾਲ ਬਹਿ ਕੇ ਉਹਨਾਂ ਦੇ? ਵੀ ਕੱਲਾ MP ਲੋਕ ਸਭਾ ਦੇ ਵਿੱਚ, ਕੱਲਾ MLA ਵਿਧਾਨ ਸਭਾ ਦੇ ਵਿੱਚ ਤੋਤੇ ਵਾਂਗੂ ਬੋਲੇ ਕਿਸਾਨ ਕਿਸਾਨ ਕਿਸਾਨ। ਇਸ ਅੰਦੋਲਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ। ਕੱਲੇ MP ਨੂੰ, ਕੱਲੇ MLA ਨੂੰ, ਕੱਲੀ ਰਾਜਨੀਤਿਕ ਪਾਰਟੀ ਨੂੰ ਕਿਸਾਨ ਕਰਦੀ ਆ। ਹੋਰ ਤਰ੍ਹਾਂ ਲੈ ਜਾਂਦੇ ਆ। ਪੰਜਾਬ ਨੇ ਤਾਂ ਇਕੱਲੇ ਨੇ ਇੱਕ ਨੌਕਰੀ 50 ਲੱਖ ਰੁਪਈਆ ਉਹ ਕੀਤਾ ਹੀ ਹੋਇਆ, ਉਹ 'ਚ ਕੋਈ ਇਸ਼ੂ ਨਹੀਂ। ਉਹ ਤਾਂ ਜਿਵੇਂ ਸ਼ਹੀਦ ਫੌਜੀ ਹੋ ਕੇ ਆਉਂਦਾ ਏ ਬਾਰਡਰ ਤੋਂ, ਸਾਡੇ ਤਾਂ ਪੁੱਤ ਉੱਧਰੋਂ ਆਉਂਦੇ, ਇੱਧਰੋਂ ਕਿਸਾਨਾਂ 'ਚ ਸ਼ਹੀਦ ਹੋਣ ਜਾਣ 1 ਸਾਲ ਹੋ ਗਏ। ਉਹ ਤਾਂ ਇੱਕ ਬਹੁਤ ਹੀ, ਮੈਂ ਸਮਝਦਾ, ਇੱਕ ਛੋਟੀ ਗੱਲ ਆ। ਕੋਈ ਕਿਸੇ ਦੇ ਮਾਈਂਡ 'ਚ ਹੁੰਦਾ ਹੀ ਇੰਡਸਟਰੀ ਤੋਂ ਲੈ ਕੇ ਸਵਾਮੀਨਾਥਨ ਰਿਪੋਰਟ ਤੋਂ ਲੈ ਕੇ ਬਾਰਡਰ ਦੇ ਮੁੱਦਿਆਂ ਤੋਂ ਲੈ ਕੇ ਹਰ ਮੁੱਦੇ ਤੇ ਸਰਕਾਰ ਨੂੰ ਘੇਰੀਦਾ, ਮਹਿੰਗਾਈ ਦੇ ਮੁੱਦੇ ਤੇ ਸਰਕਾਰ ਨੂੰ ਘੇਰੀਦਾ ਹੈ। ਕਿਉਂਕਿ ਹੁਕਮਰਾਨ ਦੇ ਵਿੱਚ ਤਾਕਤ ਬਹੁਤ ਜ਼ਿਆਦਾ ਸੀਗੀ, ਉਹਨਾਂ ਦਾ ਮੀਡੀਆ ਤੰਤਰ ਉਹਨਾਂ ਦਾ ਸੀਗਾ, ਉਹਨਾਂ ਦੇ ਕੋਲ CID ED ਦੀ ਰੇਡਾਂ ਦਾ ਜਿਹੜਾ ਤੰਤਰ ਚੱਲਦਾ ਸੀਗਾ। ਜਿਹੜਾ ਵੀ ਆਵਾਜ਼ ਚੁੱਕਦਾ ਸੀਗਾ ਅੱਜ ਤੱਕ ਉਹਨੂੰ ਕਿਤੇ ਨਾ ਕਿਤੇ ਦਬਾ ਲਿੱਤਾ ਜਾਂਦਾ ਸੀਗਾ। ਬੜੀਆਂ ਗੱਲਾਂ ਹਜੇ ਅੱਗੇ ਹੈਗੀਆਂ, ਪਰ ਅੱਜ ਮਾਫੀ ਮੰਗ ਕੇ ਇਹ ਦਿਖਾਇਆ। ਦੁਨੀਆ 'ਚ ਕਦੇ ਐਜੀਟੇਸ਼ਨ ਕਿਸਾਨ ਜਿੱਤ ਨਹੀਂ ਸਕਿਆ ਸੀ ਕਿਤੇ, ਪਰ ਅੱਜ ਦੇਸ਼ ਦੇ ਕਿਸਾਨ ਮਜ਼ਦੂਰ ਨੇ ਇਹ ਐਜੀਟੇਸ਼ਨ, ਜਿਹੜਾ ਮੋਦੀ 56 ਇੰਚ ਦੀ ਛਾਤੀ, ਜਿਹੜੇ ਕੀ ਕਹਿੰਦੇ ਸੀ ਵੀ ਮੇਰੇ ਕੋਲ 300 ਤੋਂ ਵੱਧ MP ਨੇ, ਮਤਲਬ ਜਿਵੇਂ ਰਾਜਾ ਕਹਿੰਦਾ ਸੀ ਮੇਰੇ ਕੋਲ ਇੰਨੇ ਘੋੜੇ ਨੇ, ਹਾਥੀ ਨੇ, ਹਥਿਆਰ ਨੇ। ਜੰਤਰ ਮੰਤਰ ਤੇ ਬੈਠੇ ਆ। ਜਦ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਉਹਨਾਂ ਦਾ ਮਕਸਦ ਇੱਥੇ ਆ ਕੇ ਆਪਣੀ ਆਵਾਜ਼ ਪਹੁੰਚਾਉਣਾ ਸੀ, ਪਰ ਸਰਕਾਰ ਨੇ ਐਸੀਆਂ ਬੈਰੀਕੇਡ ਲਗਾਏ, ਐਸੇ ਅੱਗੇ ਤਰੀਕੇ ਅਪਣਾਏ ਕਿ ਕਿਸਾਨ ਇੱਥੇ ਨਹੀਂ ਆ ਪਾਏ। ਇੱਥੇ ਇੱਕ ਛੋਟਾ ਜਿਹਾ ਅੰਦੋਲਨ ਪੰਜਾਬ ਦੇ MPਆਂ ਨੇ ਵੀ ਸੰਭਾਲਿਆ, ਜਿਹਦੇ ਵਿੱਚ ਰਵਨੀਤ ਬਿੱਟੂ ਜੀ ਸੀਗੇ, ਔਜਲਾ ਜੀ ਸੀਗੇ ਤੇ ਡਿੰਪਾ ਜੀ ਸੀਗੇ। ਅੱਜ ਜਦ ਖੇਤੀ ਕਾਨੂੰਨ ਰੱਦ ਹੋਏ ਨੇ, ਅਸੀਂ ਉਹ 3 ਨੌਜਵਾਨਾਂ ਨਾਲ ਬੈਠੇ ਹਾਂ ਜਿਨ੍ਹਾਂ ਨੂੰ ਅਸੀਂ ਕਿਸਾਨੀ ਅੰਦੋਲਨ ਦਾ ਥਿੰਕ ਟੈਂਕ ਕਹਿ ਸਕਦੇ ਹਾਂ।
ਜੇ ਉੱਥੋਂ ਸ਼ੁਰੂ ਕਰੀਏ, ਤੇਜਵੀਰ ਜੀ, ਅਮਰਜੀਤ ਜੀ ਤੇ ਗੁਰਮਨੀਤ ਮਾਂਗੜ ਜੀ, ਜਿਨ੍ਹਾਂ ਜੋ ਕਦੀ ਜਾਂ ਤੁਸੀਂ ਘੱਟ ਹੀ ਉਹਨੂੰ ਕੈਮਰਾ ਤੇ ਆਏ ਦੇਖਿਆ ਹੋਏਗਾ, ਪਰ ਕਿਸਾਨੀ ਅੰਦੋਲਨ ਦੇ ਪਿੱਛੇ ਹਰ ਛੋਟੀ ਚੀਜ਼, ਪਾਣੀ ਕਿੱਥੋਂ ਆਣਾ ਹੈ, ਬੰਦੇ ਕਿੱਥੇ ਆਣੇ, ਟਰੈਕਟਰ ਕਿੱਥੋਂ ਆਣਾ ਹੈ, ਪੈਟਰੋਲ ਕਿੱਥੋਂ ਆਣਾ ਹੈਗਾ, ਉਹ ਲੰਗਰ ਕਿੱਥੋਂ ਆਣਾ ਹੈ, ਔਰ ਜਿਨ੍ਹਾਂ ਦੀ ਹਰ ਲੋੜ ਕਿਸਾਨ ਦੀ ਜੋ ਸੀ, ਕੋਈ ਬਿਮਾਰ ਹੋਇਆ ਹੈ, ਜਿਸ ਦੀ ਜੋ ਸ਼ਹੀਦ ਹੋਏ ਹੈ, ਜੋ ਅੱਜ ਵੀ ਹਸਪਤਾਲਾਂ ਵਿੱਚ ਹੈ, ਉਹਨਾਂ ਦੀ ਹਰ ਲੋੜ ਪੂਰੀ ਕਰਨ ਵਾਸਤੇ ਇਹ ਟੀਮ ਹਾਜ਼ਰ ਸੀ। ਅੱਜ ਜਦ ਖੇਤੀ ਕਾਨੂੰਨ ਰੱਦ ਹੋਏ ਹੈ, ਸਿਆਸਤ ਨੂੰ ਬਾਹਰ ਰੱਖਿਆ ਗਿਆ ਸੀ, ਪਰ ਅੱਜ ਅਸੀਂ ਇਕੱਠੇ ਬੈਠੇ ਹਾਂ ਜੰਤਰ ਮੰਤਰ ਤੇ ਇਹ ਦੇਖਣ ਲਈ ਕਿ ਇਹ ਲੋਕ ਅੱਗੇ ਆਪਣੇ ਐਮਪੀਆਂ ਤੋਂ ਕੀ ਚਾਹੁੰਦੇ ਤੇ ਅੱਗੇ ਦਾ ਰਸਤਾ ਕੀ ਨਿਕਲ ਕੇ ਆ ਸਕਦਾ ਹੈ। ਪਹਿਲੇ ਤਾਂ ਮੈਂ ਤੁਹਾਡੇ ਤੋਂ ਪੁੱਛਦੀ ਹਾਂ, ਤੁਸੀਂ ਕਹਿੰਦੇ ਸੀ ਕਿ ਵੀ ਇਹ ਸਿਆਸਤ ਬਿਨਾਂ ਨਹੀਂ ਜਿੱਤ ਸਕਦੇ, ਤੇ ਤੁਹਾਨੂੰ ਬਾਹਰ ਰੱਖ ਕੇ ਵੀ ਕਿਸਾਨੀ ਅੰਦੋਲਨ ਅੱਜ ਸਕਸੈਸਫੁਲ ਹੋਇਆ ਹੈ। ਪਹਿਲਾਂ ਤਾਂ ਮੈਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਤੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਅੱਜ ਤੁਸੀਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਜਿਹੜੇ ਅਸੀਂ ਜੇ ਪੰਜਾਬ ਤੋਂ ਆ ਤੇ ਇਹ ਨੌਜਵਾਨ ਸਾਰੇ ਜਿਹੜੇ ਆਗੂ ਜਿਹੜੇ ਤੁਸੀਂ ਦੱਸਿਆ ਵੀ ਪਿੱਛੋਂ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ। ਮੂਹਰੇ ਬੋਲਣਾ ਤਾਂ ਬਹੁਤ ਸੌਖਾ ਹੈ ਸਟੇਜ ਤੇ ਤਾਂ, ਪਰ ਪਿੱਛੇ ਜਿਹੜਾ ਇਹ ਹਰਿਆਣੇ ਤੋਂ ਨੇ, ਯੂਪੀ ਤੋਂ ਨੇ, ਪੰਜਾਬ ਤਾਂ ਫੇਰ ਇੱਕ ਸਟੇਟ ਪੰਜਾਬੀਆਂ ਦੀ ਆ, ਪਰ ਇਹ ਹਰਿਆਣੇ ਤੋਂ ਜਿਵੇਂ ਇਹਨਾਂ ਨੇ ਨਾਲ ਜੁੜ ਕੇ ਯੂਪੀ ਤੋਂ ਜਿਵੇਂ ਕੰਮ ਇਹਨਾਂ ਨੂੰ ਮੁਬਾਰਕਬਾਦ ਜਾਂਦੀ ਆ। ਇਹਨਾਂ ਨੂੰ ਸਿਹਰਾ ਅਸੀਂ ਤਾਂ ਇਹਨਾਂ ਦੀ ਹਿੰਮਤ ਦੇਖ ਕੇ, ਕਿਉਂਕਿ ਲੋਕਾਂ ਦੇ ਬਣਾਏ ਹੁੰਦੇ ਆ ਐਮਪੀ। ਜਦੋਂ ਗੱਲ ਤਾਂ ਜਿਹੜੀ ਤੁਸੀਂ ਕੀਤੀ ਆ ਵੀ ਕਈ ਵਾਰ ਸਿਆਸੀ ਲੋਕ, ਚਾਹੇ ਉਹ 'ਚ ਸਾਡੀਆਂ ਸਰਕਾਰਾਂ ਵੀ ਰਹੀਆਂ, ਚਾਹੇ ਹੁਣ ਮੋਦੀ ਜੀ ਨੇ, ਇਹ ਕਈ ਵਾਰ ਭੁੱਲ ਜਾਂਦੇ ਆ ਵੀ ਲੋਕਾਂ ਨੇ ਚੁਣਿਆ ਤੁਹਾਨੂੰ। ਇਹ ਕਈ ਵਾਰ ਆਪਣੇ ਆਪ ਨੂੰ ਜਲਾਲੂਦੀਨ ਅਕਬਰ ਵਰਗੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਸਮਝਣ ਲੱਗ ਜਾਂਦੇ ਆ। ਜਦੋਂ ਉਹ ਬਿਹੇਵ ਕਰਦੇ ਆ ਸਰਕਾਰਾਂ, ਤੇ ਫਿਰ ਇਹੋ ਜਿਹੇ ਲੋਕ ਉੱਠ ਕੇ ਆ ਜਿਹੜੇ ਉਹਨੂੰ ਸਬਕ ਸਿਖਾਉਂਦੇ ਆ। ਤੇ ਅੱਜ ਮਾਫੀ ਮੰਗ ਕੇ ਪ੍ਰਧਾਨ ਮੰਤਰੀ ਨੇ, ਬੜੀਆਂ ਗੱਲਾਂ ਹਜੇ ਅੱਗੇ ਹੈਗੀਆਂ, ਪਰ ਅੱਜ ਮਾਫੀ ਮੰਗ ਕੇ ਇਹ ਦਿਖਾਇਆ ਦੁਨੀਆ 'ਚ ਕਦੇ ਐਜੀਟੇਸ਼ਨ ਕਿਸਾਨ ਜਿੱਤ ਨਹੀਂ ਸਕਿਆ ਸੀ ਕਿਤੇ ਵੀ, ਤੇ ਪਰ ਅੱਜ ਦੇਸ਼ ਦੇ ਕਿਸਾਨ ਮਜ਼ਦੂਰ ਨੇ ਇਹ ਐਜੀਟੇਸ਼ਨ ਜਿਹੜਾ ਮੋਦੀ 56 ਇੰਚ ਦੀ ਛਾਤੀ, ਜਿਹੜੇ ਕੀ ਕਹਿੰਦੇ ਸੀ ਵੀ ਮੇਰੇ ਕੋਲ 300 ਤੋਂ ਵੱਧ ਐਮਪੀ ਨੇ, ਮਤਲਬ ਜਿਵੇਂ ਰਾਜਾ ਕਹਿੰਦਾ ਸੀ ਮੇਰੇ ਕੋਲ ਇੰਨੇ ਘੋੜੇ ਨੇ, ਹਾਥੀ ਨੇ, ਹਥਿਆਰ ਨੇ, ਮੈਂ ਕਿਸ ਦਾ ਕੀ, ਪਰ ਉਹ ਅੱਜ ਕਾਨੂੰਨ ਰੱਦ ਕਰਕੇ ਜਿਵੇਂ ਚੋਰ ਪਿਛਲੇ ਦਰਵਾਜ਼ੇ 'ਚੋਂ ਭੱਜਦਾ ਨਾ, ਇਸ ਤਰੀਕੇ ਨਾਲ ਅੱਜ ਸਰਕਾਰ ਪਾਰਲੀਮੈਂਟ 'ਚੋਂ ਭੱਜੀ ਆ, ਕਿ ਉਹ ਸਿਹਰਾ ਜਿਹੜਾ ਇਹ ਨੌਜਵਾਨ ਵੀਰਾਂ ਨੂੰ, ਇਹ ਕਿਸਾਨਾਂ ਨੂੰ ਜਾਂਦਾ, ਮਜ਼ਦੂਰਾਂ ਨੂੰ ਜਾਂਦਾ। ਇਹ ਲਫ਼ਜ਼ ਆਪੋਜੀਸ਼ਨ ਤੋਂ ਸੁਣ ਕੇ ਕਿੱਦਾਂ ਲੱਗਦਾ ਹੈਗਾ? ਦੇਖੋ, ਓਪੋਜੀਸ਼ਨ ਨੇ ਵੀ ਸਰਕਾਰ ਨੇ ਵੀ ਸਭ ਤੋਂ ਪਹਿਲਾਂ ਤਾਂ ਮੰਨਿਆ ਨਹੀਂ, ਓਪੋਜੀਸ਼ਨ ਸਮਝੀ ਸਾਡੇ ਤੋਂ ਵੱਡੀ ਕੋਈ ਪਾਰਟੀ ਨਹੀਂ ਹੈਗੀ, ਅਸੀਂ ਬੜਾ ਲੰਬਾ ਰਾਜ ਕਰਿਆ। ਤੇ ਜਿਹੜੀ ਅੱਜ ਸਰਕਾਰ ਹੈ ਉਹ ਕਹਿੰਦੀ ਸਾਡੇ ਵਰਗੀ ਤਾਂ ਪਾਰਟੀ ਕੋਈ ਨਹੀਂ ਹੈਗੀ, ਲੇਕਿਨ ਕਿਸਾਨ ਦਾ, ਮਜ਼ਦੂਰ ਦਾ ਸ਼ੋਸ਼ਣ ਹੋਇਆ ਆ। ਲੀਡਰ ਵੀ ਮੰਨਦੇ ਨੇ, ਸਾਰੀ ਪਾਰਟੀਆਂ ਦੇ ਮੰਨਦੇ ਨੇ। ਜਿਵੇਂ ਹੁਣ ਐਮਪੀ ਸਾਹਿਬ ਕਹਿੰਦੇ ਸੀ ਵੀ ਸਰਕਾਰਾਂ ਭੁੱਲ ਜਾਂਦੀਆਂ ਵੀ ਸਾਨੂੰ ਵੋਟ ਦੀ ਜ਼ਰੂਰਤ ਹੁੰਦੀ ਹੈ। ਜਿਹੜਾ ਇਹ ਅੰਦੋਲਨ ਸੀ, ਇਹ ਵਿਪਕਸ਼ੀ ਧਿਰਾਂ ਦਾ ਅੰਦੋਲਨ ਕਰਨਾ ਚਾਹੀਦਾ ਸੀ। ਜਦ ਅਸੀਂ ਵੋਟਾਂ ਦਿੰਦੇ ਹਾਂ, ਐਮਪੀ ਬਣਾਉਂਦੇ ਹਾਂ, ਐਮਐਲਏ ਬਣਾਉਂਦੇ ਹਾਂ, ਕੁਰਸੀ ਤੇ ਬਿਠਾਉਂਦੇ ਹਾਂ, ਲੜਾਈਆਂ ਕੌਣ ਲੜੇਗਾ? ਜੋ ਸਾਡਾ ਐਮਪੀ ਬਣੇਗਾ। ਜਦ ਵਿਪਕਸ਼ ਨੇ ਇਹ ਲੜਾਈ ਨਹੀਂ ਲੜੀ ਤਾਂ ਫਿਰ ਨੌਜਵਾਨਾਂ ਨੇ ਆਪਣੇ ਮੋਢੇ 'ਤੇ ਇਹ ਵਜ਼ਨ ਚੁੱਕ ਕੇ ਇਸ ਕਦਰ ਲੜਾਈ ਲੜੀ। ਐਸਕੇਐਮ ਦੀ ਲੀਡਰਸ਼ਿਪ ਸੀ ਜਿਹੜੀ, ਜਿਨ੍ਹਾਂ ਦਾ ਬੜਾ ਤਜਰਬਾ ਸੀ ਤੇ ਨੌਜਵਾਨਾਂ ਕੋਲ ਹਿੰਮਤ ਸੀ। ਉਹਨਾਂ ਨੇ ਘਰ ਘਰ ਜਾ ਕੇ ਕੁੰਡਾ ਖੜਕਾਇਆ ਤੇ ਲੋਕਾਂ ਨੂੰ ਕਿਹਾ ਵੀ ਚੋਰ ਵੜ ਗਏ ਨੇ ਪਿੰਡ ਦੇ ਵਿੱਚ, ਬਚਾਉਣਾ ਤੁਸੀਂ ਹੈ, ਅਸੀਂ ਤਾਂ ਹੋਕਾ ਦੇਣ ਆਏ ਹਾਂ। ਅਸੀਂ ਘਰ ਘਰ ਗਏ, ਹੋਕਾ ਦਿੱਤਾ, ਲੋਕ ਖੜੇ ਹੋਏ। ਤੇ ਜਿਹੜਾ ਵਿਪਕਸ਼ੀ ਪਾਰਟੀਆਂ ਨੂੰ, ਵਿਪਕਸ਼ੀ ਰਾਜਨੀਤੀਆਂ ਨੂੰ ਲੜਾਈ ਲੜਨੀ ਸੀ, ਉਹ ਕਿਸਾਨਾਂ ਨੇ ਲੜੀ ਹੈ। ਲੇਕਿਨ ਫਿਰ ਵੀ ਅਸੀਂ ਮੌਕੇ ਤੇ ਮਿਲਦੇ ਰਹੇ। ਕਈ ਸਾਥੀਆਂ ਨੇ ਤਾਂ ਇਹ ਵੀ ਕਿਹਾ ਸਾਨੂੰ ਕੀ ਮਿਲੇਗਾ? ਮੈਂ ਕਿਹਾ ਰਾਜ ਮਿਲੇਗਾ ਜੇ ਤੁਸੀਂ ਆਪਣੇ ਆਪ ਨੂੰ ਦੂਜੇ ਨੰਬਰ 'ਤੇ ਸਮਝਦੇ ਹੋ, ਲੜਾਈ ਲੜੋ। ਲੇਕਿਨ ਦੁੱਖ ਦੀ ਗੱਲ ਹੈ, ਬੜਾ ਮੈਂ ਮੀਡੀਆ ਦੇ ਸਾਹਮਣੇ ਨਾਂ ਨਹੀਂ ਲੈਣਾ ਚਾਹੁੰਦਾ, ਇਹ ਕਿ ਅਸੀਂ ਕੋਸ਼ਿਸ਼ ਕਰੀਏ। ਜਦ ਅਸੀਂ 27 ਨਵੰਬਰ ਨੂੰ ਦਿੱਲੀ ਆ ਕੇ ਬੈਠੇ, ਜਦ 8 ਤਰੀਕ ਦਾ ਭਾਰਤ ਬੰਦ ਸੀ, ਵੀ ਜੇ ਹਰਿਆਣਾ ਪੰਜਾਬ ਭਾਰਤ ਬੰਦ ਹੋਇਆ, ਉਹਦੇ ਨਾਲ ਭਾਰਤ ਬੰਦ ਨਹੀਂ ਹੁੰਦਾ। ਤੇਜਵੀਰ ਸਿੰਘ, ਮੈਂ ਤੇ ਹੋਰ ਸਾਥੀ ਅਸੀਂ ਅਦਰ ਸਟੇਟ, ਰਾਜਸਥਾਨ, ਯੂਪੀ ਦੇ ਕੁਝ ਸੰਗਠਨਾਂ ਨੂੰ, ਰਾਜਨੀਤਿਕ ਸੰਗਠਨਾਂ ਨੂੰ ਵੀ ਮਿਲੇ, ਲੇਕਿਨ ਰਿਜ਼ਲਟ ਬੜੇ ਘੱਟ ਆਏ। ਲੇਕਿਨ ਲੋਕਾਂ 'ਚ ਉਤਸ਼ਾਹ ਪੈਦਾ ਹੋ ਗਿਆ ਸੀ ਵੀ ਪੰਜਾਬ ਦੇ, ਹਰਿਆਣੇ ਦੇ ਨੌਜਵਾਨ ਹਿੱਕਾਂ ਡਾ ਕੇ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਦਿੱਲੀ 'ਚ ਆਏ ਆ ਵੀ ਹੁਣ ਅਸੀਂ ਭਾਰਤ ਬੰਦ ਦਾ ਸਮਰਥਨ ਕਰਨਾ ਚਾਹੀਦਾ। ਤੇ ਇਸ ਟੀਮ ਦਾ, ਸਾਥੀਆਂ ਦਾ ਬੜਾ ਸਹਿਯੋਗ ਹੈ। ਤੁਸੀਂ ਇਹ ਕਹਿ ਰਹੇ ਨੇ
ਔਜਲਾ ਜੀ ਕਿ ਵੀ ਵਿਪਕ ਜਿਹੜਾ ਆਪੋਜੀਸ਼ਨ ਹੈ ਉਹ ਨਹੀਂ ਬਣ ਸਕਿਆ ਆਵਾਜ਼, ਬਿੱਲ ਪਾਸ ਵੀ ਹੋ ਗਏ ਔਰ ਪਰ ਇੱਥੇ ਵੀ ਤੁਸੀਂ ਬੈਠੇ ਹੋ, ਸਿਰਫ ਤੁਸੀਂ 2-3 ਲੋਕ ਹੀ ਬੈਠੇ ਹੋ, ਤੁਹਾਡੀ ਆਪਣੀ ਪਾਰਟੀ ਦੇ ਐਮਪੀ ਇੱਥੇ ਆ ਕੇ ਨਹੀਂ ਬੈਠ ਸਕੇ। ਤਾਂ ਜਿਹੜੀ ਉਹਨਾਂ ਦੀ ਕਹਿਣਾ ਹੈ ਕਿ ਅਸੀਂ ਤੁਹਾਨੂੰ ਵੋਟ ਪਾ ਕੇ ਭੇਜਿਆ ਹੈ, ਕਿਉਂ ਹਾਰੇ? ਦੇਖੋ, ਰਾਜਨੀਤੀ ਦੇ ਵਿੱਚ ਵੈਕਮ ਜਦੋਂ ਕ੍ਰੀਏਟ ਹੋ ਜਾਂਦਾ ਤੇ ਇਹ ਹਾਲਾਤ ਪੈਦਾ ਹੁੰਦੇ ਆ। ਸੋ ਅਸੀਂ ਕਿਤੇ ਨਾ ਕਿਤੇ ਡਿਊਟੀਆਂ ਤੋਂ ਖੁੰਝੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਪਰ ਜਿਹੜਾ ਪਾਰਲੀਮੈਂਟ ਦੇ ਵਿੱਚ ਜਿੱਦਾਂ ਹੁਣ ਇੱਕ ਪਾਰਲੀਮੈਂਟ 'ਚ ਰੋਲ ਅਦਾ ਕਰਨਾ ਹੁੰਦਾ, ਉਹ ਤੇ ਅਸੀਂ ਬਾਖੂਬੀ ਪਾਰਟੀ ਨੇ ਵੀ ਕੀਤਾ, ਅਸੀਂ ਵੀ ਕੀਤਾ। ਪਰ ਜਿਹੜਾ ਗਰਾਊਂਡ ਲੈਵਲ ਤੇ ਰੂਲ ਸੀ, ਜਿੱਦਾਂ ਇਹਨਾਂ ਦੀ ਗੱਲ ਮੰਨਣੀ ਹੈ ਕਿ ਪੰਜਾਬ ਦੇ ਵਿੱਚ ਜ਼ਰੂਰ ਚਲੋ ਉੱਥੇ ਪੰਜਾਬ 'ਚ ਜਿਵੇਂ ਕਾਂਗਰਸ ਸੀ, ਕਾਂਗਰਸ ਨੇ ਸਪੋਰਟ ਕਰ ਦਿੱਤੀ, ਅੱਗੋਂ ਹਰਿਆਣੇ ਵਾਲੇ ਇਹਨਾਂ ਦਾ ਜ਼ੋਰ ਪਿਆ, ਇਹਨਾਂ ਨੇ ਕਰ ਲਈ। ਪਰ ਜਿਹੜਾ ਅਦਰ ਸਟੇਟ ਦੀ ਵਿੱਚ ਸਪੋਰਟ ਨਾ ਮਿਲਣ ਦਾ ਇੱਕ ਕਾਰਨ ਸੀ ਲੈਂਗੁਏਜ ਬੈਰੀਅਰ। ਸਾਡੀ ਲੈਂਗੁਏਜ ਹੈ ਪੰਜਾਬੀ ਤੇ ਹਿੰਦੀ, ਜਾਂ ਥੋੜਾ ਜਿਹਾ ਉੱਤਰ ਭਾਰਤ ਨੂੰ ਸਮਝ ਲੈਂਦਾ, ਬਾਕੀ ਕਿਤੇ ਵੀ ਜਾ ਕੇ ਜਿਹੜੀ ਇਸ ਸਟੇਟ 'ਚ ਜਿਹੜੀ ਤੁਹਾਡੀ ਭਾਵਨਾਤਮਕ ਗੱਲ ਹੈ ਨਾ, ਕਿਸੇ ਦੇ ਦਿਲ ਨੂੰ ਛੂਹਦੀ ਨਹੀਂ ਗੀ। ਅਸੀਂ ਗੀਤਾਂ ਰਾਹੀਂ, ਅਸੀਂ ਸੱਭਿਆਚਾਰ ਰਾਹੀਂ ਆਪਣੀ ਗੱਲ ਦੱਸਦੀ। ਇੱਥੇ ਇਹਨਾਂ ਨੂੰ ਬੜੇ ਬੜੇ ਸਿੰਗਰ ਆਏ ਜਿਹੜੇ ਗੀਤਾਂ ਦੇ ਰਾਹੀਂ ਇਹਨਾਂ ਨੂੰ ਉਤਸ਼ਾਹ ਪੈਦਾ ਕਰਦੇ ਰਹੇ। ਇਹ ਗੱਲ ਜਿਹੜੀ ਚੀਜ਼ ਹੈ ਨਾ, ਇਹ ਗੱਲ ਮੰਨਣੀ ਪਊਗੀ। ਦੂਜੀਆਂ ਸਟੇਟਾਂ ਦੇ ਦੂਜੀ ਕਿਸੇ ਗੱਲ ਨੂੰ ਸਮਝਾਉਣ ਦੇ ਵਿੱਚ ਜਦੋਂ ਲੈਂਗੁਏਜ ਬੈਰੀਅਰ ਆ ਜਾਂਦਾ ਨਾ, ਉਹਦਾ ਫਰਕ ਪੈ ਜਾਂਦਾ। ਹੁਣ ਕਿੰਨੇ ਇੱਥੇ ਲੋਕ ਰੌਲਾ ਪਾਉਂਦੇ ਨੇ। ਨਹੀਂ, ਲੈਂਗੁਏਜ ਬੈਰੀਅਰ ਜੇ ਤੁਸੀਂ ਬੰਗਾਲ ਗਏ ਹੋ, ਤੁਸੀਂ ਬੰਗਾਲ ਦੀਆਂ ਚੋਣਾਂ ਵਿੱਚ ਅਸਰ ਕੀਤਾ ਹੈਗਾ, ਤੁਸੀਂ ਕਰ ਪਾਏ, ਉਹਨਾਂ ਨੂੰ ਇਕੱਠਾ ਕਰ ਪਾਏ? ਨਹੀਂ, ਲੈਂਗੁਏਜ ਬੈਰੀਅਰ ਤਾਂ ਮੈਂ ਕੋਈ ਇਹ ਤਾਂ ਮੰਨਦਾ ਨਹੀਂ, ਕਿਉਂਕਿ ਉੱਥੇ ਹਰ ਇੱਕ ਜਗ੍ਹਾ ਦੇ ਵਿੱਚ ਇੱਕ ਲੋਕਲ ਜਥੇਬੰਦੀ ਹੁੰਦੀ ਸੀਗੀ। ਉਹ ਅਸੀਂ ਤਾਂ ਇਹ ਵੀ ਕੀਤਾ ਕਿ ਇੰਟਰਪ੍ਰੀਟਰ ਵੀ ਲਿਆ, ਕਿ ਆਪ ਦੀ ਗੱਲ ਰੱਖ ਕੇ ਕਿ ਅੱਗੇ ਉਹਨੇ ਬੰਗਾਲੀ ਦੇ ਵਿੱਚ ਦੱਸਿਆ। ਅਸੀਂ ਮਹਾਰਾਸ਼ਟਰ ਦੇ ਵਿੱਚ ਵੀ ਗਏ, ਉੱਥੇ ਕੋਈ ਲੈਂਗੁਏਜ ਬੈਰੀਅਰ, ਅਸਲੀ 'ਚ ਗੱਲ ਕੀ ਸੀ ਕਿ ਲੋਕੀ ਕਿਤੇ ਨਾ ਕਿਤੇ ਵਿਪਕਸ਼ੀ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਅਸਲ 'ਚ ਜਿਹੜੀ ਵਿਪੱਖੀ ਪਾਰਟੀਆਂ ਦੀ ਨਾ, ਉਹ ਸਰੈਂਡਰ ਕਰ ਚੁੱਕੀਆਂ ਸੀਗੀਆਂ 307 ਤੇ, GST ਤੇ, ਨੋਟਬੰਦੀ ਤੇ NRC SEA ਤੇ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਨਹੀਂ ਲੜ ਪਾਣਗੇ, ਕਿਉਂਕਿ ਹੁਕਮਰਾਨ ਦੇ ਵਿੱਚ ਤਾਕਤ ਬਹੁਤ ਜ਼ਿਆਦਾ ਸੀਗੀ। ਉਹਨਾਂ ਦਾ ਮੀਡੀਆ ਤੰਤਰ ਉਹਨਾਂ ਦਾ ਸੀਗਾ, ਉਹਨਾਂ ਦੇ ਕੋਲ CID ED ਦੀ ਰੇਡਾਂ ਦਾ ਜਿਹੜਾ ਤੰਤਰ ਚੱਲਦਾ ਸੀਗਾ। ਜਿਹੜਾ ਵੀ ਆਵਾਜ਼ ਚੁੱਕਦਾ ਸੀਗਾ ਅੱਜ ਤੱਕ ਉਹਨੂੰ ਕਿਤੇ ਨਾ ਕਿਤੇ ਦਬਾ ਲਿੱਤਾ ਜਾਂਦਾ ਸੀਗਾ। ਪਰ ਇਸ ਅੰਦੋਲਨ ਦੇ ਵਿੱਚ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਸੀਗੀ ਨਾ, ਜੇ ਅਸੀਂ ਇਕੱਲੇ ਮੰਨੀਏ ਵੀ ਆਪਣਾ ਕੋਈ ਬੈਕ ਐਂਡ ਦਾ ਰੋਲ ਹੈ, ਸਾਡਾ ਬੈਕ ਐਂਡ ਦਾ ਰੋਲ ਇੰਨਾ ਨਹੀਂ ਹੈਗਾ ਜਿੰਨਾ ਖਾਲਸਾ ਐਡ ਦਾ, ਯੂਨਾਈਟਿਡ ਸਿੱਖ ਦਾ, ਸਾਂਝੀ ਸੱਤ ਦਾ ਤੇ ਲੰਗਰਾਂ ਦਾ, SGPC ਦਾ, ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਸੀਂ ਦੇਖ ਸਕਦੇ ਹੋ। ਤੇ ਟਿੱਕਰੀ ਬਾਰਡਰ ਦਾ ਇੱਕ ਅਲੱਗ ਰੰਗ ਸੀਗਾ, ਉੱਥੇ ਕੈਲੀਫੋਰਨੀਆ ਪਿੰਡ ਸੀਗਾ, ਉੱਥੇ ਟਿੱਕਰੀ ਅਪਡੇਟ ਵਾਲੀ ਟੀਮ ਸੀ, ਟਰੈਕਟਰ ਟੂ ਟਵਿੱਟਰ ਵਾਲੀ ਕਿੰਨੀ ਤਕੜੀ ਟੀਮ ਸੀ, ਕਿਸਾਨ ਏਕਤਾ ਮੋਰਚੇ ਦਾ IT ਸੈੱਲ ਸੀਗਾ, ਹਰ ਇੱਕ ਯੂਨੀਅਨ ਦਾ ਆਪਣਾ IT ਸੈੱਲ ਸੀਗਾ ਜਿਹਨੇ ਗੋਦੀ ਮੀਡੀਆ ਦੇ IT ਸੈੱਲ ਨੂੰ ਹੈਰਾਨ ਦਾ ਕੰਮ ਕੀਤਾ। ਹਰ ਰੋਜ਼ ਟਵਿੱਟਰ ਟ੍ਰੈਂਡਿੰਗ ਦੇ ਵਿੱਚ ਅਸੀਂ ਟੌਪ ਤੇ ਆਉਂਦੇ ਸੀਗੇ। ਫਿਰ ਬਾਹਰੋਂ ਜਿਹੜਾ NRI ਸੀ ਉਹਨੇ ਬਹੁਤ ਵੱਡਾ ਸਾਥ ਦਿੱਤਾ, ਬਾਹਰੋਂ ਨੌਜਵਾਨ ਆਪਦੇ ਹੱਕਾਂ ਵਾਸਤੇ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ, ਹਰਿਆਣੇ ਦਾ ਯੂਥ ਹੈ ਉਹ ਸਰਕਾਰ ਦੀ ਬਦਨੀਤੀਆਂ ਕਰਕੇ ਹੀ ਬਾਹਰ ਗਿਆ, ਅਦਰਵਾਈਜ਼ ਕਿਹਦਾ ਦਿਲ ਕਰਦਾ ਆਪਣਾ ਇਹ ਦੇਸ਼ ਛੱਡਣ ਨੂੰ। ਇਹਦੇ ਵਿੱਚ ਮੈਂ ਗੱਲ ਪੁੱਛਾਂ ਕਿ ਜੋ ਤੁਸੀਂ ਲੋਕ ਭੁੱਲ ਗਏ ਹੋ ਕਿ ਵੀ ਕਿੱਦਾਂ ਆਪੋਜੀਸ਼ਨ, ਤੁਸੀਂ ਕਿਤੇ ਗੋਡੇ ਟੇਕਦੇ ਨੇ, GST ਹੋਈ, ਨੋਟਬੰਦੀ ਹੋਈ, ਤੁਹਾਡਾ ਜਿਹੜਾ ਗਰਾਊਂਡ ਲੈਵਲ ਦਾ ਵਰਕਰ ਹੈ ਉਹ ਇੰਨਾ ਸਟਰੋਂਗ ਹੀ ਨਹੀਂ ਰਿਹਾ। ਤੁਹਾਨੂੰ ਇਹਨਾਂ ਨੇ ਕਿੱਥੇ ਸਿਖਾਤਾ ਕਿ ਵੀ ਤੁਸੀਂ ਪੋਲਿਟਿਕਸ ਵਿੱਚ ਕਿਸ ਜੋਸ਼ ਨਾਲ ਆਉਣਾ, ਤੇ ਤੁਸੀਂ ਜੋਸ਼ ਭੁਲਾ ਬੈਠੇ ਹੋ? ਨਹੀਂ, ਉਹ ਗੱਲ ਜਿਹੜੀ ਨਾ ਤੁਸੀਂ ਕੰਪਲੀਟ ਹੋਈ ਨਹੀਂ। ਉਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਲੈਂਗੁਏਜ ਬੈਰੀਅਰ, ਮੇਰਾ ਮਤਲਬ ਇਹ ਕਹਿਣ ਦਾ ਨਹੀਂ ਸੀ। ਮੇਰਾ ਮਕਸਦ ਇਹ ਕਹਿਣ ਦਾ ਹੈ ਕਿ ਜਿਹੜੇ ਤਰੀਕੇ ਨਾਲ ਅਸੀਂ ਗੱਲ ਸਮਝਾਉਂਦੇ ਹਾਂ ਨਾ, ਉਹ ਸਮਝਾ ਨਹੀਂ ਪਾਉਂਦੇ। ਨੋ ਡਾਊਟ TMC ਦੇ ਗਏ, ਉੱਥੇ ਜਾ ਕੇ ਇਹਨਾਂ ਨੇ ਬੜੀ ਮਦਦ ਕੀਤੀ ਹੈ। ਇਹਨਾਂ ਨੇ ਇੰਟਰਪ੍ਰੀਟਰ ਵੀ ਰੱਖੇ ਹੋਣਗੇ, ਇਹਨਾਂ ਨੇ ਗੱਲ ਸਮਝਾਉਣ ਦੀ, ਲੋਕਲ ਯੂਨੀਅਨ ਨੇ ਗੱਲ ਵੀ ਕੀਤੀ ਹੋਊਗੀ। ਹੁਣ ਜਦੋਂ ਪਾਰਲੀਮੈਂਟ ਸੈਸ਼ਨ ਹੋਇਆ ਲਾਸਟ, TMC ਨੇ ਇੱਕ ਦਿਨ ਵੀ ਆ ਕੇ ਸਾਡੇ ਨਾਲ ਕਿਸਾਨੀ ਮੁੱਦੇ ਦੇ ਵੈਲ 'ਚ ਨਹੀਂ ਉਤਰੇ। ਗੱਲ ਪਤਾ ਕੀ ਹੁੰਦੀ, ਜਦੋਂ ਵੀ ਕੋਈ ਪਾਰਟੀ ਉੱਠਦੀ ਹੈ ਨਾ, ਉਹਨੂੰ ਪਿਛਲੇ ਬੰਨਿਓ ਜਿੰਨਾ ਚਿਰ ਉਹਦੇ ਲੋਕ ਦੱਪਣ ਨਾ ਕਿ ਲੋਕ ਉਲਟ ਹੋ ਗਏ ਨੇ, ਫਿਰ ਉਹ ਜਾ ਕੇ ਉਧਰ ਨੂੰ ਤੁਰਦੇ ਨੇ। ਉਹਨਾਂ ਨੇ ਪੈਕਸਿਸ ਮੁੱਦੇ ਤੇ ਗੱਲ ਕਰਦੇ ਰਹੇ, ਲਗਾਤਾਰ ਸਾਰਾ ਸੈਸ਼ਨ ਉਹਨਾਂ ਨੇ ਪੈਕਸਿਸ ਮੁੱਦੇ ਤੇ ਰਿਹਾ। ਸਾਡੇ ਨਾਲ ਇੱਕ ਦਿਨ ਵੀ ਨਹੀਂ ਖੜੇ। ਮੈਂ ਜਿਹੜੀ TMC ਨੇ ਨਾਮ ਮੰਨਿਆ ਹੋਇਆ, ਪਰ ਅਸੀਂ ਸਭ ਜਾਣਦੇ ਹਾਂ ਕਿ ਵੀ ਇਹ ਅੱਜ ਖੇਤੀ ਕਾਨੂੰਨ ਵਾਪਸ ਵੀ ਗਏ ਹੋ, ਉਹ ਵੀ ਉਹਦੇ ਬਾਅਦ ਹੀ ਹੋਏ ਨੇ ਕਿ ਵੀ ਉਹਦਾ ਅਸਰ UP ਚ ਉਹਨਾਂ ਤੇ ਵੀ ਪੈ ਸਕਦਾ ਹੈ। ਬਿਲਕੁਲ ਇਹ 'ਚ ਕੋਈ ਦੋ ਰਾਏ ਨਹੀਂ ਕਿ ਜਿਹੜਾ ਅੰਦੋਲਨ ਚੱਲਿਆ ਉਹ ਬੜੇ ਵਧੀਆ ਤਰੀਕੇ ਦੇ ਨਾਲ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਕਿ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਰਿਹਾ, ਉਸ ਟੀਮ ਨੇ, ਕਿਉਂਕਿ ਇੱਕ ਜਜ਼ਬਾਤ ਸੀ, ਉਹ ਸਮੇਂ ਸਿਰ ਐਡਰੈਸ ਨਹੀਂ ਹੁੰਦੇ ਰਹੇ। ਚਾਹੇ ਉਹ ਛੋਟੀਆਂ-ਮੋਟੀਆਂ ਮੁਸ਼ਕਲਾਂ ਸੀ ਸੋਸਾਇਟੀ ਦੀਆਂ, ਚਾਹੇ ਵੱਡੀਆਂ ਮੁਸ਼ਕਲਾਂ ਸੀ, ਉਹ ਵੱਡੀਆਂ ਮੁਸ਼ਕਲਾਂ, ਛੋਟੀਆਂ ਮੁਸ਼ਕਲਾਂ ਆਂਢ ਗੁਆਂਢ ਦੀਆਂ ਇੰਨੀਆਂ ਵੱਡੀਆਂ ਬਣ ਗਈਆਂ ਕਿ ਲੋਕਾਂ ਨੇ ਜਦੋਂ ਇੱਕ ਮੂਵਮੈਂਟ ਇਹੋ ਜਿਹੀ ਬਣ ਗਈ ਕਿ ਜਿਹੜੀ ਉਹਨੂੰ ਸਿੱਧਾ ਹਿੱਟ ਕਰਦੀ ਸੀ, ਉਸ ਕਰਕੇ ਲੋਕ ਸਾਰੇ ਉਸ ਮੁੱਦੇ ਦੇ ਬਾਹਰ ਨਿਕਲੇ। ਔਰ ਜਦੋਂ ਉਸ ਮੁੱਦੇ ਦੇ ਬਾਹਰ ਨਿਕਲੇ, ਇੱਕ ਸੰਘਰਸ਼ ਚੱਲਿਆ ਜਿਹਦੇ 'ਚ ਨੋ ਡਾਊਟ ਕਿ ਪੋਲੀਟੀਕਲ ਜਮਾਤ ਨੂੰ ਉਹਨਾਂ ਨੇ ਮਾਈਨਸ ਰੱਖਿਆ। ਔਰ ਗੱਲ ਕਰ ਰਹੇ ਨੇ ਕਿ ਵੀ ਨੋਟਬੰਦੀ ਵੀ ਸਭ ਨੂੰ ਇਫੈਕਟ ਕਰਦੀ ਸੀ, ਪਰ ਤੁਸੀਂ ਜਿਹੜਾ ਗਰਾਊਂਡ ਲੈਵਲ ਜਿਵੇਂ ਇਹ ਲੋਕ ਉੱਠ ਕੇ ਆਏ ਨੇ, ਸਿਆਸਤ ਵਿੱਚ ਉਹ ਜੋਸ਼ ਨਹੀਂ ਰਿਹਾ। ਨਿਮਰਤ, ਇੱਕ ਗੱਲ ਨੂੰ ਸਮਝੋ, ਇੱਕ ਤਾਂ ਸਾਡੀ ਪਾਰਟੀ ਤਾਂ ਉਹ ਪਾਰਟੀ ਆ, ਕਾਂਗਰਸ ਪਾਰਟੀ,
ਇੱਥੇ ਗੱਲ ਘੱਟ ਕਰੂੰਗਾ ਮੈਂ, ਜਿਹਨੇ ਆਜ਼ਾਦੀ ਦੀ ਲੜਾਈ ਜਿੱਤੀ ਹੈ। ਆਜ਼ਾਦੀ ਦੀ ਲੜਾਈ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਬਣਵਾਇਆ। ਉਦੋਂ ਬਾਅਦ ਆਜ਼ਾਦੀ ਤੋਂ ਬਾਅਦ ਜੇ ਮੈਂ ਗੱਲ ਕਰਾਂ, ਦੇਸ਼ ਕੋਲ ਹੈ ਹੀ ਕੁਛ ਨਹੀਂ ਸੀ। ਜਵਾਹਰ ਲਾਲ ਨਹਿਰੂ ਜਦੋਂ ਪ੍ਰਧਾਨ ਮੰਤਰੀ ਬਣੇ, ਉਦੋਂ ਬਾਅਦ ਚਲੋ ਸਾਰੇ ਕਾਨੂੰਨ, ਚਾਹੇ MSP ਜਿੰਨੀ ਵੀ ਪੰਜਾਬ ਅੱਜ ਹਰਿਆਣਾ ਯੂਪੀ 'ਚ ਕਾਂਗਰਸ ਲੈ ਕੇ ਆਈ, PDS ਸਿਸਟਮ ਲੈ ਕੇ ਆਈ, ਰਾਈਟ ਟੂ ਫੂਡ ਲੈ ਕੇ ਆਈ, ਅੱਜ ਕੁਛ ਵੀ ਆ। ਪਰ ਅਸੀਂ ਇਹ ਗੱਲ ਜਿਹੜੀ ਤੁਸੀਂ ਇਹਨਾਂ ਨੇ ਕਿਹਾ ਹੈ, ਆਪੋਜੀਸ਼ਨ ਇੰਨੀ ਅਸੀਂ ਕਮਜ਼ੋਰ ਹੋ ਗਏ, ਸਾਡੇ ਨੰਬਰ ਨੇ ਜਿਹੜੇ 545 46 'ਚ ਸਾਡੇ ਨੰਬਰ ਹੀ 40-50 ਰਹਿ ਗਏ ਕੁੱਲ। ਲੜਨਾ ਗਰਾਊਂਡ ਨਹੀਂ, ਪਰ ਗਰਾਊਂਡ ਲੈਵਲ ਤੇ ਐਕਟੀਵਿਟੀ ਹੋ ਸਕਦੀ ਹੈ ਨਾ। ਜੇ ਇਹਨਾਂ ਕੋਲ ਇੱਕ ਨੰਬਰ ਨਹੀਂ ਹੈ, ਇਹਨਾਂ ਕੋਲ ਤਾਂ ਇੱਕ ਨੰਬਰ ਵੀ ਨਹੀਂ ਹੈ, ਫਿਰ ਵੀ ਇਹਨਾਂ ਨੇ ਗਰਾਊਂਡ ਲੈਵਲ ਤੇ ਐਕਟੀਵਿਟੀ ਕਰਕੇ ਨਹੀਂ, ਇਹਨਾਂ ਕੋਲ ਨੰਬਰ ਨਹੀਂ। ਇਹ ਕੌਣ ਨੇ? ਇਹ ਸਾਰੇ ਹੀ ਅੱਜ ਤੱਕ ਕੋਈ ਕਾਂਗਰਸ ਨਾਲ ਜੁੜਿਆ, ਕੋਈ BJP ਨਾਲ ਜੁੜਿਆ, ਕੋਈ SP ਨਾਲ ਜੁੜਿਆ, ਕੋਈ BSP ਨਾਲ ਜੁੜਿਆ। ਇਹ ਇੱਕ ਕੌਜ਼ ਲਈ ਇਕੱਠੇ ਹੋ ਗਏ ਸਾਰੇ। ਜਿਹੜੀ ਵੱਡੀ ਗੱਲ ਆ, ਫਿਰ ਇਹ ਸਭ ਤੋਂ ਵੱਡੀ ਤਾਕਤ ਬਣ ਗਏ। ਇਹ ਪਾਰਟੀ ਦਾ ਬੈਰੀਅਰ ਤੋਂ ਉੱਤੇ ਨਹੀਂਗੇ। ਇਹ ਆਵਾਮ ਖੜਾ ਹੋ ਗਿਆ। ਜਦੋਂ ਆਵਾਮ ਖੜਾ ਹੋ ਜੇ, ਫਿਰ ਕੋਈ ਪਾਰਟੀਆਂ ਜਾਂ ਸਰਕਾਰਾਂ ਉਹਦੇ ਮੂਹਰੇ ਕੀ ਕਰ ਸਕਦੀਆਂ ਹੈ। ਇਸ ਕਰਕੇ ਇਹ ਤਾਂ ਅਨੋਖੀ ਇੱਕ, ਦੇਖੋ ਅੱਜ ਤੱਕ ਕੀ ਤਾਂ ਇਹਨਾਂ ਤੋਂ ਪ੍ਰੇਰਨਾ ਮਿਲੇਗੀ ਕਿ ਤੁਸੀਂ ਜਿਹੜੀ ਆਪੋਜੀਸ਼ਨ ਜਿਹਨੂੰ ਕਹਿੰਦੇ ਆ ਬਿਲਕੁਲ ਅੱਜ ਕੱਲ ਗੋਡੇ ਟੇਕ ਕੇ ਬੈਠੀ ਹੈ। ਕੁਝ ਪ੍ਰੇਰਨਾ ਸਾਨੂੰ ਤੋਂ ਇਲਾਵਾ ਇਹ ਪਬਲਿਕ ਨੂੰ ਵੀ ਪ੍ਰੇਰਨਾ ਚਾਹੀਦੀ ਆ ਬਈ ਇੰਨੀ ਆਪੋਜੀਸ਼ਨ ਨੂੰ ਵੀਕ ਨਾ ਕਰੋ। ਜਿਹੜੀ ਕਿ ਪਾਰਲੀਮੈਂਟ ਜਾਂ ਵਿਧਾਨ ਸਭਾ ਜਿੱਥੇ ਆ, ਆਪੋਜੀਸ਼ਨ ਵੀ ਅੱਗੇ ਬੜੇ ਸਿਆਣੇ ਲੋਕ ਸੀ, ਚੈੱਕ ਐਂਡ ਬੈਲੈਂਸ ਰੱਖਦੇ ਸੀ। ਉਹਦੇ ਲਈ ਆਪੋਜੀਸ਼ਨ ਠੀਕ ਆ, ਸਾਡੀਆਂ ਬੜੀਆਂ ਕਮੀਆਂ ਗਲਤੀਆਂ, ਅੱਜ ਉਸ ਗੱਲ ਤੇ ਡਿਬੇਟ ਨਹੀਂ, ਪਰ ਇਹ ਮਹਿਸੂਸ ਜ਼ਰੂਰ ਹੋਇਆ ਏ। ਅਸੀਂ ਤਾਂ ਅੱਜ 40 ਬੰਦੇ, ਸਾਨੂੰ ਤਾਂ ਮਾਰਸ਼ਲ ਚੱਕ ਕੇ ਬਾਹਰ ਕੱਢ ਦਿੰਦੇ ਆ, ਚਾਹੇ ਅਸੀਂ ਲੜਦੇ ਆ, ਭਿੜਦੇ ਆ। ਪਰ ਗੱਲ ਇਹ ਆ ਵੀ ਲੋਕਤੰਤਰ ਦੇ ਵਿੱਚ ਆਪੋਜੀਸ਼ਨ ਨੂੰ ਵੀ ਥੋੜਾ ਜਿਹਾ ਬਰਾਬਰ ਰੱਖਣਾ ਪਊਗਾ, ਜਿਹੜਾ ਕਿ ਇਹ ਇੰਨਾ ਤਾਨਾਸ਼ਾਹ ਰਵੱਈਆ ਸਰਕਾਰਾਂ ਕੋਈ ਵੀ ਹੋਵੇ, ਪਾਰਟੀ ਕੋਈ ਹੋਵੇ, ਨਾ ਅਖਤਿਆਰ ਕਰ ਸਕਣ। ਜਿੱਥੇ ਤੱਕ ਇਹ ਐਜੀਟੇਸ਼ਨ ਦੀ ਗੱਲ ਹੈ, ਇੱਕ ਅਨੋਖਾ ਐਜੀਟੇਸ਼ਨ ਸੀ ਜਿੱਥੇ ਕਿ ਸਾਰੀ ਦੁਨੀਆ ਸਭ ਕੁਝ ਭੁੱਲ ਕੇ ਪਾਰਟੀਆਂ, ਇੱਥੇ ਤਾਂ ਤੁਹਾਨੂੰ ਇੰਨਾ ਪਤਾ, ਪਿੰਡ ਭਾਈਚਾਰਕ ਲੜਾਈ ਆ, ਜਿਹੜੀ ਵੱਟ ਬੰਨੇ ਦੀ ਲੜਾਈ ਆ, ਉਹ ਰੋਜ਼ ਰਹਿੰਦੀ ਆ। ਪਰ ਇੱਥੇ ਉਹੀ ਪਿੰਡ 'ਚ ਸਾਰੇ ਇਕੱਠੇ ਹੋ ਕੇ ਇੱਕ ਟਰਾਲੀ 'ਚ ਆ ਕੇ ਬੈਠੇ। ਇਹ ਤਾਂ ਪਾਰਟੀਆਂ ਦੀਆਂ ਗੱਲਾਂ ਤੋਂ ਇਲਾਵਾ ਆਪਣੇ ਲੋਕ ਦੁਸ਼ਮਣੀਆਂ ਭੁੱਲ ਗਏ, ਜਿਹੜੀਆਂ ਇੰਨੇ ਸਾਲ ਦੀਆਂ ਚੱਲਦੀਆਂ ਆ ਰਹੀਆਂ ਸੀ। ਇੱਥੇ ਹੁੱਕਾ ਨਾਲ ਪੀ ਰਹੇ ਆ, ਪੰਜਾਬ ਵਾਲੇ ਬੈਠੇ ਆ, ਨਾਲ ਹਰਿਆਣੇ ਵਾਲੇ ਬੈਠੇ। ਇਹ ਤਾਂ ਗੱਲਾਂ ਇਹਦੇ ਨਾਲ ਕਿਸੇ ਚੀਜ਼ ਨੂੰ ਮਿਲਾ ਹੀ ਨਹੀਂ ਸਕਦੇ। ਤੁਸੀਂ ਯੂਪੀ ਤੋਂ, ਲਖੀਮਪੁਰੀ ਤੋਂ ਹੈਗੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਜੋ ਫੈਸਲਾ ਰੱਦ ਹੋਇਆ ਹੈ ਤੁਹਾਡੀ ਸਟੇਟ ਤੇ ਕੀ ਅਸਰ ਪਏਗਾ? ਦੇਖੋ, ਇੰਪੈਕਟ ਤੇ ਜਿਹੜਾ ਪੈਣਾ ਸੀਗਾ, ਨੁਕਸਾਨ BJP ਨੂੰ ਹੋ ਗਿਆ। ਔਰ ਨੋ ਮੈਟਰ ਵਾਟ ਦੇ ਡੂ, ਦੇਖੋ ਜੰਗ ਦੇ ਵਿੱਚ ਦੋ ਤਰ੍ਹਾਂ ਹੁੰਦੀ ਹੈ ਡਿਫੀਟ। ਜਾਂ ਤੇ ਜਿਹੜਾ ਤੁਹਾਡਾ ਵਿਰੋਧੀ ਧਿਰ ਹੈ ਉਹ ਭੱਜ ਜਾਵੇ, ਅਨਕੰਡੀਸ਼ਨਲ ਸਰੈਂਡਰ ਕਰ ਦੇ, ਔਰ ਜਾਂ ਟੇਬਲ ਤੇ ਬੈਠ ਕੇ ਟਾਕ ਹੋਵੇ। ਹੁਣ ਇਹ ਸਰਕਾਰ ਨੇ ਬਿੱਲ ਵਾਪਸ ਕਰਤੇ ਆ, ਦੇਵ ਸਰੈਂਡਰਡ। ਨਾਓ ਵਾਟ ਆਰ ਡਿਮਾਂਡ ਇਜ਼ ਦੇ ਸ਼ੁੱਡ ਸਿਟ ਔਨ ਟੇਬਲ ਐਂਡ ਐਕਸੈਪਟ ਇਟ that they've been defeated। ਉਹ ਇਸ ਚੀਜ਼ ਨੂੰ ਮੰਨਣ, ਔਰ ਜਿਹੜਾ ਉਹਨਾਂ ਨੇ ਜੁਰਮ ਕੀਤਾ, ਜੋ ਜ਼ੁਲਮ ਕੀਤਾ ਹੈ ਸਾਡੇ ਕਿਸਾਨਾਂ ਤੇ, ਉਹਦੀ ਮਾਫੀ ਮੰਗਣ। ਨਹੀਂ ਤੇ ਐਂ ਵੀ ਦਿੱਲੀ ਦੂਰ ਹੋ ਜਾਂਦੀ ਹੁੰਦੀ ਹੈ। ਜਿਵੇਂ ਬਿੱਟੂ ਸਾਹਿਬ ਨੇ ਕਿਹਾ, MP ਸਾਹਿਬ ਨੇ, ਵੀ 40 ਨੰਬਰ ਰਹਿ ਗਏ। BJP ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਕਦੀ ਉਹਨਾਂ ਦਾ 0 ਨੰਬਰ ਵੀ ਸੀ। 2 ਮੈਂਬਰ ਪਾਰਲੀਮੈਂਟ ਕਾਂਗਰਸ ਨੇ ਆਪਦੇ ਹਟਾ ਕੇ, ਤੇ ਕਿਸੇ ਜ਼ਮਾਨੇ ਦੇ ਵਿੱਚ ਤੇ ਜਿਹੜਾ ਵੀ ਪਾਵਰ ਦੇ ਵਿੱਚ ਇੰਨਾ ਜ਼ਿਆਦਾ ਉਹ ਹੋ ਜਾਂਦਾ ਹੈ ਹਾਵੀ, ਜਾਂ ਉਹ ਦਿਮਾਗ ਤੇ ਚੜ ਜਾਂਦੀ ਹੈ, ਉਹਨੂੰ ਬਾਹਰ ਦਾ ਰਸਤਾ, ਡੈਮੋਕ੍ਰੇਸੀ ਦਾ ਹੀ ਜਿਹੜਾ ਬੇਸਿਕ ਰੂਲ ਹੈ ਉਹੀ ਹੈ ਵੀ ਜੇ ਤੁਸੀਂ ਇੰਨਾ ਜ਼ਿਆਦਾ ਆਪਣੇ ਆਪ ਨੂੰ ਸਮਝਣ ਲੱਗ ਜਾਓਗੇ, ਠੀਕ ਹੈ ਕਿ ਉਹ ਇੱਕ ਦੌਰ ਸੀਗਾ, ਦੌਰ ਸਭ ਦਾ ਹੁੰਦਾ। ਇੱਕ ਦੌਰ ਸੀਗਾ ਇੰਦਰਾ ਗਾਂਧੀ ਲਈ ਵੀ ਲੋਕ ਇੱਦਾਂ ਕ੍ਰੇਜ਼ੀ ਸੀਗੇ। ਉਹ ਦੌਰ ਦੇਖਿਆ, ਸਿੱਖ ਕੌਮ ਨੇ ਵੀ ਦੇਖਿਆ। ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਈ, ਆਪਾਂ ਉਹਦੇ ਤੇ ਜ਼ਿਆਦਾ ਗੱਲ ਨਹੀਂ ਕਰਾਂਗੇ, ਪਰ ਉਹਦਾ ਆਫਟਰ ਇਫੈਕਟ ਸਿੱਖ ਕਮਿਊਨਿਟੀ ਨੇ ਦੇਖਿਆ। ਔਰ ਯੈਸ, ਅੱਜ ਉਹੀ ਦੌਰ ਮੋਦੀ ਦੇਖ ਰਿਹਾ। ਪਰ ਤੁਸੀਂ ਗ੍ਰੈਜੂਅਲੀ ਦੇਖੋ ਕਿ ਉਸ ਦੌਰ ਤੋਂ ਬਾਅਦ ਜਿਹੜਾ ਕਾਂਗਰਸ ਦਾ ਡਾਊਨਫਾਲ ਵੀ ਸ਼ੁਰੂ ਹੋ ਗਿਆ। ਲੇਕਿਨ ਇਸ ਮੂਵਮੈਂਟ ਦੇ ਵਿੱਚ BJP ਨੂੰ 1 ਸਾਲ ਦੇ ਵਿੱਚ ਹੀ ਸ਼ੀਸ਼ਾ ਦਿਖਾਤਾ ਆ। ਔਰ UP ਦੇ ਵਿੱਚ ਹੁਣੀ ਅਸੀਂ ਲਖਨਊ ਦੇ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਸੀ। ਮਤਲਬ ਮੈਂ ਹੈਰਾਨ ਰਹਿ ਗਿਆ, ਜਿਹੜੇ ਕਹਿੰਦੇ ਸੀ ਪੂਰਵਾਂਚਲ ਦੇ ਵਿੱਚ ਜਾਂ UP ਬਹੁਤ ਵੱਡਾ ਉੱਥੇ ਅੰਦੋਲਨ ਨਹੀਂ, ਇੰਨੇ ਜ਼ਿਆਦਾ ਲੋਕ ਸੀਗੇ, ਖਤਮ ਹੋ ਗਿਆ ਤੇ ਲੋਕ ਆਈ ਜਾ ਰਹੇ ਸੀ। ਮੀਡੀਆ ਨੇ ਕਿੱਦਾਂ ਉਹਨੂੰ ਪ੍ਰੈਜ਼ੈਂਟ ਕੀਤਾ, ਕਿਵੇਂ ਕੀਤਾ, ਆਈ ਡੋਂਟ ਗਿਵ ਅ ਡੈਮ। ਬਟ ਜਿਹੜੀ ਗਰਾਊਂਡ ਤੇ ਵੇਖਿਆ, ਉਹ ਇਹ ਸਿੱਧਾ ਦਰਸਾਉਂਦਾ ਆ ਕਿ BJP
ਬਹੁਤ ਜ਼ਿਆਦਾ ਬੈਕਫੁੱਟ ਤੇ ਚਲ ਗਈ ਹੈ। ਜਿਹੜਾ ਡੈਮੇਜ ਹੋਣਾ ਸੀਗਾ ਉਹ ਹੋ ਗਿਆ ਹੈ। ਬੀਜੇਪੀ ਕਾਂਗਰਸ ਦੀ ਅੱਗੇ ਪਿਛਾਣਾ ਤੁਹਾਨੂੰ ਫਰਕ ਪਏਗਾ? ਤੁਹਾਨੂੰ ਕੀ ਲੋੜ ਹੈਗੀ, ਕਿਸਾਨਾਂ ਨੂੰ ਕੀ ਲੋੜ ਹੈ? ਹਾਂ, ਮੈਂ ਕਹਿਣ ਵੀ ਲੱਗਿਆ ਸੀ ਲੋੜ ਕੀ ਹੈ ਸਾਨੂੰ। ਇਹ ਕਾਨੂੰਨ ਰੱਦ ਹੋ ਗਏ, ਇਸ ਸਰਕਾਰ ਨੇ ਸਾਨੂੰ ਕੂਏ ਦੇ ਵਿੱਚ ਘੇਰਿਆ ਸੀ, ਅਜੇ ਅਸੀਂ ਕੂਏ ਤੋਂ ਬਾਹਰ ਨਿਕਲੇ ਹਾਂ, ਹਾਲਤ ਉਦਾਂ ਦੀ ਉਦਾਂ ਹੀ ਹੈ। ਜ਼ਰੂਰਤ ਕੀ ਹੈ? ਸਾਡੀ ਸਵਾਮੀਨਾਥਨ ਦੀ ਰਿਪੋਰਟ ਦਾ ਮੁੱਦਾ ਬੜੀ ਸਰਕਾਰਾਂ ਕਹਿੰਦੀਆਂ ਨੇ। ਅੱਜ ਜ਼ਰੂਰਤ ਹੈ ਇੰਪੋਰਟ ਐਕਸਪੋਰਟ ਜਿਹੜਾ ਇਹਨਾਂ ਦਾ ਖੇਤੀਬਾੜੀ ਦੇ ਮਾਮਲੇ ਦੇ ਵਿੱਚ ਹੈ, ਇਹ ਕਹਿੰਦੇ ਸਾਡੇ ਤੇ ਭਾਰ ਪੈ ਜਾਊਗਾ। ਪਿਛਲੇ 5-7 ਸਾਲਾਂ ਦੇ ਵਿੱਚ ਹਰਿਆਣੇ ਦੇ ਵਿੱਚ 85% ਜਿਹੜੀ ਅਸੀਂ ਧਾਨ ਲਾਉਂਦੇ ਸੀ ਬਾਸਮਤੀ ਲਾਉਂਦੇ ਸੀ, ਸਾਰੀ ਡਾਲਰ ਦੇ ਵਿੱਚ ਖਰੀਦ ਹੁੰਦੀ ਸੀ, ਕਿਸਾਨ ਨੂੰ ਮੁਨਾਫਾ ਹੁੰਦਾ ਸੀ। 2 ਸਾਲ ਮੁਨਾਫਾ ਹੋਇਆ, ਇਹਨਾਂ ਕੋਲ ਢਿੱਡ ਦੇ ਵਿੱਚ ਪੀੜ ਹੋ ਗਈ ਸਰਕਾਰਾਂ ਦੇ। ਇਹਨਾਂ ਨੇ ਜਿਵੇਂ ਇਰਾਕ 'ਚ ਤੇਲ ਵਿਕਦਾ ਡਾਲਰਾਂ ਦੇ ਵਿੱਚ, ਸਾਡੀ ਬਾਸਮਤੀ ਡਾਲਰਾਂ 'ਚ ਵਿਕਦੀ ਸੀ। ਗੌਰਮੈਂਟ ਨੂੰ 1 ਪੈਸੇ ਦਾ ਵੀ ਭਾਰ ਨਹੀਂ ਸੀ, ਉਲਟਾ ਇਹਨਾਂ ਨੂੰ ਰੈਵਨਿਊ ਆਉਂਦਾ ਸੀ। ਜਿਹੜੇ ਆੜਤੀਏ ਸੀ ਉਹਨਾਂ ਨੂੰ ਵੀ ਜਾਂ 1500 ਰੁਪਏ ਕੁਇੰਟਲ ਧਾਨ ਦਾ ਆੜਤ ਆਉਣੀ ਸੀ, ਜਾਂ ਫਿਰ 4500-4600 ਰੁਪਏ ਕੁਇੰਟਲ ਪਿੱਛੇ ਉਹਦੇ ਆੜਤ ਆਉਣੀ ਸੀ। ਸਭ ਦਾ ਬੈਨੀਫਿਟ ਸੀ। ਲੇਕਿਨ ਸਰਕਾਰ ਦੇ ਨੁਮਾਇੰਦਿਆਂ ਦੇ ਢਿੱਡ 'ਚ ਪੀੜ ਹੋਈ ਵੀ ਸਾਡਾ ਕੁਝ ਨਹੀਂ ਬਣਿਆ, ਕਿਸਾਨ ਅਮੀਰ ਹੋ ਜਾਊਗਾ। ਕਾਰਪੋਰੇਟ ਵਰਗ ਨੂੰ ਪਸੰਦ ਨਹੀਂ, ਸਰਕਾਰ ਨੂੰ ਪਸੰਦ ਨਹੀਂ ਇਹ ਚੀਜ਼ਾਂ। ਇਹਨਾਂ ਨੇ ਉਹਦੇ ਉੱਤੇ 10,000 ਰੁਪਏ ਪਰ ਟਨ ਪਿੱਛੇ ਟੈਕਸ ਲਾਤਾ, ਆਮਦਨ ਘਟ ਗਈ, ਬਾਸਮਤੀ ਲਾਣੀ ਛੱਡੀ ਗਈ, ਸਰਕਾਰ ਤੇ ਵਜਨ ਪੈਣਾ ਸ਼ੁਰੂ ਹੋ ਗਿਆ। ਇਹ ਪਾਲਿਸੀਆਂ ਨੇ ਇਹੀ ਜੀ। ਮੱਕਾ ਆ ਜਿਵੇਂ ਉਰੇ ਘੱਟ ਹੋ ਗਿਆ, ਇਹਨਾਂ ਨੇ ਜਦੋਂ ਇੰਪੋਰਟ ਕਰਾ ਲਿਆ, 5 ਲੱਖ ਟਨ ਮੱਕਾ ਮੰਗਾ ਲਿਆ। ਜੇ 2000 ਰੁਪਏ ਗਵਰਨਮੈਂਟ ਰੇਟ ਤੋਂ ਉੱਪਰ ਵਿਕਦਾ ਹੈ, ਜੇ ਬਾਹਰ ਤੋਂ ਮੱਕਾ ਨਾ ਮੰਗਾਈਏ, ਉਰੇ ਡਿਮਾਂਡ ਹੈ ਜਿੰਨੀ, ਉਹਦੇ ਹਿਸਾਬ ਨਾਲ ਸਾਡੇ ਗਵਰਨਮੈਂਟ ਰੇਟ ਤੋਂ ਉੱਪਰ ਵਿਕਦਾ ਆ। ਪਰ ਫਿਰ ਇਹਨਾਂ ਦੇ ਪੈਸੇ ਨਹੀਂ ਬਣਦੇ, ਫਿਰ ਬਾਹਰ ਤੋਂ ਮੰਗਾਉਂਦੇ ਆ, ਵੱਧ ਰੇਟ ਤੋਂ ਮੰਗਾਉਂਦੇ 3200 ਰੁਪਏ ਨੂੰ, ਸਾਡਾ ਫਿਰ 900 ਰੁਪਏ ਨੂੰ ਵਿਕਿਆ ਕਿਸਾਨਾਂ ਦਾ। ਇੱਕ ਜਿਹੜੀ ਕੱਲੀ ਇਹ MSP ਆ, ਇਹ ਕਾਨੂੰਨਾਂ ਦੀ ਲੜਾਈ ਹੈ, ਇਹਨੂੰ ਥੋੜਾ ਜਿਹਾ ਕਿ ਜੇ ਇਹ ਸਰਕਾਰਾਂ 1 ਘੰਟਾ ਵੀ ਸਾਡੇ ਬਾਰੇ ਸੋਚ ਲੈਣ। ਇਹੋ ਜਿਹੀ ਧਰਤੀ ਹੈ ਸਾਡੀ ਦੁਨੀਆ ਦੀ, ਇੱਥੇ ਹਰ ਇੱਕ ਚੀਜ਼ ਹੈ। ਜਿਹੜਾ ਆਦਮੀ ਦੇ ਢਿੱਡ ਵਿੱਚ ਪੂਰੇ ਵਰਲਡ ਦੇ ਵਿੱਚ ਕਿੰਨੀ ਪਾਪੂਲੇਸ਼ਨ ਹੈ, ਫੈਕਟਰੀ ਦੇ ਵਿੱਚ ਬਣੀ ਹੋਈ ਕੋਈ ਚੀਜ਼ ਨਹੀਂ ਖਾਂਦਾ, ਕੋਈ ਸਟੀਲ ਦੀ ਜਾਂ ਜਿਹੜੀ ਚੀਜ਼ ਆਦਮੀ ਦੇ ਢਿੱਡ ਦੇ ਵਿੱਚ ਜਾਊਗੀ ਧਰਤੀ ਨੇ ਕਿਸਾਨ ਦੇ ਖੇਤ ਤੋਂ ਉਪਜਣੀ ਆ। ਤੇ ਹਰ ਇੰਨੀ ਡਿਮਾਂਡ ਹੈ ਇਸ ਦੀ ਸਾਰੀ ਦੀ। ਜੇ ਕਾਰਪੋਰੇਟ ਨੇ ਕੀ ਦੇਖਿਆ, ਕਾਰਾਂ ਵਿਕਣੀਆਂ ਬੰਦ ਹੋ ਗਈਆਂ, ਇਹਨਾਂ ਨੇ 15 ਸਾਲ ਤੋਂ ਘਟਾ ਕੇ 10 ਸਾਲ ਕਰਤੇ ਵੀ ਹੋਰ ਵੱਧ ਵੇਚਾਂਗੇ। ਪਰ ਕਰੋਨਾ ਦੇ ਵਿੱਚ ਕੀ ਹੈ ਵੀ ਖੇਤੀਬਾੜੀ ਜਿਹੜੀ ਧੰਦਾ ਆ, ਹਰ ਇੱਕ ਆਦਮੀ ਨੂੰ ਡਿਮਾਂਡ ਹੈ ਫੂਡ ਦੀ, ਇਹਦੇ ਕਬਜ਼ਾ ਕਰੀਏ। ਅੱਜ ਜਿਹੜੀ ਇਹ ਲਾਂਘੇ ਖੁੱਲਦੇ ਨੇ, ਇਹ ਸਿੱਖਾਂ ਵਾਸਤੇ ਨਹੀਂ ਖੁੱਲ ਰਹੇ ਲਾਂਘੇ, ਇਹ ਲਾਂਘੇ ਕਾਰਪੋਰੇਟ ਵਾਸਤੇ ਖੁੱਲਦੇ ਨੇ। ਇਹ ਦੁਨੀਆ ਦਾ ਉਹ ਅੱਡਾ ਆ ਹਰਿਆਣਾ, ਪੰਜਾਬ, ਸਾਰੇ ਇੰਡੀਆ ਦਾ ਜਿਹੜਾ ਮਾਲ ਹੈ ਇੱਥੇ ਆਣਾ ਆ, ਇੱਥੋਂ ਅਰਬ ਕੰਟਰੀ ਨੂੰ ਵੀ ਜਾਣਾ ਆ, ਯੂਰਪ ਨੂੰ ਵੀ ਜਾਣਾ ਆ। ਇਹ ਕਾਰਪੋਰੇਟ ਵਾਸਤੇ ਲਾਂਘੇ ਖੁੱਲ ਰਹੇ ਨੇ। ਵਰਲਡ ਵਾਈਡ ਸਿਸਟਮ ਹੈ। ਜਿਹੜਾ ਬੈਨੀਫਿਟ ਕਿਸਾਨ ਨੂੰ ਮਿਲਣਾ ਚਾਹੀਦਾ, ਜਿਵੇਂ ਹਿੰਦੁਸਤਾਨ ਦੀ ਬਾਸਮਤੀ ਹੈ ਜਿਹੜੀ 11 ਕੀ ਪੂਰੀ ਦੁਨੀਆ 'ਚ ਡਿਮਾਂਡ ਹੈ ਉਹਦੀ, ਪਰ ਕਿਸਾਨ ਅਮੀਰ ਹੋ ਜਾਏਗਾ। ਕਿਸਾਨ ਅਮੀਰ ਹੋ ਜਾਏਗਾ, ਰਾਜ ਕਰਨ ਵਾਲੇ ਲੋਕਾਂ ਨੂੰ ਔਖਾ ਹੋ ਜਾਏਗਾ, ਉਹ ਲੜਨਗੇ। ਅੱਜ ਪੂਰੇ ਦੇਸ਼ ਦੇ ਕਿਸਾਨ ਅੰਦੋਲਨ 'ਚ ਕਿਉਂ ਨਹੀਂ ਆ ਸਕੇ? ਹਰਿਆਣੇ ਪੰਜਾਬ ਦਾ ਕਿਸਾਨ ਅੰਦੋਲਨ 'ਚ ਕਿਉਂ ਆਇਆ? ਇੱਥੇ APMC ਮੰਡੀ ਹੈ, MSP ਦੇ ਧਾਨ ਦਾ ਗੇਹੂੰ ਵਿਕਦੀ ਹੈ, ਉਹਨਾਂ ਲੋਕਾਂ ਕੋਲ ਪੈਸਾ ਨਹੀਂ ਹੈਗਾ। 700-800 ਰੁਪਏ ਦਾ ਖਰਚਾ ਆ, 900 ਰੁਪਏ 1000 ਰੁਪਏ ਜਿਹੜੀ ਆਪਣਾ ਝੋਨਾ ਵਿਕਦਾ, ਇਹਨਾਂ ਦਾ ਖਰਚਾ ਹੀ ਆ। ਉਹ ਉਸ ਰੇਟ ਵੀ ਨਾ ਵਿਕੇ, ਹੋਰ ਡਾਊਨ ਕਮਜ਼ੋਰ ਹੋ ਜਾਂਦੇ ਨੇ। 10% ਦਾ ਹੀ ਪੈਸਾ ਨਹੀਂ ਮਿਲਦਾ, ਸਾਨੂੰ 1.5% ਤੇ ਪੈਸਾ ਮਿਲਦਾ ਸੀ। ਉਹ ਲੋਕ ਅੰਦੋਲਨ ਕਰਨ ਦੇ ਸਾਨੂੰ ਵੀ ਇਹ ਸੋਚਦੇ ਇਹੀ ਖਿੱਤਾ ਆ, ਇਹ ਖਿੱਤਾ ਇਹੋ ਜਿਹਾ ਖਿੱਤਾ, ਇਹਨੇ ਦੁਨੀਆ ਦਾ ਸਿਕੰਦਰ ਆਇਆ, ਉਹਨੂੰ ਮੂੰਹ ਦੀ ਖਾਣੀ ਪਈ। ਮੁਗਲ ਆਏ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਅੰਗਰੇਜ਼ ਆਏ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਖਿੱਤੇ ਨੂੰ ਕਮਜ਼ੋਰ ਕਰਨ ਵਾਸਤੇ ਜਿਵੇਂ ਸਾਰੇ ਦੇਸ਼ ਤੇ ਰਾਜ ਬੜਾ ਸੌਖਾ ਹੋ ਜਾਂਦਾ ਆ, ਲੇਕਿਨ ਜਦ ਇਸ ਧਰਤੀ ਤੇ ਆਉਂਦੇ ਆ, ਕੋਈ ਵੀ ਰਾਜ ਆਇਆ ਇਸ ਦੇਸ਼ ਦੇ ਵਿੱਚ, ਉਹਨੂੰ ਇੱਥੋਂ ਮੂੰਹ ਦੀ ਖਾਣੀ ਪੈਂਦੀ ਹੈ। ਇਸ ਕਰਕੇ ਸਾਨੂੰ ਡਾਊਨ ਕਰਨ ਵਾਸਤੇ, ਇੱਥੇ ਦੀ APMC ਮੰਡੀ ਨੂੰ ਖਤਮ ਕਰਨ ਵਾਸਤੇ, ਤਾਂ ਹੀ ਤਾਂ ਅਸੀਂ ਕਿਹਾ ਸੀ ਵੀ ਮੰਡੀ ਗਈ। ਸਾਰਾ ਕਾਨੂੰਨ ਨਹੀਂ ਲੋਕਾਂ ਦੀ ਸਮਝ ਆਉਣਾ ਸੀ। ਸਭ ਤੋਂ ਪਹਿਲਾਂ ਅਸੀਂ ਜਿਹੜੇ ਕੁਰੂਕਸ਼ੇਤਰ ਦੇ ਵਿੱਚ ਵੀ ਮੀਟਿੰਗ ਹੋਈ, ਅਸੀਂ ਇਹੀ ਕਿਹਾ ਭਾਈ ਹਰਿਆਣੇ ਪੰਜਾਬ ਦੇ ਲੋਕਾਂ ਨੂੰ ਕਹੋ ਮੰਡੀ ਗਈ, ਆਪਾਂ ਨੇ ਮੰਡੀ ਬਚਾਣੀ ਹੈ। ਹਰਿਆਣਾ ਪੰਜਾਬ ਦਾ ਅੰਦੋਲਨ ਨਹੀਂ ਹੈ, ਸਭ ਦਾ ਅੰਦੋਲਨ ਹੈਗਾ। ਤੇ ਜਿਹੜਾ ਇਹ ਕਹਿ ਰਹੇ ਨੇ ਹੁਣ ਜਿਹੜੀ ਬਦਵਿਸ਼ਵਾਸੀ ਹੋ ਗਈ ਹੈ ਸਿਆਸਤ ਤੇ ਆਮ ਇਨਸਾਨ ਵਾਸਤੇ, ਉਹ ਕਿੱਦਾਂ ਜਾਏਗੀ? ਤੁਸੀਂ ਕਿਸ ਤਰ੍ਹਾਂ ਸੋਚ ਰਹੇ ਹੋ ਕਿ ਲੋਕਾਂ ਨੂੰ ਆਪਣੇ ਨਾਲ ਕਿੱਦਾਂ ਜੋੜੋਗੇ, ਉਹਨਾਂ ਦੀ ਆਵਾਜ਼ ਕਿੱਦਾਂ ਸੁਣੋਗੇ? ਦੇਖੋ ਹੁਣ ਜੇ ਆਪਣੀ ਸਾਡੀ ਨਿੱਜੀ ਗੱਲਾਂ ਹੋਵੇ, ਅਸੀਂ ਤੇ ਇਹਨਾਂ ਦੇ ਬਰਾਬਰ ਚੱਲੇ ਆ। ਅਸੀਂ ਤੇ ਜੋ ਜਿੱਦਾਂ ਇਹਨਾਂ ਦੇ ਸਮਰਥਨ 'ਚ ਡੇ 1 ਤੋਂ ਬੈਠੇ 7 ਦਸੰਬਰ ਦੇ ਅਸੀਂ ਲਗਾਤਾਰ ਧਰਨਾ ਦੇ ਰਹੇ ਹਾਂ। ਸਾਡੇ ਮਨ 'ਚ ਦਰਦ ਸੀ, ਸਾਡੇ ਤੁਹਾਨੂੰ ਸਾਹਮਣੇ ਬਾਰ-ਬਾਰ ਠਾਉਣ ਦੀ ਵੀ ਇੱਥੇ ਲੋੜ ਪਈ, ਪੁਲਿਸ ਵੀ ਆਉਂਦੀ ਰਹੀ, ਪਰ ਅਸੀਂ ਨਹੀਂ ਉਠੇ। ਆਮ ਹੁੰਦਾ ਕਿ ਜਦੋਂ ਪੁਲਿਸ ਫੜ ਕੇ ਇੱਕ ਵਾਰੀ ਲੈ ਜੇ ਥਾਣੇ ਤੋਂ ਬਾਅਦ ਲੀਡਰ ਘਰਾਂ ਨੂੰ ਚਲੇ ਜਾਂਦੇ, ਪਰ ਅਸੀਂ ਤੇ ਨਹੀਂ ਗਏ। ਇਹ ਦ੍ਰਿੜਤਾ ਹਰ ਲੀਡਰ ਨੂੰ ਆਪਣੇ ਅੰਦਰ ਲਿਆਉਣੀ ਪਊਗੀ।
ਵੀ ਜੇ ਲੋਕ ਮੁੱਦੇ ਦ੍ਰਿੜਤਾ ਨਾਲ ਠਾਉਣੇ ਪੈਣੇ ਆ, ਹੱਡ ਗੱਲਣੇ ਪੈਣੇ ਆ। ਇਹ ਨਹੀਂ ਗੱਲ ਕਿ ਲੋਕ ਹੀ ਉੱਠ ਕੇ ਧਰਨੇ ਲਾਉਣਗੇ, ਤੇ ਜੇ ਕੋਈ ਧਰਨਾ ਲੱਗਦਾ ਉਹਦਾ ਹੱਲ ਨਿਕਲਣਾ ਚਾਹੀਦਾ ਕਾਨੂੰਨ ਦੇ ਮੁਤਾਬਕ। ਅੱਜ ਕੱਲ ਲੋਕਾਂ ਨੂੰ ਮੁਸ਼ਕਲ ਕਿਸ ਗੱਲ ਦੀ, ਕਾਨੂੰਨ ਦੇ ਮੁਤਾਬਕ ਉਹਨਾਂ ਦੇ ਹੱਕ ਤੱਕ ਵੀ ਉਹਨਾਂ ਨੂੰ ਮਿਲਦੇ ਨਹੀਂ। ਥਾਣੇ ਕੋਈ ਕੰਮ ਹੋਵੇ ਤੇ ਫਿਰ ਐਮਐਲਏ ਐਮਪੀ ਨੂੰ ਲੱਭਣਾ ਪੈਂਦਾ ਵਾਏ ਕਿਉਂ? ਇਹ ਚੀਜ਼ਾਂ ਦੇ ਸਾਨੂੰ ਪਹਿਰੇ ਦੇਣੇ ਪੈਣਗੇ ਸਾਰਿਆਂ ਨੂੰ। ਇਕੱਲੇ ਇੱਕ ਦੀ ਗੱਲ ਨਹੀਂ। ਦੇਖੋ ਹਰ ਪਾਰਟੀ ਚੰਗੇ ਮਾੜੇ ਬੰਦੇ ਹੁੰਦੇ, ਮੈਂ ਇਹ ਨਹੀਂ ਕਹੂੰਗਾ ਕਿ ਕਿਸੇ ਦੇ ਮਾੜੇ ਚੰਗੇ ਹਰ ਇੱਕ ਦਾ ਹੀ ਹੋਊਗਾ, ਪਰ ਲੋਕ ਮੁੱਦੇ ਜਿਹੜੇ ਆ, ਲੋਕਾਂ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੇ ਵਾਅਦੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਕਰਦੇ ਹਾਂ, ਜਿਸ ਤਰੀਕੇ ਨਾਲ ਇਲੈਕਸ਼ਨ ਤੋਂ ਪਹਿਲਾਂ ਲੋਕਾਂ 'ਚ ਵਿਚਰਦੇ ਹਾਂ, ਜਿਹੜੀ ਨਿਮਰਤਾ ਸਾਡੇ 'ਚ ਪਹਿਲਾਂ ਹੁੰਦੀ ਹੈ, ਜਿਹੜਾ ਦੁੱਖ ਦਰਦ ਸਾਡੇ ਦਿਲ ਦੇ ਅੰਦਰ ਪਹਿਲਾਂ ਹੁੰਦਾ, ਉਹਨੂੰ ਐਜ਼ ਇਟ ਇਜ਼ ਤੁਹਾਨੂੰ ਰਿਕਾਰਡ ਕਰਕੇ ਆਪਣੇ ਘਰ ਦੇ ਲੱਗ ਆਪਣੇ ਡਰਾਇੰਗ ਰੂਮ ਜਾਂ ਬੈਡਰੂਮ 'ਚ ਰੱਖਣਾ ਪਊਗਾ ਤੇ ਸਵੇਰੇ ਵੇਖਣਾ ਪਊਗਾ ਭਈ ਉਦੋਂ ਮੈਂ ਕੀ ਕਹਿੰਦਾ ਸਾਂ, ਉਦੋਂ ਮੈਂ ਕਿੱਦਾਂ ਗੱਲ ਕਰਦਾ। ਹਾਂ, ਕੁਝ ਕਾਨੂੰਨੀ ਨੁਕਤੇ ਹੁੰਦੇ ਜਿਹੜੇ ਨਹੀਂ ਹੱਲ ਹੋ ਸਕਦੇ, ਤਦ ਬਹਿ ਕੇ ਅਸੀਂ ਲੋਕਾਂ 'ਚ ਵੀ ਰੱਖ ਸਕਦੇ ਵੀ ਆਹ ਮੁਸ਼ਕਲ ਹੈ, ਇਹਦਾ ਆਹ ਕਾਰਨ ਹੈ ਜਿਹੜਾ ਨਹੀਂ ਹੱਲ ਹੋ ਸਕਿਆ। ਮੈਂ ਕੋਸ਼ਿਸ਼ ਕੀਤੀ, ਸਾਡੀ ਪਾਰਟੀ ਨੇ ਕੋਸ਼ਿਸ਼ ਕੀਤੀ ਹੈ, ਅਸੀਂ ਇਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਫਿਰ ਤੁਹਾਨੂੰ ਦੱਸਾਂ, ਚਲੋ ਇਹ ਸਾਰੇ ਭਾਈਜਾਨ ਇਹਨਾਂ ਦਾ ਤੇ ਬਹੁਤ ਵੱਡਾ ਸੰਘਰਸ਼ ਹੈ। ਸਾਡੀ ਪਾਰਟੀ ਨੇ ਫਿਰ ਵੀ ਮੈਕਸਿਮਮ ਹਿੱਸਾ ਜੇ ਦੇਸ਼ 'ਚ ਪਾਇਆ ਤੇ ਕਾਂਗਰਸ ਨੇ ਹੀ ਪਾਇਆ। ਚਾਹੇ ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ਦੇਖ ਲਓ, ਚਾਹੇ ਹੁਣ ਪਾਰਲੀਮੈਂਟ ਦੇ ਅੰਦਰ ਜਾਣ ਦੀ ਦੇਖ ਲਓ, ਚਾਹੇ ਸਾਡੇ ਇੱਥੇ ਬੈਠਿਆਂ ਦੀ ਗੱਲ ਦੇਖ ਲਓ। ਜੇ ਇਹਨਾਂ ਨੂੰ ਪੁੱਛ ਲਓ ਹਰਿਆਣੇ 'ਚ ਕੀ ਹਾਲ ਹੋਈ ਆ, ਪੰਜਾਬ ਦੇ ਵਿੱਚ ਕਾਂਗਰਸ ਨੇ ਤੇ ਕੋਈ ਇਹੋ ਜਿਹਾ ਨਹੀਂ ਕੀਤਾ ਨਾ। ਚਲੋ ਕਿਤੇ ਕਾਨੂੰਨ ਤੋੜਿਆ, ਦੇਖੋ ਅਸੀਂ ਇਹਨੇ ਜਿਵੇਂ ਐਜੀਟੇਸ਼ਨ ਦਾ ਸਾਨੂੰ ਅਧਿਕਾਰ ਹੈ ਗੱਲ ਕਹਿਣ ਦਾ, ਅਧਿਕਾਰ ਹਰ ਇੱਕ ਨੂੰ ਬਰਾਬਰ ਹੈ, ਚਾਹੇ ਕੋਈ ਲੀਡਰ ਹੈ ਚਾਹੇ ਕੋਈ ਵੀ ਹੈ, ਗੱਲ ਹਰ ਇੱਕ ਨੂੰ ਆਪਾਂ ਕਹਿ ਸਕਦੇ ਹਾਂ, ਆਪਾਂ ਉਹਨੂੰ ਸਾਡੀ ਵੀ ਸੁਣਨੀ ਚਾਹੀਦੀ ਆ, ਅਸੀਂ ਉਹਦੀ ਸੁਣਦੇ ਹਾਂ। ਸੋ ਉੱਥੇ ਕਿਤੇ ਨਾ ਕਿਤੇ ਹੋਈ ਹੋਊਗੀ, ਅਦਰਵਾਈਜ਼ ਅਸੀਂ ਸਾਡੀ ਪਾਰਟੀ ਨੇ ਪੂਰਾ ਸਮਰਥਨ ਕੀਤਾ ਆ, ਔਰ ਅਸੀਂ ਵੀ ਹਮੇਸ਼ਾ ਹੀ ਕੋਈ ਵੀ ਗੱਲ ਜਿਹੜੀ ਆ ਉਹ ਮੁੱਦੇ ਦੇ ਔਰ ਜਿਹੜੀਆਂ ਲੋੜਾਂ ਨੇ, ਜਿਹੜੀਆਂ ਆਮ ਪਬਲਿਕ ਦੀਆਂ ਲੋੜੀਆਂ ਨੇ, ਉਹਦੇ ਨੇੜੇ ਹੋ ਕੇ ਕੀਤੀ। ਜੇ ਅੱਜ ਅਸੀਂ ਦ੍ਰਿੜਤਾ ਨਾਲ ਬੈਠੇ ਤਾਂ ਆ ਬਿੱਟੂ ਜੀ ਬੈਠੇ ਆ, ਡਿੰਪਾ ਜੀ ਇੱਥੇ ਹੈ ਨਹੀਂਗੇ, ਅਸੀਂ ਪਹਿਲੇ ਦਿਨ ਪੁੱਛਿਆ ਇਹਨਾਂ ਨੂੰ ਕੀ ਹਾਲਾਤ 'ਚ ਬੈਠੇ ਸਾਂ, ਅਸੀਂ ਭੱਜ ਸਕਦੇ ਸਾਂ, ਭਜਾ ਸਕਦੇ ਸੀ, ਅਸੀਂ ਛੱਡ ਕੇ ਜਾ ਸਕਦੇ ਹਾਂ। ਬਹੁਤ ਇਹੋ ਕਾਰਨ ਨਹੀਂ ਹੈ ਕਿ ਜਿਹੜੀ ਬਦਵਿਸ਼ਵਾਸੀ ਵੱਧ ਗਈ ਹੈ ਕਿ ਅੱਜ ਤੁਹਾਨੂੰ ਲੱਗਦਾ ਕਿ ਅਸੀਂ ਬੜੀ ਦ੍ਰਿੜਤਾ ਨਾਲ ਕੀਤੀ ਹੈ, ਪਰ ਜਿੰਨੀਆਂ ਘਟਨਾਵਾਂ, ਜਿੰਨੀਆਂ ਮੌਤਾਂ ਕਿਸਾਨਾਂ ਨੇ ਦੇਖੀਆਂ ਉਹ ਤਾਂ ਤੁਸੀਂ ਨਹੀਂ ਸਾਰੀਆਂ। ਦੇਖੋ ਜੀ, ਗੱਲ ਇਹ ਆ, ਅਸੀਂ ਲੋਕ ਤਾਂ ਜੇ ਕੋਈ ਵੀ ਕਮੀ ਰਹਿ ਗਈ ਆਪਰੇਸ਼ਨ ਵੱਲੋਂ ਉਹਦੀ ਮਾਫੀ ਮੰਗਦੇ ਆ। ਅੱਗੇ ਤੋਂ ਹੋਰ ਬੜਾ ਕੁਝ, ਇਹ ਤਾਂ ਰੋਜ਼ ਜਿਹੜੇ ਆ ਮੈਂ ਸਮਝਦਾ ਤਬਦੀਲੀ ਬੰਦੇ 'ਚ ਆਉਂਦੀ ਆ, ਰੋਜ਼ ਬੰਦਾ ਸਿੱਖਦਾ, ਉਹ 'ਚ ਹੋਰ ਸੁਧਾਰ ਕਰਾਂਗੇ। ਜਿਹੜੀ ਹੁਣ ਇੱਥੇ ਤੱਕ ਤਾਂ ਲੜਾਈ ਲੜ ਰਹੀ ਤੇ ਜਿੱਤ ਗਈ। ਹੁਣ ਅੱਗੇ ਜਿਹੜੀ ਗੱਲ ਇਹਨਾਂ ਨੇ ਇੱਕ ਬੜੀ ਗੱਲ ਕੀਤੀ ਸੀ ਵੀ APMC ਮੰਡੀਆਂ, ਅੱਜ ਸਾਡੇ ਕੋਲ 7500 ਮੰਡੀਆਂ ਹੈ। ਮੰਡੀਕਰਨ ਹੀ ਆ ਨਾ, ਜੇ ਪੰਜਾਬ 'ਚ ਮੰਡੀਕਰਨ ਠੀਕ ਆ ਤੇ ਤਾਂ ਹੀ ਸਭ ਕੁਝ ਠੀਕ ਆ। ਅੱਜ ਜੇ ਹਰ 5 ਕਿਲੋਮੀਟਰ ਤੇ ਮੰਡੀ ਦੀ ਗੱਲ ਕਰੀਏ ਤਾਂ ਤਕਰੀਬਨ 42000 ਮੰਡੀਆਂ ਜਿਹੜੀਆਂ ਦੇਸ਼ 'ਚ ਚਾਹੀਦੀਆਂ, ਉਹ ਮੁੱਦਾ ਪਾਰਲੀਮੈਂਟ 'ਚ ਗੱਲ ਜਿਹੜਾ ਇਹਨਾਂ ਨੇ ਹੁਣ ਸਾਨੂੰ ਇਹ ਗੱਲਾਂ ਹਰ ਬੰਦੇ ਦੇ ਮਨ ਤੇ ਆ ਗਈਆਂ। ਉਹ ਇਹਨਾਂ ਤੋਂ ਅੱਗੇ ਕਿਹਨੂੰ ਪਤਾ ਸੀ ਵੀ ਪੰਜਾਬ ਦਾ ਮੰਡੀਕਰਨ ਬਾਕੀ ਸਟੇਟਾਂ ਨੂੰ ਪਤਾ ਹੀ ਨਹੀਂ ਸੀ। ਇਸ ਐਜੀਟੇਸ਼ਨ ਸਭ ਨੂੰ ਇਹ ਦੱਸਦਾ ਵੀ ਇਹ ਭਾਈ MSP ਕੀ ਆ, ਕੀ MSP ਦੇ ਫਾਇਦੇ ਨੇ, ਤੇ ਉਦੋਂ ਬਾਅਦ ਕੀ ਮੰਡੀਕਰਨ ਆ, ਕਿਵੇਂ ਇਹ ਨੈਟਵਰਕ ਸਾਰਾ ਬਣਿਆ ਹੈ ਆਪਣੇ ਪੰਜਾਬ ਦੇ ਵਿੱਚ। ਜੇ ਮੰਡੀ ਬੋਰਡ ਜਿਹੜਾ ਕੰਮ ਕਰਦਾ ਏ, ਉਹ APMC ਜੇ ਮੰਡੀਆਂ ਬਣੀਆਂ, ਉੱਥੇ ਕਲੈਕਸ਼ਨ ਹੁੰਦੀ ਆ, ਪੈਸਾ ਹੁੰਦਾ, ਪੈਸੇ ਨਾਲ ਰੂਰਲ ਰੋਡਸ ਬਣਦੀਆਂ। ਅੱਜ ਤਾਂ ਹੀ UP ਦਾ ਹਾਲਾਤ ਦੇਖੋ ਨਾ, ਮੱਧ ਪ੍ਰਦੇਸ਼ ਦੇ ਹਾਲਾਤ ਦੇਖੋ ਨਾ। ਇਹ ਚੀਜ਼ਾਂ ਨੇ ਜਿਹੜੀਆਂ ਹੁਣ ਸਾਨੂੰ ਅੱਗੇ ਇਹ ਕਮਜ਼ੋਰੀ ਕਿੱਦਾਂ ਰਹੀ? ਇੱਕ ਪਾਰਟ ਤੇ ਪੰਜਾਬ ਐਂਡ ਹਰਿਆਣਾ ਅੱਗੇ ਰਿਹਾ, ਬਟ ਬਾਕੀ ਦੇਸ਼ ਨੂੰ ਕਿਉਂ ਭੁਲਾਇਆ ਗਿਆ? ਤੁਹਾਡੇ ਕੋਲ ਵੀ ਸਰਕਾਰ ਕਾਫੀ, ਮਤਲਬ 70 ਸਾਲ ਤੇ ਨਹੀਂ, ਚਲੋ 65 ਸਾਲ ਤੇ ਰਹੀ ਨਾ। ਨਹੀਂ, ਹੁਣ ਤੁਸੀਂ ਪੰਜਾਬ ਦਾ ਮੁਕਾਬਲਾ ਕਿਸੇ ਨਾਲ ਕਿਵੇਂ ਕਰ ਲਓਗੇ? ਇਹ ਤਾਂ ਮੰਨਣਾ ਪਊਗਾ। ਪੰਜਾਬ ਤਾਂ ਇੱਕ ਪ੍ਰਮਾਤਮਾ ਦੀ ਮਿਹਰ ਨਾਲ ਐਸੀ, ਗੁਰੂ ਨਾਨਕ ਦੀ ਮੈਂ ਸਮਝਦਾ ਉੱਥੇ ਇੰਨੀ ਮਿਹਰ ਆ, ਉਹ ਆਪ ਖੇਤੀ ਉਹਨਾਂ ਨੇ ਕੀਤੀ ਕਰਤਾਰਪੁਰ ਸਾਹਿਬ, ਤੇ ਉਹ ਕਿਰਪਾ ਜਿਹੜੀ ਉਹ ਪੰਜਾਬ ਤਾਂ 5 ਦਰਿਆਵਾਂ ਦੀ ਧਰਤੀ ਪੰਜਾਬ ਹੀ ਆ। ਉਹ ਚੀਜ਼ਾਂ ਫਟਲਾਏ, ਜਿੰਨੀ ਜ਼ਮੀਨ ਮੈਂ ਸਮਝਦਾ ਉਪਜਾਊ ਆ, ਜਾਂ ਸਾਡੇ ਲੋਕ ਜਿੰਨੇ, ਮੈਂ ਇਹ ਨਹੀਂ ਕਿਸੇ ਨੂੰ ਕਹੂੰਗਾ ਵੀ ਕੋਈ ਘੱਟ ਨੇ, ਪਰ ਜਿੰਨਾ ਪੰਜਾਬੀ ਮਿਹਨਤੀ ਆ, ਜਿੰਨਾ ਪੰਜਾਬੀ ਟੈਕਨੋਲੋਜੀ ਨੂੰ ਸਮਝਦਾ, ਟੈਕਨੀਕ ਨੂੰ ਸਮਝਦਾ, ਕੰਮ ਕਰਨਾ ਜਾਣਦਾ, ਉਹ ਮੈਂ ਸਮਝਦਾ ਹੁਣ ਅੱਗੇ ਪੰਜਾਬੀਆਂ ਤੋਂ ਤਾਂ ਇਹ ਤੋਂ ਬਾਅਦ ਮੈਂ ਸਮਝਦਾ ਸਾਰੇ ਇੱਕ ਜਿਵੇਂ ਹੈਡਮਾਸਟਰ ਹੁੰਦਾ ਏ, ਬਾਕੀ ਸਟੇਟਾਂ ਵਾਲੇ ਜਿਵੇਂ ਹੁਣ ਇਹਨਾਂ ਨਾਲ ਰਲ ਗਏ ਨੇ, ਬਹਿ ਕੇ ਇੱਥੇ ਗੱਲਾਂ ਹੋਈਆਂ, ਤੇ ਤੁਸੀਂ ਇਹ ਦੇਖਿਓ ਸਰਕਾਰਾਂ ਦਾ ਜੋ ਕਰਨਗੀਆਂ, ਪਰ ਜਿਹੜੇ ਆਪਸੀ ਇਹਨਾਂ ਦੇ ਸੰਬੰਧ ਬਣ ਗਏ, ਪੰਜਾਬ ਵਰਗੇ ਹੀ ਦੂਜੇ ਸੂਬੇ ਵੀ ਬਣਨਗੇ। ਪਰ ਆਪਾਂ ਪਹਿਲਾਂ ਜਦੋਂ ਗ੍ਰੀਨ ਰੈਵੋਲੂਸ਼ਨ ਵੇਲੇ ਕਈ ਚੀਜ਼ਾਂ ਆਪਾਂ ਨੂੰ ਮਿਲ ਗਈਆਂ ਜਿਹੜੀਆਂ ਕਿ ਬਾਕੀ, ਹੁਣ ਯੂਨੀਵਰਸਿਟੀ ਆਪਣੇ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਬਣੀ, ਚਾਹੇ ਕੈਰੋਂ ਸਾਹਿਬ ਸੀ, ਚਾਹੇ ਨਹਿਰੂ ਸਾਹਿਬ ਸੀ, ਸਭ ਨੇ ਬਣਾਏ। ਡੈਮ ਆਪਣੇ ਕੋਲ ਭਾਖੜਾ ਨੰਗਲ ਵਰਗੇ ਸਭ ਤੋਂ ਕਈ ਚੀਜ਼ਾਂ ਜਿਹੜੀਆਂ ਉਹ ਆਪਾਂ ਆਪਣੇ ਕੋਲ ਹੀ ਨੇ, ਪਰ ਇਹ ਚੀਜ਼ਾਂ ਹੌਲੀ ਹੌਲੀ ਸਟੇਟਾਂ 'ਚ ਹੋ ਰਹੀਆਂ, ਤਾਂ ਹੀ ਤਾਂ ਹੁਣ
ਇਹ ਵੀ ਗੱਲ ਨੂੰ ਸਮਝੋ ਨਾਲ, ਤਾਂ ਹੀ ਆਪਾਂ ਨੂੰ ਭੁਗਤਣਾ ਵੀ ਪੈ ਰਿਹਾ। ਪਹਿਲਾਂ ਆਪਾਂ ਜਿਹੜਾ ਚਾਹੇ ਜੁਆਇੰਟ ਪੰਜਾਬ ਲਾ ਲਓ, ਚਾਹੇ ਸਾਰਾ ਇਹ ਦੇਸ਼ ਨੂੰ ਅਨਾਜ ਦਿੰਦਾ ਸੀ। ਅੱਜ ਇਹ ਤਾਂ ਹੀ ਅੱਖਾਂ ਦਿਖਾਉਂਦੇ ਆ ਥੋੜੀਆਂ ਜੀਆਂ ਕਿ ਅਨਾਜ ਹੋਰ ਪਾਸੇ ਵੀ ਹੋਣ ਲੱਗ ਗਿਆ। ਉਹ ਗੱਲਾਂ ਬਾਅਦ ਚ ਕਰਾਂਗੇ, ਪਰ ਅੱਜ ਤਾਂ ਸਿਰਫ ਧਿਆਨ ਇਸ ਦਾ ਦੇਣਾ ਵੀ ਇਹ ਜਿਹੜਾ ਐਜੀਟੇਸ਼ਨ ਹੋਇਆ, ਅਸੀਂ ਤਾਂ ਇਹਨੂੰ ਸਮਰਪਿਤ। ਅੱਜ ਜੇ ਅਸੀਂ ਧਰਨੇ ਤੇ, ਜਿਵੇਂ ਔਜਲਾ ਸਾਹਿਬ ਨੇ ਕਿਹਾ, ਮੈਂ ਡਿੰਪਾ ਕਿਉਂ ਨਾ ਬਹਿ ਗਿਆ ਜੀ ਕਿਸੇ ਹੋਰ ਪਾਰਟੀ ਦਾ, ਅਸੀਂ ਆਪਣੇ ਆਪ ਨੂੰ ਕਹਿੰਦੇ ਰਹੇ, ਅਸੀਂ ਆਪਣੇ ਐਮਐਲਏ ਨੂੰ ਕਹਿੰਦੇ ਰਹੇ ਆ ਵੀ ਇਹ ਲੋਕਾਂ ਦਾ ਦਰਦ ਆ ਜਿਹੜਾ ਉਹਨੂੰ ਦੇਖੋ। ਜੇ 40 ਵਿੱਚ ਸਿਰਫ 37 ਦਾ ਦਰਦ ਨਹੀਂ ਹੈ, ਸਿਰਫ 3 ਦਾ ਦਰਦ ਨਿਕਲਿਆ। ਮੈਂ ਤਾਂ ਮੰਨਣ ਨੂੰ ਤਿਆਰ ਆ, ਅਸੀਂ ਤਾਂ ਸਭ ਨੂੰ ਇਹ ਗੱਲ ਕਹਿੰਦੇ ਰਹੇ ਆ। ਜਦੋਂ ਹੁਣ ਤੁਸੀਂ ਕਹੋਗੇ ਇਹਨਾਂ ਨਾਲ ਜੁੜੀ ਗੱਲ ਨਹੀਂ ਕਰਦਾ ਮੈਂ, ਜਦੋਂ ਮੁੱਖ ਮੰਤਰੀ ਬਣਨਾ ਹੁੰਦਾ ਜਾਂ ਹੋਰ ਤਾਂ ਫਿਰ ਬਾ ਕੇ ਉਹਦੇ ਧਰਨੇ ਵੀ ਦਿੱਲੀ 'ਚ ਲੱਗ ਜਾਂਦੇ ਆ ਰਾਮਲੀਲਾ ਮੈਦਾਨ ਤੇ ਹੁਣ ਜਦੋਂ ਵੋਟਾਂ ਲੈਣੀਆਂ ਆਉਂਦੀਆਂ ਫਿਰ ਵੀ ਬੜੀਆਂ ਗੱਲਾਂ ਹੁਣ ਕਰਦੇ ਆ ਬਾਹਰੋਂ ਜਾ ਕੇ ਵੀ ਲੋਕ। ਕਿਉਂ ਨਾ ਦਿੱਲੀ 'ਚ ਹੀ ਐਜੀਟੇਸ਼ਨ ਚੱਲ ਰਿਹਾ, ਅਸੀਂ ਕਿਉਂ ਨਾ ਨਾਲ ਬਹਿ ਗਏ ਉਹਨਾਂ ਦੇ ਪਾਰਟੀਆਂ। ਚਲੋ ਇਹ ਨਹੀਂ, ਮੈਂ ਇਸ ਗੱਲ ਨੂੰ ਇਸ ਵਾਰ ਇਸ ਇੰਟਰਵਿਊ 'ਚ ਲਿਆਣੀ ਨਹੀਂ ਚਾਹੁੰਦਾ, ਕਿਉਂਕਿ ਇਹ ਬਹੁਤ ਵੱਡਾ ਜਿਹੜੀ ਕਾਮਯਾਬੀ ਆ, ਇਹ ਬਹੁਤਾਂ ਨੂੰ ਹੁਣ ਮੈਂ ਕਈ ਗੱਲਾਂ ਕਹਿ ਨਹੀਂ ਸਕਦਾ, ਬੜਿਆਂ ਨੂੰ ਸ਼ੀਸ਼ਾ ਇਹਨਾਂ ਨੇ ਦਿਖਾਤਾ, ਚਾਹੇ ਉਹਦੇ ਵਿੱਚ ਅਸੀਂ ਸਿਆਸੀ ਪਾਰਟੀਆਂ ਏ, ਬੜਾ ਕੁਝ ਇਹਨਾਂ ਨੇ ਦਿਖਾਤਾ। ਤੇ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਹਜੇ ਤੱਕ ਜਿਹੜਾ ਅਸਲੀ, ਉਹਨੇ ਕਿਸੇ ਨੇ ਵੀ ਸਿਆਸਤ ਦੇ ਵਿੱਚ ਆਉਣ ਦੀ ਗੱਲ ਨਹੀਂ ਕੀਤੀ। ਕੋਈ ਮਤਲਬੀ ਹੋ ਸਕਦਾ ਏ ਜਾਂ ਕੋਈ ਸਿਆਸਤ ਨੂੰ ਚੰਗਾ ਸਮਝ ਸਕਦਾ, ਉਹ ਆਪਣੀ ਸੋਚ ਆ। ਮੈਂ ਤਾਂ ਇਹ ਚਾਹੂੰਗਾ, ਪਰ ਇਸ ਗੱਲ ਨੂੰ ਪਤਾ ਨਹੀਂ ਕਿਵੇਂ ਲੈਣਗੇ, ਕਿਉਂਕਿ ਜਦੋਂ ਕੋਈ ਸਿਆਸਤ 'ਚ ਕਹਿੰਦੇ ਉਹਨਾਂ ਨੂੰ ਕਹਿੰਦੇ ਆ ਜੀ ਇਹ ਇਸੇ ਕਰਕੇ ਆਏ ਸੀ, ਕੋਈ ਮਤਲਬ ਕੱਢਣ ਆਏ ਸੀ ਕੋਈ। ਪਰ ਇਹਦੇ ਵਿੱਚੋਂ ਵੀ ਜਿਹੜੇ ਪੋਲੀਟੀਕਲ ਚੰਗੇ ਜਿਹੜੇ ਆਉਣਾ ਚਾਹੁੰਦੇ ਆ, ਕਿਸੇ ਵੀ ਪਾਰਟੀ 'ਚ ਨਾ ਆਉਣ ਜਾਣ, ਚਾਹੇ ਪਾਰਟੀ ਜਾਣ, ਪਰ ਇਹਦੇ ਵਿੱਚੋਂ ਨੌਜਵਾਨਾਂ ਨੂੰ ਖਾਸ ਤੌਰ ਤੇ ਅੱਗੇ ਜੇ ਬਦਲਾਅ ਚਾਹੁੰਦੇ ਆ, ਹੁਣ ਇਹ ਤਾਂ ਫੈਸਲਾ ਹੋ ਗਿਆ ਵੀ ਇਹ ਲੋਕ ਤਕੜੇ ਨੇ, ਇਹਨਾਂ ਦੀ ਸੋਚ ਤਕੜੀ ਆ। ਤੇ ਜੇ ਇਹ ਆਪਣੇ ਆਪ ਹੀ ਪਾਰਟੀਆਂ ਕੀ ਹੁੰਦੀਆਂ ਏ, ਜਿਹੇ ਜਿਹੇ ਪਾਰਟੀਆਂ 'ਚ ਬੰਦੇ ਹੁੰਦੇ ਆ ਉਹ ਜਿਹੀਆਂ ਪਾਰਟੀਆਂ ਕੰਮ ਚੱਲਦਾ ਏ। ਤੁਹਾਡੇ ਅਦਾਰੇ, ਜੇ ਤੁਹਾਡੇ ਕੋਲ ਸਟਾਫ ਚੰਗਾ ਏ, ਤੁਹਾਡਾ ਲਿਖਣ ਵਾਲਾ ਚੰਗਾ ਏ, ਤੁਹਾਡਾ ਅਖਬਾਰ ਚੱਲਦਾ ਏ, ਤੁਹਾਡਾ ਕੈਮਰਾਮੈਨ ਚੰਗਾ ਏ, ਕਵਰ ਕਿਵੇਂ ਕਰਦਾ, ਤੇ ਉਹਦੇ ਨਾਲ ਉਹ ਚੰਗੀ ਪਿਕਚਰ ਆ ਜਾਂਦੀ ਆ। ਤੇ ਇਹ ਇਹਨਾਂ ਨੇ ਹਜੇ ਸੋਚਣਾ, ਹਜੇ ਇੱਕਦਮ ਨਹੀਂ, ਕਿਉਂਕਿ ਇਹ ਇੱਕ ਪੋਲੀਟੀਕਲ ਤੁਹਾਡੇ ਵੱਲੋਂ ਖੁੱਲਾ ਸੱਦਾ ਹੈ ਨਹੀਂ। ਇਹਨਾਂ ਨੂੰ 100% ਸੋਚ ਸਮਝ ਕੇ ਫੈਸਲਾ ਇਹ ਲੈਣਾ ਚਾਹੀਦਾ। ਇਹ ਨਹੀਂ ਮੈਂ ਕਹਿੰਦਾ ਆਹ ਇਲੈਕਸ਼ਨ 'ਚ ਲੈਣ, ਪਰ ਇਹਨਾਂ ਨੇ ਇਹਨਾਂ ਦੇ ਮਨ 'ਚ ਬਹੁਤ ਵਲਵਲੇ ਆ, ਤੇ ਉਹ ਵਲਵਲੇ ਜਿਹੜੇ ਆ, ਆਖਰ ਜਿਹੜਾ ਸਿਸਟਮ ਆ ਉਹ ਤਾਂ ਵਿਧਾਨ ਸਭਾ ਤੇ ਪਾਰਲੀਮੈਂਟ ਹੀ ਆ ਨਾ, ਜਿੱਥੇ ਕਾਨੂੰਨ ਬਣਦੇ ਆ। ਤੇ ਜੇ ਹਰ ਰੋਜ਼ ਤਾਂ ਆਪਾਂ ਐਜੀਟੇਸ਼ਨ ਕਰ ਨਹੀਂ ਸਕਦੇ ਹਰ ਚੀਜ਼ ਤੇ, ਕਈ ਚੀਜ਼ਾਂ ਜੇ ਆਪਣੀ ਕਲਮ ਨਾਲ ਜਿੱਥੇ ਕਾਨੂੰਨ ਬਣਦੇ ਆ ਉੱਥੇ ਬਹਿ ਕੇ ਆਪ ਕਰਨ। ਪਰ ਸਾਡੇ ਕਈ ਲੀਡਰ ਜਿਹੜੇ ਐਜੀਟੇਸ਼ਨ 'ਚ ਨਿਕਲੇ, ਪਰ ਲੀਡਰ ਬੰਦੇ ਗੱਲ ਬਦਲ ਜਾਂਦੀ ਹੈ। ਮੈਂ ਜਿੱਥੇ ਪੰਜਾਬ ਹਰਿਆਣਾ ਦੀ ਗੱਲ ਹੁੰਦੀ, ਮੈਂ ਆਂਦੀ ਤੁਹਾਡੇ ਤੇ, ਉੱਥੇ ਯੂਪੀ ਦੀ ਗੱਲ, ਯੂਪੀ ਜਾਗ ਗਿਆ ਆਪਣੇ ਹੱਕਾਂ ਵਾਸਤੇ? ਬਿਲਕੁਲ ਜਾਗ ਗਿਆ ਜੀ, ਬਹੁਤ ਅੱਛੀ ਤਰ੍ਹਾਂ ਜਾਗ ਗਿਆ। ਔਰ ਮੈਂ ਐਮਪੀ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹ ਰਿਹਾ ਕਿ ਦੇਖੋ, ਜਿਵੇਂ ਇਹਨੂੰ ਇਸ ਐਜੀਟੇਸ਼ਨ ਨੂੰ ਦਰਸਾਇਆ ਗਿਆ ਗੋਦੀ ਮੀਡੀਆ ਦੁਆਰਾ ਵੀ ਇਹ ਤਾਂ ਜੀ ਆ ਪੋਲੀਟੀਕਲ ਹੈ, ਮੈਂ ਇਸ ਚੀਜ਼ ਨਾਲ ਜ਼ਿਆਦਾ ਸਹਿਮਤ ਨਹੀਂ। ਕੋਈ ਵੀ ਚੀਜ਼ ਜਿਹੜੀ ਸੁਸਾਇਟੀ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਰਿਫਾਰਮ ਲਿਆਉਂਦੀ ਹੈ, ਉਹਦੇ ਵਿੱਚ ਪੋਲਿਟਿਕਸ ਇਨਵੋਲਵ ਹੁੰਦੀ ਹੈ। ਔਰ ਮੇਰਾ ਆਪਣਾ ਇਹ ਮੰਨਣਾ ਆ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਯੰਗਸਟਰਸ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹੁਣ ਆਪਾਂ ਕਿਹਦੇ ਲਈ ਲੜੇ? ਆਪਾਂ ਫਾਰਮਿੰਗ ਕਮਿਊਨਿਟੀ ਲਈ ਲੜੇ, ਪੂਰੇ ਦੇਸ਼ ਦੀ ਜਿਹੜੀ ਇੱਕ ਵਰਗ ਜਿਹੜੇ ਦੇਸ਼ ਦੀ ਸਭ ਤੋਂ ਵੱਡੀ ਆਬਾਦੀ ਹੈ, ਉਹਨਾਂ ਦੇ ਹੱਕਾਂ ਲਈ ਲੜੇ। ਤੋ ਇਵੈਂਚੁਅਲੀ ਉਹ ਨੇਸ਼ਨ ਬਿਲਡਿੰਗ ਦੇ ਵਿੱਚ ਹੀ ਕੰਟਰੀਬਿਊਸ਼ਨ ਕੀਤੀ ਨਾ, ਦੇਸ਼ ਦੀ ਆਉਣ ਵਾਲੀ ਪਾਲਿਸੀ ਮੇਕਿੰਗ ਦੇ ਵਿੱਚ। ਹੁਣ ਆ ਬਿੱਲ ਰੱਦ ਹੋਏ, ਇਹ ਕੀ ਆ? ਇਹ ਪਾਲਿਸੀ ਸੀਗੀ ਇੱਕ। ਤੇ ਜੇ ਪਾਲਿਸੀ ਮੇਕਿੰਗ ਨੂੰ ਅੱਜ ਦਾ ਯੂਥ ਸਮਝਦਾ ਆ ਤੇ ਵਾਈ ਨਾਟ, ਮਤਲਬ ਆਉਣਾ ਚਾਹੀਦਾ। ਹਾਂ, ਇਹ ਗੱਲ ਵੀ ਸਹੀ ਹੈ ਕਿ ਉਹਦੀ ਪੋਲੀਟੀਕਲ ਥਾਟ ਪ੍ਰੋਸੈਸ ਕਿਹਨੂੰ ਮੈਚ ਕਰਦੀ ਹੈ, ਉਹ ਆਪਣੀ ਇੱਕ ਅਲੱਗ ਵੱਖ ਲੋਕਤੰਤਰ ਦੇ ਵਿੱਚ ਹਰੇਕ ਨੂੰ ਅਧਿਕਾਰ ਹੈ। ਤੇ ਇਹ ਇੱਕ ਅੱਛਾ ਐਵਨਿਊ ਹੈਗਾ। ਜਦੋਂ ਵੀ ਕੋਈ ਇਦਾਂ ਦੀ ਰੈਵੋਲੂਸ਼ਨ ਆਈ ਹੈ, ਉਹਦੇ ਵਿੱਚੋਂ ਬੜੇ ਅੱਛੇ ਲੀਡਰਸ ਦੁਨੀਆ ਨੇ ਦੇਖੇ ਆ। ਸੋ ਕਾਂਗਰਸ ਵੀ ਆਜ਼ਾਦੀ ਦੀ ਲੜਾਈ ਚੋਂ ਨਿਕਲ ਕੇ ਆਈ ਹੈ, ਬਟ ਪ੍ਰੋਬਲਮ ਹੈ ਪਰਿਵਾਰਵਾਦ, ਉਹ ਸਭ ਵਿੱਚ ਆ ਕੇ ਫਸਾ ਦਿੰਦਾ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਨਹੀਂ, ਇੱਕ ਗੱਲ ਜਿਹੜੀ ਸਤਿਕਾਰਯੋਗ ਔਜਲਾ ਸਾਹਿਬ ਤੇ ਬਿੱਟੂ ਸਾਹਿਬ ਨੇ ਕਹੀ ਸੀਗੀ ਕਿ ਅਸੀਂ ਵੀ ਵੋਟ ਪਾਉਂਦੇ ਆ, ਕਿਸੇ ਨੇ ਬੀਜੇਪੀ ਨੂੰ ਪਾਈ ਹੈ, ਕਿਸੇ ਨੇ ਅਕਾਲੀਆਂ ਨੂੰ ਪਾਈ ਹੈ, ਕਿਸੇ ਨੇ ਆਮ ਆਦਮੀ ਨੂੰ, ਚਾਹੇ ਕਿਸੇ ਨੇ ਬੀਐਸਪੀ ਨੂੰ ਪਾਈ ਹੈ, ਪਰ ਇਹ ਸਾਰੇ ਲੋਕੀ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਪੀੜਿਤ ਸੀਗੇ। ਪਰ ਇਸ ਅੰਦੋਲਨ ਨੇ ਇਕੱਲਾ ਇਹ ਨਹੀਂ ਕਿ ਭਾਰਤ ਨੂੰ ਜਗਾਇਆ ਨੇ, ਪੂਰੇ ਵਰਲਡ ਨੂੰ ਦੱਸਿਆ ਕਿ WTO ਦੀ ਪਾਲਿਸੀ ਕੀ ਹੈ।
ਯੂਐਨਓ ਤੁਹਾਡੇ ਵਾਸਤੇ ਕੀ ਕਰਦਾ ਹੈ, WHO ਤੁਹਾਡੇ ਵਾਸਤੇ ਕੀ ਕਰ ਸਕਦਾ ਹੈ, ਤੁਹਾਡੇ ਆਪਾਂ ਤੁਸੀਂ ਯੂਐਨਓ 'ਚ ਆਪਣੀ ਗੱਲ ਕਿੱਦਾਂ ਰੱਖ ਸਕਦੇ ਹੋ, ਤੁਸੀਂ ਕਿੱਦਾਂ ਯੂਨਿਟੀ 'ਚ ਜੁੜ ਸਕਦੇ ਹੋ, ਤੁਹਾਡੀ ਰਾਈਟਸ ਕੀ ਨੇ, ਲੋਕਾਂ ਨੂੰ ਆਪਦੇ ਅਧਿਕਾਰਾਂ ਵਾਸਤੇ ਹੱਕਾਂ ਵਾਸਤੇ ਲੜਨਾ ਸਿਖਾਇਆ। ਪਰ ਜੇ ਇਹ ਗੱਲ ਕਹੀਏ ਕਿ ਅਸੀਂ ਆਏ ਆ ਸਾਨੂੰ ਦਰਦ ਆ, ਨਹੀਂ, ਇਹ ਜੇ ਇਹਨਾਂ ਨੂੰ ਦਰਦ ਸੀਗਾ ਤੇ ਇਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਸੀਗੀ। ਸਵਾਮੀਨਾਥਨ ਰਿਪੋਰਟ ਦੀ ਡਿਮਾਂਡ ਕਰਦੇ ਉੱਥੇ ਟੇਬਲ ਦੇ ਉੱਪਰ ਕਿ ਤੁਸੀਂ 2014 ਦੇ ਵਿੱਚ ਚੁਣਾਵੀ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ, ਉੱਥੇ ਪੇਪਰ ਪਾੜੇ ਜਾਂਦੇ, ਉੱਥੇ ਤੁਸੀਂ ਉਹਦਾ ਮੈਨੀਫੈਸਟੋ ਦਿਖਾਉਂਦੇ ਕਿ ਤੁਸੀਂ ਪਹਿਲੀ ਕਲਮ ਦੇ ਨਾਲ ਪਹਿਲੀ ਮੀਟਿੰਗ 'ਚ ਕਰਜ਼ਾ ਮੁਕਤੀ ਦੀ ਗੱਲ ਕੀਤੀ ਸੀਗੀ। ਇਹ ਲੋਕਾਂ ਦੇ ਪ੍ਰੈਸ਼ਰ 'ਚ ਚਾਹੇ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਚਾਹੇ ਹਨੂਮਾਨ ਬੈਨੀਵਾਲ ਨੇ ਐਨਡੀਏ ਛੱਡੀ, ਚਾਹੇ ਹੋਰ ਵੀ ਜਿੰਨੇ ਵੀ ਲੋਕ ਆਏ ਨੇ, ਉਹਨਾਂ ਨੇ ਦੇਖਿਆ ਕਿ ਲੋਕ ਲਹਿਰ ਦੇ ਵਿੱਚ ਲੋਕ ਜਾਗਰਤ ਹੋ ਚੁੱਕੇ ਨੇ। ਲੋਕ ਪੂਰੀ ਤਰ੍ਹਾਂ ਤੋਂ ਤੰਗ ਸੀਗੇ, ਇਹਨਾਂ ਤੋਂ ਪੂਰੀ ਪਬਲਿਕ ਹਰ ਇੱਕ ਮੁੱਦੇ ਤੇ ਤੰਗ ਸੀਗੀ। ਤੇ ਇਹਨਾਂ ਨੇ ਦੇਖਿਆ ਕਿ ਕੋਵਿਡ ਦੇ ਦੌਰਾਨ ਜਦੋਂ ਪੂਰੀ ਜੀਡੀਪੀ ਗਿਰੀ ਸੀਗੀ ਤੇ 3.5% ਜੀਡੀਪੀ ਕਿਸਾਨੀ ਨੇ ਵਧਾ ਕੇ ਦਿੱਤੀ ਸੀਗੀ ਤੇ ਉਹਦਾ ਰਿਜ਼ਲਟ ਹੈ। ਪਰ ਜੇ ਕਿਤੇ ਗੱਲ ਕਰੀਏ ਆਪਾਂ ਹੁਣ ਪ੍ਰਾਈਮ ਪੋਲਿਟਿਕਸ ਦੀ, ਮੈਂ ਹਜੇ ਇਸ ਗੱਲ ਨੂੰ ਨਹੀਂ ਮੰਨਦਾ, ਪਬਲਿਕ ਦਾ ਪ੍ਰੈਸ਼ਰ ਵੱਡਾ ਹੁੰਦਾ ਹੈ। ਪਬਲਿਕ ਪ੍ਰੈਸ਼ਰ ਕਰਕੇ ਹੀ ਅੱਜ ਲੋਕੀ ਨਿਕਲ ਕੇ ਆਏ ਨੇ, ਪਬਲਿਕ ਪ੍ਰੈਸ਼ਰ ਦੇ ਨਾਲ ਹੀ ਨਿਕਲ ਕੇ ਆਏ ਨੇ। ਪਰ ਜੇ ਆਪਾਂ ਪਾਰਟੀਆਂ ਦੀ ਗੱਲ ਕਿਤੇ ਕਾਂਗਰਸ ਦੇ ਵਿੱਚ ਕਿਸੇ ਸਮਾਂ ਹੁੰਦਾ ਜਿਹੜਾ ਸੇਵਾ ਦਲ ਦੀ ਗੱਲ ਹੁੰਦੀ ਸੀਗੀ, ਜਿੱਦਾਂ ਅੱਜ ਬੀਜੇਪੀ ਦੇ ਵਿੱਚ ਆਰਐਸਐਸ ਦੀ ਗੱਲ ਹੁੰਦੀ ਹੈ। ਪਰ ਅੱਜ ਜਿਹੜੀ ਰਾਜਨੀਤੀ ਦੇ ਵਿੱਚ ਇੱਕ ਮੁੰਡਾ ਮਤਲਬ ਕਿ ਇੱਕ ਯੰਗਸਟਰ ਮਿਹਨਤ ਕਰਦਾ, ਉਹ 10 ਸਾਲ ਉਹ ਗਰਾਊਂਡ ਦੇ ਉੱਪਰ ਵਰਕ ਕਰਦਾ ਹੈ, ਪਰ ਇੱਕ ਪੈਰਾਸੂਟ ਲੀਡਰ ਆਉਂਦਾ ਉਹਦੇ ਉੱਪਰ ਬਾਰੀ ਬਰਕਮ, ਉਹ ਮਤਲਬ ਕਿ ਕਾਰਪੋਰੇਟ ਲੋਬੀ ਤੋਂ ਹੁੰਦਾ ਹੈ ਤੇ ਉਹ ਕਿ ਉਹਦੀ ਸਾਰੀ ਮਿਹਨਤ ਨੂੰ ਉਹ ਤਬਾਹ ਕਰ ਦਿੰਦਾ ਹੈ। ਤੇ ਫਿਰ ਉਹ ਦੇਖਦੇ ਨੇ ਕਿ ਯਾਰ ਨਹੀਂ, ਆਪਾਂ ਨੂੰ ਆਪਣੇ ਹੱਕਾਂ ਵਾਸਤੇ ਆਪ ਲੜਨਾ ਪਊਗਾ, ਆਪ ਮੂਹਰੇ ਹੋਣਾ ਪਊਗਾ ਕਿ ਇਹ ਸਭ ਤੋਂ ਵੱਡੀ ਗੱਲ ਹੈ। ਬਾਬੇ ਨਾਨਕ ਦੀ ਥਿਊਰੀ ਤੇ ਚੱਲਿਆ ਹੋਇਆ, ਉਹਨਾਂ ਦੀ ਆਈਡੀਓਲੋਜੀ ਦੇ ਉੱਪਰ ਸੇਵਾ, ਸਬਰ, ਸਿਦਕ ਦੇ ਉੱਪਰ ਅਸੀਂ ਇਹ ਜੰਗ ਜਿੱਤੇ ਆ। ਤੇ ਇਸ ਦੌਰਾਨ ਆਪਾਂ ਨੂੰ ਕੀ ਨਹੀਂ ਕਿਹਾ ਗਿਆ, ਆਪਾਂ ਨੂੰ ਖਾਲਿਸਤਾਨੀ ਆਖਿਆ ਗਿਆ, ਅੱਤਵਾਦੀ ਆਖਿਆ ਗਿਆ, ਵੱਖਵਾਦੀ ਆਖਿਆ ਗਿਆ, ਨਕਸਲਵਾਦੀ ਆਖਿਆ ਗਿਆ। ਤੇ ਇਹ ਸ਼ਬਦ ਜਿਹੜੀ ਕਿਹਨੇ ਦਿੱਤੇ ਨੇ? ਇਹ ਜਿੱਦਾਂ ਉਹਨਾਂ ਦੇ ਕੋਲ ਮੀਡੀਆ ਸੀਗਾ, ਉਹਨਾਂ ਦੇ ਕੋਲ ਕਾਰਪੋਰੇਟ ਲੌਬੀ ਸੀ, ਉਹ ਸਾਰੇ ਪਰਦੇ ਫਾਸ ਹੋਏ ਨਾ। ਤੇ ਅੱਜ 16 ਸਾਲ ਦਾ ਮੁੰਡਾ ਲੈ ਕੇ 80 ਸਾਲ ਨਾ 85 ਸਾਲ ਦੇ ਲੋਕੀ ਸਾਡੇ ਨਾਲ ਉੱਥੇ ਬੈਠੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਇਹ ਆਖਰੀ ਜੰਗ ਹੈ ਕਿ ਜੇ ਆਪਾਂ ਇਹ ਵੀ ਹਾਰ ਗਏ ਤੇ ਕਿਤੇ ਨਾ ਕਿਤੇ ਆਪਾਂ ਆਪਣਾ ਜਿਹੜਾ ਕੀਤਾ ਹੈ, ਆਪਣੀ ਕਿਸਾਨੀ, ਆਪਣਾ ਦੇਸ਼, ਆਪਣਾ ਵਿਰਸਾ, ਆਪਣੀ ਸੰਸਕ੍ਰਿਤੀ ਆਪਾਂ ਖੋ ਜਾਵਾਂਗੇ। ਜਿਹੜੀ ਇਹਨਾਂ ਵੱਲੋਂ ਇਲਜ਼ਾਮ ਆਇਆ ਕਿ ਵੀ ਤੁਸੀਂ ਸਵਾਮੀਨਾਥਨ ਕਮਿਸ਼ਨ ਜਿਹੜਾ ਸੀਗਾ ਉਹਦਾ ਤੁਸੀਂ ਨਹੀਂ ਆਵਾਜ਼ ਚੁੱਕ ਪਾਏ। ਨਹੀਂ, ਸਵਾਮੀਨਾਥਨ ਕਮਿਸ਼ਨ ਦੀ ਅਸੀਂ ਤੇ ਐਸ ਪਰ ਮੈਂ ਕੁਝ 2017 ਚ ਬਣ ਕੇ ਆਏ ਆ, ਉਹ ਡੇ 1 ਤੋਂ ਅਸੀਂ ਚੁੱਕ ਰਹੇ ਹਾਂ ਸਰਕਾਰ ਦੇ ਵਿੱਚ। ਔਰ ਇੱਕ ਹੀ ਨਹੀਂ, ਬਹੁਤ ਮੁੱਦਿਆਂ ਦੇ ਉੱਤੇ ਜੇ ਚਾਹਣ ਤੇ ਸਾਡੇ ਸੋਸ਼ਲ ਮੀਡੀਆ ਚੈੱਕ ਕਰਕੇ ਦੇ ਸਕਦੇ ਕਿ ਜਿਹੜੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਆ। ਉਹ ਠੀਕ ਹੈ, ਕੋਈ ਨਾ ਕੋਈ ਮੁੱਦਾ ਕਿਸੇ ਦੇ ਮਾਈਂਡ 'ਚ ਹੁੰਦਾ, ਕੋਈ ਕਿਸੇ ਦੇ ਮਾਈਂਡ 'ਚ ਹੁੰਦਾ। ਅਸੀਂ ਇੰਡਸਟਰੀ ਤੋਂ ਲੈ ਕੇ ਸਵਾਮੀਨਾਥਨ ਰਿਪੋਰਟ ਤੋਂ ਲੈ ਕੇ ਬਾਰਡਰ ਦੇ ਮੁੱਦਿਆਂ ਤੋਂ ਲੈ ਕੇ ਹਰ ਮੁੱਦੇ ਤੇ ਸਰਕਾਰ ਨੂੰ ਘੇਰੀਦਾ, ਮਹਿੰਗਾਈ ਦੇ ਮੁੱਦੇ ਤੇ ਸਰਕਾਰ ਨੂੰ ਘੇਰੀਦਾ ਹੈ। ਅੱਜ ਹੁਣ ਮੈਂ ਅਟਾਰੀ ਤੋਂ ਲੈ ਕੇ ਜਲਿਆਂਵਾਲੇ ਬਾਗ ਤੱਕ ਸਾਈਕਲ ਰੈਲੀ ਚਲਾਈ ਮਹਿੰਗਾਈ ਨੂੰ ਲੈ ਕੇ। ਸੋ ਜਿਹੜਾ ਇਹਨਾਂ ਦਾ ਸੰਦਰਭ ਹੈ, ਉਹ ਇਹਨਾਂ ਦਾ ਸੰਦਰਭ ਹੋ ਰਿਹਾ। ਇਹ ਸਮਝਦੇ ਹੈ ਕਿ ਜਿਹੜਾ ਉਹ ਗੱਲ ਹੈ ਵੀ ਸਹੀ ਹੈ ਕਿ ਜੇ ਅਸੀਂ ਜਿਹੜੇ ਲੀਡਰਾਂ ਨੂੰ ਚਾਹੁੰਦੇ ਜੇ ਉਹ ਜ਼ਿੰਮੇਵਾਰੀਆਂ ਆਪਣੀਆਂ ਨਿਭਾਉਣ, ਜੇ ਉਹੀ ਐਜੀਟੇਸ਼ਨ ਕਰਨ। ਕਿਉਂਕਿ ਜੇ ਕਿਸੇ ਨੇ ਅੱਜ ਸਾਨੂੰ ਪਾਰਲੀਮੈਂਟ ਚੁਣ ਕੇ ਭੇਜਤਾ ਤੇ ਸਾਡੀ ਜ਼ਿੰਮੇਵਾਰੀ ਹੈ ਨਾ ਕਿ ਮੈਂਬਰ ਪਾਰਲੀਮੈਂਟ ਦੀ ਅੱਗੇ ਗੱਲ ਰੱਖਣੀ। ਸੋ ਉਹ ਉਹਨਾਂ ਦਾ ਸੰਦਰਭ ਉਸ ਗੱਲ ਨਾਲ ਉਹ ਬਿਲਕੁਲ ਜਾਇਜ਼ ਹੈ ਕਿ ਉਹ ਗੱਲ ਉਹਨਾਂ ਨੂੰ ਰੱਖਣੀ ਚਾਹੀਦੀ ਹੈ। ਪਰ ਅੱਜ ਜਿਸ ਤਰੀਕੇ ਨਾਲ ਚੇਂਜ ਆਇਆ, ਜਿਸ ਤਰੀਕੇ ਦੇ ਨਾਲ ਇਸ ਸੰਘਰਸ਼ ਨੇ ਇੱਕ ਨਵੀਂ ਦਿਸ਼ਾ ਦਿੱਤੀ ਹੈ ਆਉਣ ਵਾਲੀ ਜਵਾਨੀ ਨੂੰ, ਮੇਰਾ ਤੇ ਮੰਨਣਾ ਹੈ ਕਿ ਇਹਨਾਂ ਨੂੰ ਚਾਹੇ ਜੇ ਆਪ ਨਹੀਂ ਆ ਸਕਦੇ, ਭਾਵੇਂ ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਪਾਰਟੀ ਦੇ ਵਿਚਲੇ ਬੰਦਿਆਂ ਦੀ ਦੋਸ਼ੀ ਹੋ ਸਕਦਾ ਤੇ ਜੇ ਇਹ ਵਿੱਚ ਪਾਰਟੀਆਂ ਦੇ ਜਾ ਕੇ ਵੀ ਇਹਨੂੰ ਠੀਕ ਕਰ ਸਕਦੇ, ਉਹ 'ਚ ਕੀ ਮੁਸ਼ਕਲ ਹੈ? ਮੈਂ ਆਖਰੀ ਸਵਾਲ ਤੇ ਹਾਂਜੀ ਮੇਰਾ ਸਵਾਲ ਤੁਸੀਂ ਪਹਿਲੇ ਬੋਲੋ। ਮੈਂ ਇਹ ਕਹਾਂਗਾ ਜਿਹੜਾ ਆਪਣਾ ਐਮਪੀ ਸਾਹਿਬ ਦੋਨੋਂ ਕਹਿੰਦੇ ਨੇ, ਸਾਡੇ ਸਾਥੀ ਵੀ ਕਹਿ ਰਹੇ ਸੀ ਵੀ ਇਲੈਕਸ਼ਨਾਂ ਦੇ ਵਿੱਚ ਆਉਣਾ ਚਾਹੀਦਾ। ਇੱਕ ਸਾਡੇ ਸਾਥੀ ਨੇ ਜੀਕੇਐਸ ਤੋਂ 4-5 ਸਾਲ ਪਹਿਲਾਂ ਮੈਂ ਇੱਕ ਰੈਲੀ ਦੇ ਵਿੱਚ ਉਹਨਾਂ ਨੂੰ ਸੁਣਿਆ, ਉਹ ਗੰਗਾ ਨਗਰ ਤੋਂ ਨੇ। 2016 ਤੋਂ ਬਾਅਦ ਉਹਨਾਂ ਨੇ ਆਪਣਾ ਮੂੰਗੀ ਦਾ ਵੀ, ਸਰਸੋਂ ਦਾ ਵੀ ਤੇ ਚਣਿਆਂ ਦਾ ਵੀ MSP ਲਿੱਤਾ। ਅਦਰ ਸਟੇਟਾਂ 'ਚ ਨਹੀਂ ਲੈ ਸਕੇ ਲੋਕ। ਉਹ ਮੈਨੂੰ ਬੜੀ ਸੋਹਣੀ ਗੱਲ ਲੱਗੀ ਸੀ ਉਹਨਾਂ ਦੀ 4-5 ਸਾਲ ਪਹਿਲਾਂ ਤੋਂ। ਉਸੇ ਤੇ ਆਪਾਂ ਕੰਮ ਕੀਤਾ ਵੀ ਕੱਲਾ MP ਲੋਕ ਸਭਾ ਦੇ ਵਿੱਚ, ਕੱਲਾ MLA ਵਿਧਾਨ ਸਭਾ ਦੇ ਵਿੱਚ ਤੋਤੇ ਵਾਂਗੂ ਬੋਲੇ ਕਿਸਾਨ ਕਿਸਾਨ ਕਿਸਾਨ। ਇਸ ਅੰਦੋਲਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ। ਕੱਲੇ MP ਨੂੰ, ਕੱਲੇ MLA ਨੂੰ, ਕੱਲੀ ਰਾਜਨੀਤਿਕ ਪਾਰਟੀ ਨੂੰ ਕਿਸਾਨ ਕਰਦੀ ਹੈ। ਹੁਣ ਜਿਹੜਾ ਸਾਡਾ ਤਜਰਬਾ ਆ, ਮੈਂ 2018 ਦੇ ਵਿੱਚ ਸਾਡੇ ਅੰਬਾਲੇ ਦੇ ਵਿੱਚ ਇੱਕ ਓਲਾਵ੍ਰਿਸ਼ਟੀ ਹੋਈ ਸੀ। ਮੈਂ ਦੱਸਣਾ ਚਾਹਾਂਗਾ ਸਾਡਾ ਮਿਹਨਤ ਵੀ ਉੱਥੋਂ ਹੀ ਸ਼ੁਰੂ ਕੀਤੀ, ਉੱਥੋਂ ਹੀ ਜਿੱਤ ਪ੍ਰਾਪਤ ਕੀਤੀ। 47 MLA ਬੀਜੇਪੀ ਦੇ ਸੀ, 22 ਲੋਕ ਦਲ ਦੇ ਸੀ, 16 ਕਾਂਗਰਸ ਦੇ ਸੀ, ਬਾਕੀ ਆਜ਼ਾਦ ਸੀ 5-7। ਸਾਡਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ। ਕਿਸੇ ਨੇ ਵੀ ਵਿਧਾਨ ਸਭਾ ਦੇ ਵਿੱਚ ਸਾਡੀ ਗੱਲ ਨਹੀਂ ਚੁੱਕੀ। ਵੋਟਾਂ ਤਾਂ ਅਸੀਂ ਪਾਉਂਦੇ ਹਾਂ, ਕੋਈ ਘਰ ਦਾ ਫ੍ਰਿਜ ਦੇ ਵਿੱਚ ਤਾਂ ਰੱਖਦੇ ਨਹੀਂ।
ਵੋਟਾਂ ਪਾਈਆਂ ਸੀ, ਫਿਰ ਇਹ ਫੈਸਲਾ ਲੈ ਲਿਆ ਵੀ ਇਹ ਰਾਜਨੀਤਿਕ ਲੋਕਾਂ ਦੇ ਹੁਣ ਝੋਲੇ ਚੱਕਣੇ ਆਪਾਂ ਬੰਦ ਕਰਾਂ, ਆਪਣੀ ਲੜਾਈ ਆਪ ਲੜਾਂਗੇ। ਜਿਹੜਾ ਮੈਨੀਫੈਸਟੋ ਇਲੈਕਸ਼ਨ ਤੋਂ ਪਹਿਲਾਂ ਬੋਲੇਗਾ, ਜੇ ਉਹ ਪੂਰਾ ਨਾ ਹੋਇਆ 2 ਸਾਲ ਦੇ ਵਿੱਚ, ਇੱਕ ਇਹੋ ਜਿਹੀ ਯੂਨਿਟ ਅਸੀਂ ਤਿਆਰ ਕੀਤੀ ਆਪਣੇ ਅੰਬਾਲੇ ਦੇ ਵਿੱਚ। ਅਸੀਂ ਪਹਿਲੇ ਅੰਬਾਲੇ ਵਾਲਾ ਅਸੀਂ ਜਿਹੜਾ 2019 ਦਾ ਇਲੈਕਸ਼ਨ ਸੀ, ਜਿਹੜਾ ਸਾਡਾ ਅਧਿਆਕਸ਼ ਸੀ ਬੀਜੇਪੀ ਦਾ, ਉਹਨੂੰ ਪਹਿਲੇ ਵਾਰੀ ਅਸੀਂ ਕਹਿਣ ਵਾਲੇ ਸੀ ਵੀ ਤੂੰ ਸਵਾਮੀਨਾਥਨ ਦੀ ਰਿਪੋਰਟ 15 ਲੱਖ ਰੁਪਈਆ ਤੇ ਕਿੱਥੇ ਹੁਣ ਭਾਈ ਦੇ ਸਾਨੂੰ। ਉੱਥੇ ਬੜਾ ਧੱਕਾ ਮੁੱਕੀ ਹੋਈ, ਦੁੱਖ ਦੀ ਗੱਲ ਹੈ। ਉੱਥੇ ਜਿਹਨੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਬਲਾਕ ਮੈਂਬਰ, ਚੇਅਰਮੈਨ ਸਾਰੇ ਸਾਨੂੰ ਰੋਕਣ। ਮੈਂ ਕਿਹਾ ਭਾਈ ਅਸੀਂ ਤੁਹਾਡੀ ਗੱਲ ਕਰਦੇ, ਤੁਸੀਂ ਸਾਨੂੰ ਰੋਕਦੇ ਹੋ। ਲੇਕਿਨ ਅਸੀਂ ਕਾਮਯਾਬ ਹੋਏ, ਆਪਣਾ ਅਰਬਾਂ ਰੁਪਏ ਉੱਥੇ ਓਲਾਵ੍ਰਿਸ਼ਟੀ 'ਚ ਲਿਆ। ਤੇ ਹੁਣ ਵੀ ਇੱਕ ਇਹੋ ਜਿਹਾ ਪ੍ਰੈਸ਼ਰ ਗਰੁੱਪ ਅਸੀਂ ਤਿਆਰ ਕਰਾਂਗੇ, ਜਿਹੜੀ ਸਰਕਾਰ ਮੈਨੀਫੈਸਟੋ ਤਿਆਰ ਕਰੇਗੀ, ਜੇ ਉਸ ਤੇ ਉੱਤੇ ਨਹੀਂ ਚੱਲੇਗੀ, ਜਿਵੇਂ ਇਹ ਸਭ ਐਡੀ ਵੱਡੀ ਪਾਰਟੀ, ਜਿਵੇਂ ਵਿਪਕਸ਼ ਸਾਰਾ ਹਥਿਆਰ ਘੇਰਿਆ, ਗੋਡੇ ਟੇਕ ਗਿਆ, ਲੜਾਈ ਤੋਂ ਭੱਜ ਗਏ, ਸਰਕਾਰ ਤੋਂ ਵਿਪਕਸ਼ੀ ਲਾ ਲਓ, ਕਿਹੜੀ ਵੀ ਜਿੰਨੀ ਵੀ ਪਾਰਟੀਆਂ ਸੀ, ਚਾਹੇ ਡਰ ਕੇ ਭੱਜ ਗਏ। ਮੈਂ ਤਾਂ ਐਂ ਕਹਿਣਾ ਹੁੰਦਾ ਆ ਵੀ ਇਹ ਕਾਰਪੋਰੇਟ ਦੇ ਖਿਲਾਫ ਨਹੀਂ ਬੋਲ ਸਕਦੇ। ਜਿੱਥੇ ਉਹਨਾਂ ਨੂੰ ਅਰਬਾਂ ਰੁਪਏ ਦਿੰਦੇ ਨੇ, ਇੱਥੇ ਕਿਤੇ ਨਾ ਕਿਤੇ ਇਹਨਾਂ ਨੇ ਵੀ ਰਾਜ ਸਰਕਾਰਾਂ ਚਲਾਉਣ ਵਾਸਤੇ, ਸੱਤਾ ਚਲਾਉਣ ਵਾਸਤੇ ਜਾਂ ਇਲੈਕਸ਼ਨ ਲੜਨ ਵਾਸਤੇ ਕਾਰਪੋਰੇਟ ਇਹਨਾਂ ਦੇ ਵੀ ਮੂੰਹ ਬੰਦ ਕਰਦਾ ਆ। ਕੋਲੇ ਦੀ ਦਲਾਲੀ ਦੇ ਵਿੱਚ ਹੱਥ ਕਿਤੇ ਨਾ ਕਿਤੇ ਥੋੜੇ ਹੋਣ, ਕਾਲੇ ਕਿਸੇ ਦੇ ਬਹੁਤੇ। ਅਸੀਂ ਨਿਰਭੈ ਹੋ ਕੇ ਲੜੇ ਆ ਤੇ ਇਦਾਂ ਹੀ ਪ੍ਰੈਸ਼ਰ ਗਰੁੱਪ ਬਣਾਉਣਾ ਪਸੰਦ ਕਰੋਗੇ ਸਿਆਸਤ? ਬਿਲਕੁਲ, ਸਿਆਸਤ ਤੋਂ ਦੂਰ। ਤੇ ਜੀ ਹੁਣ ਅਸੀਂ ਜੇ ਗੱਲ ਕਰੀਏ, ਡਿਬੇਟ ਅਜੇ ਹੋਇਆ ਨਹੀਂ ਕਿਸਾਨੀ, ਪਰ ਉਮੀਦ ਕਰਦੇ ਆ ਸਾਡੇ ਐਮਪੀ ਜਾ ਕੇ ਕੁਝ ਗੱਲ ਕਰਨਗੇ। ਇਹ ਕਿਹਾ ਜਾਂਦਾ ਜਿੰਨਾ ਲੋਕਾਂ ਨੂੰ ਸ਼ਹਾਦਤਾਂ ਮਿਲੀਆਂ ਉਹਨਾਂ ਦੀ ਆਵਾਜ਼ ਚੁੱਕੀ ਜਾਏ, ਪਰ ਕੁਝ ਹੋਰ ਤੁਸੀਂ ਵੀ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ, ਕੁਝ ਹੋਰ ਚੀਜ਼ਾਂ ਚਾਹੋਗੇ ਜੋ ਸੰਸਦ 'ਚ ਇੱਕ ਵਾਰੀ ਬੋਲੀਆਂ ਤਾਂ ਜਾਣ? ਹਾਂਜੀ, ਇੱਕ ਤਾਂ ਜਿਹੜੀ ਸਭ ਤੋਂ ਮੇਨ ਗੱਲ ਹੈ ਕਿ ਐਮਐਸਪੀ ਤੇ ਜ਼ਰੂਰ ਬੋਲਣ। ਦੂਜੀ ਗੱਲ ਹੈ, ਅਸੀਂ ਇੱਕ ਗੱਲ ਦੇਖੀਏ ਕਿ ਸਭ ਤੋਂ ਵੱਡੀ ਜ਼ਰੂਰਤ ਕਿੱਥੇ ਹੈ ਕਿ ਪਿੰਡ ਦਾ ਪੈਸਾ ਪਿੰਡ 'ਚ ਰਹੇ, ਕੋਆਪਰੇਟਿਵ ਸੁਸਾਇਟੀਆਂ ਮਜ਼ਬੂਤ ਹੋਣ। ਤੀਜੀ ਜਿਹੜੀ ਸ਼ਹੀਦ ਪਰਿਵਾਰਾਂ ਨੇ ਉਹਨਾਂ ਦੇ ਪੂਰਨਾਵਾਸ ਦੀ ਅਸੀਂ ਗੱਲ ਕੀਤੀ ਹੈ, ਪਰ ਇਸ ਅੰਦੋਲਨ ਦੇ ਵਿੱਚ ਬਹੁਤ ਜਿਹੇ ਮੁੰਡੇ ਸਾਡੇ ਜਿਹੜੇ ਐਕਸੀਡੈਂਟਾਂ ਦੇ ਵਿੱਚ ਘਾਇਲ ਹੋ ਗਏ ਨੇ, ਉਹਨਾਂ ਦੇ ਵਿੱਚ ਮਤਲਬ ਕਿ ਉਹ 80% ਉਹਨਾਂ ਦੀ ਬੋਡੀ ਡੈਮੇਜ ਹੋ ਗਈ, ਕਿਸੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ, ਕਿਸੇ ਦੀ 2 ਟੰਗਾਂ ਟੁੱਟ ਗਈਆਂ। ਬਹੁਤ ਗਰੀਬ ਪਰਿਵਾਰਾਂ 'ਚ ਸੀਗੇ। ਤੁਸੀਂ ਵਾਇਰ ਦੀ ਤੇ ਰਿਪੋਰਟ ਦੇਖ ਸਕਦੇ ਹੋ ਕਿ ਉਹਦੇ 'ਚ ਅਸੀਂ ਵੀ ਇੱਕ ਰਿਪੋਰਟ ਤਿਆਰ ਕੀਤੀ ਸੀ ਕਿ ਸਾਰੇ ਜਿੰਨੇ ਵੀ ਸ਼ਹਾਦਤਾਂ ਹੋਈਆਂ, ਚਾਹੇ ਉਹ ਐਕਸੀਡੈਂਟਾਂ ਦੇ ਵਿੱਚ ਹਜੇ ਜ਼ਖਮੀ ਪਏ ਨੇ, ਦੁਰਘਟਨਾ ਦੇ ਵਿੱਚ ਉਹ ਹੋਏ ਨੇ, ਉਹਨਾਂ ਦੇ ਪਰਿਵਾਰ 3 ਏਕੜ ਤੋਂ ਉੱਪਰ ਦਾ ਕੋਈ ਫਾਰਮਰ ਨਹੀਂ, ਮੋਸਟਲੀ ਮਤਲਬ ਕਿ 90% ਉਹ 3 ਏਕੜ ਵਾਲੇ ਨੇ। ਤੇ ਉਹਨਾਂ ਵਾਸਤੇ ਕੋਈ ਪੈਨਸ਼ਨ ਸਕੀਮ ਜਾਂ ਉਹਨਾਂ ਨੂੰ ਇੱਕ ਗੁੱਡ ਪੇਮੈਂਟ ਉਹਨਾਂ ਨੂੰ ਮੰਥਲੀ ਉਹਨਾਂ ਦੇ ਖਰਚੇ ਵਾਸਤੇ ਉਹਨਾਂ ਨੂੰ ਮਿਲਣੀ ਚਾਹੀਦੀ, ਉਹਨਾਂ ਦੇ ਪਰਿਵਾਰਾਂ ਨੂੰ। ਤੇ ਬੱਚਿਆਂ ਦੀ ਐਜੂਕੇਸ਼ਨ, ਹਾਇਰ ਐਜੂਕੇਸ਼ਨ ਤੱਕ, ਚਾਹੇ ਉਹ ਸ਼ਹੀਦ ਪਰਿਵਾਰ ਨੇ, ਚਾਹੇ ਉਹ ਜ਼ਖਮੀ ਪਰਿਵਾਰ ਨੇ, ਮੁੰਡੇ ਨੇ, ਚਾਹੇ ਉਹ ਬਜ਼ੁਰਗ ਨੇ, ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਅਸੀਂ ਇਹ ਡਿਮਾਂਡ ਕਰਦੇ ਹਾਂ ਵੀ ਹਰ ਇੱਕ ਸਰਕਾਰ ਇਸ ਬਾਰੇ ਵੀ ਜ਼ਰੂਰ ਸੋਚੇ। ਸੰਸਦ ਵਿੱਚ ਕੀ ਚਾਹੋਗੇ, ਕਿਹੜੀ ਆਵਾਜ਼ ਇਸ ਸੈਸ਼ਨ ਵਿੱਚ ਪਹੁੰਚੇ? ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਰਾਜਨੀਤਿਕ ਪਾਰਟੀਆਂ ਨੂੰ, ਜਿਹੜਾ ਸੋਮਾ ਹਿੰਦੁਸਤਾਨ ਦੇ ਕਿਸਾਨਾਂ ਦੇ ਕੋਲ ਹੈਗਾ ਆ, ਇਹ ਪੂਰੀ ਦੁਨੀਆ ਦੇ ਵਿੱਚ ਨਹੀਂ ਹੈਗਾ। ਇਸ ਨੂੰ ਸਮਝ ਕੇ ਦੁਨੀਆ ਦੇ ਵਿੱਚ ਉਹਦੀ ਮਾਰਕੀਟ ਟੋਲ ਕੇ, ਇਹ ਦੂਜੇ ਲੋਕਾਂ ਏਜੰਟਪਣਾ ਛੱਡ ਕੇ ਇੱਥੇ ਬਹੁਤ ਕੁਝ ਤਿਆਰ ਹੁੰਦਾ ਹੈ। ਅੱਜ ਜੇ ਚਾਹਣ ਸਾਡੀ ਇੱਕ ਦਾਣਾ ਪੂਰੇ ਵਰਲਡ ਦੇ ਵਿੱਚ ਅਸੀਂ ਚੀਜ਼ ਤਿਆਰ ਕਰਦੇ ਜੋ ਡਿਮਾਂਡ ਹੈ, ਉਸ ਤੇ ਕੰਮ ਨਹੀਂ ਕਰਦੇ। ਇਹ ਉਹ ਕੰਮ ਕਰਦੇ ਨੇ ਐਕਸਪੋਰਟ ਔਰ ਇੰਪੋਰਟ ਨੂੰ ਜਿਹੜਾ ਸੁਧਾਰਨ ਵਾਸਤੇ। ਆਪਾਂ ਨੂੰ ਆਪਣੇ ਕੋਲ ਕੀ ਹੈ, ਕਿੰਨਾ ਖਪਤ ਹੈ, ਕਿੰਨਾ ਆਪਾਂ ਬਾਹਰ ਤੋਂ ਮੰਗਾਣਾ, ਕਿੰਨਾ ਨਹੀਂ। ਦੂਜਾ ਜਿਹੜਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ, ਇਹ ਜਦ ਸਾਰੀ 23 ਫਸਲਾਂ ਖਰੀਦਣਗੇ, ਜਿਹੜਾ ਝੋਨੇ ਦਾ ਤੇ ਆਪਣਾ ਗੇਹੂੰ ਦਾ ਜਿਹੜਾ ਮਸਲਾ ਵੀ ਇਹੀ ਖਰੀਦਣੀ ਪੈਂਦੀ ਹੈ, ਨਹੀਂ, ਇਹ ਜਦੇ ਖਤਮ ਹੋ ਜਾਏਗਾ। ਕਿਸਾਨ ਦਾਲ ਦੀ ਵੀ ਕਿਸਾਨ ਫਸਲ ਕਰਿਆ, ਪੂਰੇ ਹਰਿਆਣੇ ਪੰਜਾਬ ਦੇ ਵਿੱਚ ਦਾਲ ਬੜੀ ਸੋਹਣੀ ਹੁੰਦੀ ਹੈ, ਜਿੰਨੀ ਮਰਜ਼ੀ ਪੈਦਾ ਕਰ ਲਈ ਅਸੀਂ, ਸਰਸਾਂ ਪੈਦਾ ਕਰ ਲਈ ਅਸੀਂ, ਸੂਰਜਮੁਖੀ ਪੈਦਾ ਕਰ ਲਈਏ, ਐਮਐਸਪੀ ਕਰ ਲੈਣ ਤਾਂ ਇਹ ਭਾਰ ਘਟ ਜਾਏਗਾ, ਹੋ ਜਾਏਗਾ। ਜਿਹੜਾ ਸ਼ਹੀਦਾਂ ਵਾਲਾ ਕੰਪਨਸੇਸ਼ਨ, ਉਸ ਵਾਸਤੇ ਪਰਿਵਾਰਾਂ ਨੂੰ ਸਹਾਇਤਾ ਜ਼ਰੂਰ ਦੇਣੀ ਚਾਹੀਦੀ ਹੈ। ਐਮਐਸਪੀ ਤੇ ਬਹੁਤ ਵੱਡਾ ਵਿਚਾਰ ਕਰਨਾ ਚਾਹੀਦਾ। ਦੇਸ਼ ਦੀ ਅਰਥ ਵਿਵਸਥਾ, ਮੈਂ ਨਹੀਂ ਕਹਿੰਦਾ, ਅਰਥ ਸ਼ਾਸਤਰੀ ਕਹਿੰਦੇ, ਅੱਜ ਮੈਨਸ ਦੇ ਵਿੱਚ ਹੈ, ਇਹ ਕਹਿੰਦੇ ਇੰਨੇ ਲੱਖ ਕਰੋੜ ਦਾ ਫਲਾਣਾ, ਅੱਜ ਇਹ ਐਮਐਸਪੀ ਦੇ ਦੇਣ, ਅੱਜ ਸਾਡਾ ਦੇਸ਼, ਅਰੇ ਕਾਰਪੋਰੇਟ ਉਹੀ ਪੈਸਾ ਕਾਰਪੋਰੇਟ ਨੂੰ ਡਾਇਰੈਕਟ ਦਿੰਦੇ, ਇਹ ਕਿਸਾਨ ਨੂੰ ਦੇ ਦੇਣ, ਕਿਸਾਨ ਪੈਸਾ ਕਿੱਥੇ ਲੈ ਜਾਏਗਾ? ਉਹ ਗੱਡੀ ਖਰੀਦੇਗਾ, ਮੋਬਾਈਲ ਖਰੀਦੇਗਾ, ਉਹ ਇੰਟਾਂ ਖਰੀਦੇਗਾ, ਉਸ ਪਾਣੀ ਦੇ ਨਾਲ ਨਹਾ ਕੇ ਜਾਣਾ ਤਾਂ ਕਾਰਪੋਰੇਟ ਦੇ ਕੋਲ ਹੀ ਹੈ। ਜੋ ਇਹਨਾਂ ਦੀ ਮੰਗ ਹੈ, ਇਹ ਭਾਵੇਂ ਕੇਂਦਰ ਨਾ ਮੰਨੇ, ਬਟ ਪੰਜਾਬ ਸਰਕਾਰ ਤੋਂ ਤੁਸੀਂ ਮਨਵਾ ਸਕਦੇ ਹੋ। ਪੰਜਾਬ ਸਰਕਾਰ ਨੇ 5-5 ਲੱਖ ਤਾਂ ਦੇਤਾ, ਬਟ ਜੋ ਕਹਿ ਰਹੇ ਕਿ ਜਿਹੜਾ ਕਿਸਾਨ ਦੇ ਬੱਚੇ ਨੇ ਜਿਹੜੇ ਸ਼ਹੀਦ ਹੋ ਗਏ ਹੈ ਔਰ ਜਿਹੜੇ ਜ਼ਖਮੀ ਹੈ, ਉਹਨਾਂ ਦੀ ਆਵਾਜ਼ ਤਾਂ ਚੁੱਕੀ ਜਾ ਸਕਦੀ। ਨਹੀਂ, ਪੰਜਾਬ ਤਾਂ ਚਲੋ ਪੰਜਾਬੀਆਂ ਦਾ ਏ। ਪੰਜਾਬ ਤਾਂ ਇੱਕ ਛੋਟੀ ਸਟੇਟ ਆ, ਉਹ ਤਾਂ 16,000 ਕਰੋੜ ਆਪਾਂ ਕੱਲਾ ਮੋਟਰਾਂ ਦਾ ਦਿੰਨੇ 1 ਸਾਲ ਦਾ, ਮੋਟਰ 16,000 ਕਰੋੜ ਦਾ ਚਲੇ ਜਾਂਦਾ ਉਧਰ। ਬਾਕੀ ਜਿਹੜਾ ਉਹ
5000 ਕਰੋੜ, ਚਲੋ ਉਹ ਗੱਲ ਕੁਝ ਵੀ ਨਹੀਂ, ਛੋਟੀਆਂ ਗੱਲਾਂ ਨੇ ਜੀ। ਉਹ ਸਾਰੀਆਂ ਸਰਕਾਰਾਂ ਜਦੋਂ ਲੋਕਾਂ ਦੀਆਂ, ਇਹਨਾਂ ਦੀਆਂ ਸਰਕਾਰਾਂ ਨੇ ਜਿਹੜਾ ਕੋਈ ਮੰਤਰੀ ਬਣ ਕੇ ਜਾਂ ਸੀਐਮ ਬਣ ਕੇ, ਉਹ ਕੌਣ ਹੁੰਦਾ? ਉਹ ਤਾਂ ਲੋਕ ਚੁਣਦੇ ਆ ਨਾ। ਉਹਦੇ ਚ ਉਹ ਠੀਕ ਆ, ਗੱਲਾਂ ਛੋਟੀਆਂ ਨੇ ਬਟ ਬਹੁਤ ਜ਼ਰੂਰੀ ਨੇ, ਇੱਕ ਪਰਿਵਾਰ ਵਾਸਤੇ ਬਹੁਤ ਵੱਡੀ ਹੈ। ਮੈਂ ਕਿਹਾ ਵੀ ਇਹ ਚੁਣਨ ਵਾਲੇ ਤਾਂ ਇਹ ਨੇ। ਜਦੋਂ ਉਹ ਅੱਜ ਮੰਗ ਰਹੇ ਕਿ ਵੀ ਅੱਜ ਜਦ ਤੁਸੀਂ ਸੰਸਦ ਵਿੱਚ ਜਾਓਗੇ, ਤੁਹਾਨੂੰ ਇਹ ਮੰਗਾਂ ਮੈਂ ਛੋਟੀਆਂ ਜਿਹੀਆਂ ਮੰਗਾਂ ਹੈ, ਕਿਉਂਕਿ ਕਿਸਾਨੀ ਅੰਦੋਲਨ ਦੇ ਅਸੀਂ ਕੀਮਤ ਜੇ ਅਸੀਂ ਕੀਮਤ ਕਰਦੇ ਹਾਂ ਤਾਂ ਸਿਰਫ ਅਸੀਂ ਉਹ ਉਹਨਾਂ ਦੀ ਗੱਲ ਕਰਦੇ ਜਿਹਨਾਂ ਸ਼ਹੀਦ ਹੋਏ ਨੇ, ਪਰ ਉਸ ਤੋਂ ਵੱਧ ਕੀਮਤ ਚੁਕਾਏਗੀ। ਫਿਰ ਕਈ ਵਾਰ ਇਹ ਗੱਲ ਦਾ ਹੋਰ ਤਰ੍ਹਾਂ ਲੈ ਜਾਂਦੇ ਆ। ਪੰਜਾਬ ਨੇ ਤਾਂ ਇਕੱਲੇ ਨੇ ਇੱਕ ਨੌਕਰੀ 50 ਲੱਖ ਰੁਪਈਆ ਉਹ ਕੀਤਾ ਹੀ ਹੋਇਆ, ਉਹ ਚ ਕੋਈ ਇਸ਼ੂ ਨਹੀਂ। ਉਹ ਤਾਂ ਜਿਵੇਂ ਸ਼ਹੀਦ ਫੌਜੀ ਹੋ ਕੇ ਆਉਂਦਾ ਏ ਬਾਰਡਰ ਤੋਂ, ਸਾਡੇ ਤਾਂ ਪੁੱਤ ਉਧਰੋਂ ਆਉਂਦੇ, ਇਧਰੋਂ ਕਿਸਾਨਾਂ ਚ ਸ਼ਹੀਦ ਹੋਣ ਜਾਣ 1 ਸਾਲ ਹੋ ਗਏ। ਉਹ ਤਾਂ ਇੱਕ ਬਹੁਤ ਹੀ, ਮੈਂ ਸਮਝਦਾ ਇੱਕ ਛੋਟੀ ਗੱਲ ਆ। ਉਹ ਤਾਂ ਅਸੀਂ ਕਿਸੇ ਵੀ ਕੋਈ ਵੀ ਸ਼ਹੀਦ ਹੁੰਦਾ ਕਿਸੇ ਨੂੰ, ਉਹ ਹੁੰਦਾ ਏ। ਪਰ ਗੱਲ ਇਹ ਆ ਜਿਹੜੀ ਇਹਨਾਂ ਨੇ ਕਿਹਾ, ਕਿਸਾਨ ਵਿਚਾਰਾ ਛੋਟਾ ਕਿਸਾਨ ਆ 2 ਏਕੜ ਵਾਲਾ। ਅਸੀਂ ਤਾਂ ਆਪ ਨੌਜਵਾਨਾਂ ਚੋਂ ਆ ਹਜੇ। ਜੇ ਮੈਨੂੰ ਕੋਈ ਕਵੇ ਕਾਂਗਰਸ ਨੇ 50 ਸਾਲ ਪਹਿਲਾਂ ਕਿਉਂ ਨਹੀਂ ਕੀਤਾ, 30 ਸਾਲ ਕਹਿ ਕਿਉਂਕਿ ਉਹ ਤਾਂ ਹੁਣ ਅਸੀਂ ਤਾਂ ਉਹ ਪਾਰਟੀ ਨਾਲ ਜੁੜੇ ਆ, ਹੁਣ ਉਸ ਸਮੇਂ 'ਚ ਪਿੱਛੇ ਤਾਂ ਜਾ ਨਹੀਂ ਸਕਦੇ, ਜਵਾਬ ਨਹੀਂ ਦੇ ਸਕਦੇ। ਇਹੀ ਕਹਿ ਸਕਦੇ ਹਾਂ ਵੀ ਅੱਗੇ ਸਾਡੀ ਕੀ ਨੀਤੀ ਰਹੇਗੀ, ਅੱਗੇ ਅਸੀਂ ਕੀ ਕਰਨਾ ਹੈ। ਅਸੀਂ ਤਾਂ ਇੱਥੇ ਤੱਕ ਕਹਿੰਦੇ ਆ ਵੀ ਜਦੋਂ ਕੋਈ ਵੀ ਵਾਅਦਾ ਕਰਦਾ ਹੈ, ਜਿਹੜੀਆਂ ਪਾਰਟੀਆਂ ਆਖਰ ਵੋਟ ਵੇਲੇ ਅਸੀਂ ਸਾਰੀਆਂ ਵੱਡੀਆਂ ਗੱਲਾਂ ਕਰ ਦਿੰਨੇ ਆ, ਉਦੋਂ ਬਾਅਦ ਸਰਕਾਰ ਆ ਜਿਹੜੀ ਉਹਨੂੰ ਇੰਪਲੀਮੈਂਟ ਕਰਨ ਨੂੰ ਗੱਲਾਂ ਹੋਰ ਕਰਨ ਲੱਗ ਜਾਂਦੀ ਆ। ਤੇ ਇਸ ਕਰਕੇ ਉਹੋ ਜਿਹੇ ਬੰਦੇ, ਚਾਹੇ ਉਹ ਸਾਡੀ ਪਾਰਟੀ 'ਚ ਹੋਣ, ਉਹੋ ਜਿਹੇ ਬੰਦਿਆਂ ਨੂੰ ਲੋਕਾਂ ਨੂੰ ਹੁਣ ਆਇਡੈਂਟੀਫਾਈ ਕਰ ਲੈਣਾ ਚਾਹੀਦਾ ਹੈ। ਉਹ ਆਹ ਮੌਕਾ ਹੈ, ਕਿਤੇ ਵੀ ਚੇਂਜ ਵੀ ਆਉਣੀ ਆ ਨਾ ਕਦੇ, ਜਿਹੜੇ ਚਾਹੇ ਸਾਡੇ ਵਿੱਚ ਵੀ ਨੇ, ਜਿਨ੍ਹਾਂ ਨੇ ਨਹੀਂ ਕਿਸਾਨਾਂ ਦੀ ਮਦਦ ਕੀਤੀ, ਨਹੀਂ ਆਏ ਤਾਂ ਉਹਨਾਂ ਨੂੰ ਪਰੇ ਕਰੋ, ਚਾਹੇ ਉਹ ਕਿਸੇ ਪਾਰਟੀ 'ਚ ਹੋਣ, ਚਾਹੇ ਉਹ ਕਿਸੇ 'ਚ ਹੋਣ। ਤੇ ਜਦੋਂ ਜਿਹੜੇ ਮਾੜਾ ਅਨਸਰ ਆ ਉਹ ਨਿਕਲਦਾ ਜਾਊਗਾ, ਟਾਈਮ ਤਾਂ ਸਫਾਈ ਨੂੰ ਲੱਗਦਾ, ਇਹ 'ਚ ਕੋਈ ਗੱਲ ਨਹੀਂ। ਪਰ ਹੁਣ ਤਾਂ ਸਾਰਾ ਕੁਝ ਮੂਹਰੇ ਆ ਗਿਆ ਵੀ ਕਿਹਨੇ ਕੀ ਕੀਤਾ, ਕਿਹਨੇ ਨਹੀਂ ਕੀਤਾ। ਜਿਹਨੇ ਨਹੀਂ ਕੀਤਾ ਉਹ ਹੁਣ ਦੁਬਾਰਾ ਆਪਾਂ ਅਜਮਾਈ ਜਾਣਾ ਉਹਨੂੰ। ਇਸ ਕਰਕੇ ਚਾਹੇ ਉਹ ਸਾਡੇ 'ਚ ਨੇ, ਚਾਹੇ ਉਹ ਅਕਾਲੀ ਦਲ 'ਚ ਨੇ, ਚਾਹੇ ਉਹ ਬੀਜੇਪੀ 'ਚ ਨੇ, ਚੰਗੇ ਬੰਦੇ ਲਿਆ ਕੇ ਬਣਾਓ, ਉਹ ਤਾਂ ਲੋਕਾਂ ਨੇ ਚੁਣਨੇ ਆ। ਆਪਾਂ ਗੱਲ ਮੁੜ ਕੇ ਇਹ ਗੱਲ ਮੈਂ 100% ਮੈਂ ਮੰਨਦਾ ਬਈ ਪਾਰਟੀਆਂ ਕੈਂਡੀਡੇਟ ਦਿੰਦੀਆਂ, ਪਰ ਲੋਕ, ਇਹ ਤਾਂ ਫੈਸਲਾ ਲੋਕਾਂ ਦੇ ਹੱਥ ਹੁੰਦਾ ਨਾ ਵੀ ਬਣਾਉਣਾ ਕਿਹਨੂੰ ਆ। ਲੋਕ ਅੱਜ ਕੱਲ ਪੜ੍ਹੇ ਲਿਖੇ ਲੋਕ ਨੇ, ਬੜਾ ਕੁਝ ਲੋਕ ਉਹਦਾ ਹਿਸਟਰੀ ਦੇਖਣ ਵੀ ਇਹਨੇ ਕੀ ਕੀਤਾ ਕੀ ਨਹੀਂ ਕੀਤਾ, ਉਹ ਸਾਰੀਆਂ ਗੱਲਾਂ ਵੀ ਇਹ ਕਿੰਨਾ ਕੁ ਝੂਠ ਬੋਲਿਆ, ਉਹ ਕਿੰਨੇ ਆਪਣੀ ਜਾਇਦਾਦ ਬਣਾ ਲਈ, ਪ੍ਰਾਪਰਟੀਆਂ ਬਣਾ ਲੀਆਂ। ਹੁਣ ਅਸੀਂ ਤਾਂ ਮੋਦੀ ਤੋਂ ਨਹੀਂ ਡਰਦੇ। ਮੈਂ ਪਹਿਲਾਂ ਸਪੀਚ ਕਰਨੀ ਸੀ, ਮੇਰੇ ਮਾਰ ਲਏ ਜਿਹੜੀ ਈਡੀ ਦੀ ਰੇਡ ਮਾਰਨੀ ਆ, ਮੇਰੇ ਹੋਟਲ ਤੇ ਦੇਖ ਲਏ ਜਿਹੜੇ ਮੇਰੇ ਬਣਾਏ ਆ ਬੱਸਾਂ ਤੇ। ਸਾਨੂੰ ਕੀ ਫਰਕ ਪੈਂਦਾ ਇਹ ਚੀਜ਼ਾਂ ਨਾਲ? ਜਿਹੜੇ ਉਹੋ ਜਿਹੇ ਲੋਕ ਆਉਣ ਜਿਹੜੇ ਸੇਵਾ ਕਰਨ ਨੂੰ ਆਏ ਨੇ, ਜਿਹੜੇ ਹੁਣ ਜਾਇਦਾਦ ਉਨੀਓ ਚੈੱਕ ਕਰ ਲਓ, ਜਿਹੜੇ 5 ਸਾਲ ਐਮਐਲਏ ਐਮਪੀ ਬਣ ਕੇ ਜਿਹਦੀ ਜਾਇਦਾਦ ਜਦੋਂ ਭਰਾਉਂਦਾ ਇਲੈਕਸ਼ਨ ਕਮਿਸ਼ਨ ਨੂੰ, ਜੇ ਉਹਦੀ ਪ੍ਰਾਪਰਟੀ 'ਚ ਭਾਈ ਦੱਸ ਵੀ ਆ ਤੇਰੀ ਇਨਕਰੀਜ਼ ਆ, ਤੇਰੀ ਵਾਈਫ ਦੇ ਕੋਲ ਗਹਿਣੇ ਸੋਨਾ ਕਿੱਥੋਂ ਆ ਗਿਆ, ਤੇਰੀਆਂ ਗੱਡੀਆਂ ਕਿੱਥੋਂ ਆ ਗਈਆਂ, ਤੇਰੇ ਕੋਲੇ ਕਿਵੇਂ ਆ ਗਈਆਂ ਤੇਰੇ। ਇਸ ਕਰਕੇ ਬਹੁਤ ਕੁਝ ਚੈੱਕ ਕਰਕੇ ਜ਼ਮਾਨਾ ਹੁਣ ਬਹੁਤ ਬਦਲ ਗਿਆ। ਅੱਗੇ ਲੋਕਾਂ 'ਚ ਅਗਲੇ ਜਿਹੜੇ ਪਹਿਲਾਂ ਲੀਡਰ ਹੁੰਦੇ ਸੀ, ਮੈਂ ਬਜ਼ੁਰਗ ਵੀ ਦੇਖੇ, ਉਹ ਬੜਾ ਖਾਦੀ ਆ ਪਾ ਕੇ, ਨਾਲੇ ਲੋੜਾਂ ਵੀ ਨਹੀਂ ਹੁੰਦੀਆਂ ਸੀ। ਅੱਜ ਕੱਲ ਦੁਨੀਆ ਤਰੱਕੀ ਕਰ ਗਈ, ਇੰਨੀ ਭੁੱਖ ਨਹੀਂ ਸੀ। ਮੈਂ ਤਾਂ ਮੰਨਦਾ ਇਹ ਗੱਲ। ਹੁਣ ਮੰਨਦੇ ਹੋ ਕਿ ਸਿਆਸਤ ਭੁੱਖੀ ਹੋ ਗਈ ਹੈ ਬਹੁਤ ਜ਼ਿਆਦਾ? ਨਹੀਂ, ਦੇਖੋ ਇਹ 'ਚ ਨਾ ਜਦੋਂ ਤੁਸੀਂ ਇੱਕ ਤਬਕੇ ਦੇ ਲੋਕ ਇਹ 'ਚ ਪੈਸਾ ਕਮਾਉਣ ਆ ਜਾਂਦੇ, ਚਾਹੇ ਕੋਈ ਵੀ ਪਾਰਟੀ ਹੋਵੇ ਨਾ, ਔਰ ਇਹ ਇੱਕ ਫੀਲਡ ਇਹੋ ਜਿਹਾ ਬਣ ਗਿਆ ਕਿ ਜੇ ਤੁਸੀਂ ਬਹੁਤੇ ਇਮਾਨਦਾਰ ਹੋ ਕੇ ਚੱਲਦੇ, ਜੇ ਤੁਹਾਨੂੰ ਪਾਰਟੀਆਂ 'ਚ ਕਾਰਨਰ ਕਰ ਦਿੰਦੇ ਜਾਂਦੇ ਆ, ਉਹਦੇ ਹੱਥ ਤੁਹਾਨੂੰ ਇੱਕ ਦ੍ਰਿੜ ਇਰਾਦਾ ਚਾਹੀਦਾ ਵੀ ਭਾਈ ਪਾਰਟੀ 'ਚ ਭਾਵੇਂ ਕਾਰਨਰ ਹੋ ਜਾਈਏ, ਕੁਛ ਹੋ ਜਾਈਏ, ਅਸੀਂ ਇਹ ਲਾਈਨ ਨਹੀਂ ਛੱਡਣੀ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਦੇਖੋ ਮੇਰਾ 4 ਸਾਲ ਦਾ ਮੇਰਾ ਤਜਰਬਾ ਆ ਜਦੋਂ ਦਾ ਮੈਂ ਮੈਂਬਰ ਪਾਰਲੀਮੈਂਟ ਬਣਿਆ। ਅਸੀਂ ਸਵੇਰੇ ਕੰਮ ਕਰਨ ਬਹਿੰਦੇ ਆ ਆਫਿਸ ਦੇ ਵਿੱਚ, 80% ਲੋਕ ਉਹ ਕੰਮ ਕਰਾਉਣ ਆਉਂਦੇ ਨੇ ਜਿਨ੍ਹਾਂ ਦਾ ਕੋਈ ਮਹਿਣਾ ਨਹੀਂ ਬਣਦਾ। ਜਿਵੇਂ ਮੈਂ ਉਸ ਜਗ੍ਹਾ ਤੇ ਬਦਲੀ ਕਰਾਉਣੀ ਚਾਹੁੰਦਾ ਜਿੱਥੇ ਮੈਨੂੰ ਕੰਮ ਨੌਕਰੀ ਨਾ ਕਰਨੀ ਪਵੇ, ਮੈਨੂੰ ਉਹ ਪੋਸਟਿੰਗ ਚਾਹੀਦੀ ਹੈ ਜਿੱਥੋਂ ਮੈਨੂੰ ਪੈਸੇ ਆਉਣ। ਇਹਦੇ ਵਾਸਤੇ ਇੰਨਾ ਦਬਾਅ ਹੁੰਦਾ ਸਾਰੀ ਜਿਹੜੀ ਸਾਨੂੰ ਕਿਸੇ ਵੇਲੇ ਸਿਰ ਪੜਾਉਣੀ ਸ਼ੁਰੂ ਹੁੰਦੀ। ਯਾਰ ਜਦੋਂ ਆਪਾਂ ਕਹਿੰਦੇ ਨਿਜ਼ਾਮ ਸੁਧਾਰਨ ਲਈ ਬੈਠੇ ਵੀ ਔਜਲੇ ਨੂੰ ਐਮਪੀ ਬਣਾਇਆ ਵੀ ਸੱਚੀ ਗੱਲ ਕਰੇ, ਉਹ ਸਕੂਲ ਤੋਂ ਮੈਨੂੰ ਚੱਕ ਕੇ ਲੈ ਆਓ ਜਿਹੜੇ ਸਕੂਲ 'ਚ ਪਿੱਛੇ ਕੋਈ ਟੀਚਰ ਨਹੀਂ ਰਹਿ ਜਾਣਾ, ਤੇ ਮੈਨੂੰ ਇੱਥੇ ਡੌਗ ਦੇ ਨਾਲ ਇੱਕ ਨਾਲ ਪੋਸਟਿੰਗ ਵੀ ਨਾਲ ਲੈ ਕੇ ਆਓ। ਪੁਲਿਸ ਤੰਤਰ, ਉਹ SHO SP DSP ਜਿੰਨਾ ਚਿਰ ਸਾਡੇ ਜੋ ਸਿਫਾਰਸ਼ੀ ਲੱਗਣ ਆਉਂਦੇ ਨੇ ਸਾਡੇ ਕੋਲ, ਕਾਹਦੇ ਲਈ ਆਉਂਦੇ ਆ? ਸਭ ਤੋਂ ਔਖੀ ਡਿਊਟੀ ਆ ਪੁਲਿਸ ਦੀ। 24/7 ਜਿਹੜਾ ਮਕਸਦ ਕਹਿੰਦਾ ਹੈ ਨਿਮਰਤ ਜੀ, ਇਹ ਤਾਣੀ ਉਲਝੀ ਪਈ ਆ। ਇਹਦੇ ਵਾਸਤੇ ਜਿਹੜਾ ਇਸ ਸਾਲ ਵਿੱਚ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਲੋਕ ਬਦਲ ਗਏ ਨੇ, ਇਹੋ ਜਿਹਾ ਅੰਦੋਲਨ ਚੁੱਕਿਆ, ਇਹ ਜਿਹੜਾ 1 ਸਾਲ ਹੈ ਜਿਹਦੇ ਵਿੱਚ ਅੰਦੋਲਨ ਹੋਇਆ, ਕਿ ਤੁਹਾਡੇ ਤੋਂ ਡਿਮਾਂਡਸ ਬਦਲੀਆਂ ਨੇ? ਨਹੀਂ, ਡਿਮਾਂਡਸ ਨਹੀਂ ਬਦਲੀਆਂ, ਇਹੀ ਰੌਲਾ ਆ। ਜਿੰਨਾ ਚਿਰ ਅਸੀਂ ਮੇਰੇ ਕੋਲ ਗ੍ਰਾਂਟ ਆਉਂਦੀ ਹੈ, ਮੈਂ ਮੈਕਸਿਮਮ ਗ੍ਰਾਂਟ ਸਕੂਲਾਂ ਨੂੰ ਦਿੰਦਾ, ਹਸਪੀਟਲ ਨੂੰ ਦਿੰਦਾ,
ਬੜਾ ਸਮਝਾਉਣਾ ਲੋਕਾਂ ਨੂੰ ਕਿ ਨਹੀਂ ਜੀ ਤੁਸੀਂ ਇਦਾਂ ਨਾ ਕਰੋ ਜੀ, ਸਾਡੀ ਇੱਕ ਗਲੀ ਹੋਣੀ ਚਾਹੀਦੀ। ਮੈਂ ਕਿਹਾ ਯਾਰ ਦੇਖੋ, ਮੇਰੇ ਕੋਲ ਐਮਪੀ ਦੀ ਗ੍ਰਾਂਟ ਥੋੜੀ ਜੀ ਗ੍ਰਾਂਟ ਹੈ, ਮੈਂ ਚਾਹੂੰਗਾ ਕਿ ਉੱਥੇ ਲੱਗੇ ਜਿੱਥੇ ਸਾਰੇ ਪਿੰਡ ਦਾ ਭਲਾ ਹੋ ਜਾਏ, ਚਾਵਾਂ ਦਾ ਭਲਾ ਨਾ ਹੋਵੇ। ਪਰ ਮੇਰੇ ਇਸ ਚੀਜ਼ ਦਾ ਫਰਕ ਪੈ ਗਿਆ ਕਿ ਹੁਣ ਉਹਨਾਂ ਨੂੰ ਇਹ ਪਤਾ ਵੀ ਇਹ ਗ੍ਰਾਂਟ ਸਕੂਲ ਤੋਂ ਇਲਾਵਾ ਕਿਸੇ ਨੂੰ ਨਹੀਂ ਦਿੰਦਾ, ਮੇਰੇ ਕੋਲ ਸਕੂਲ ਦੀ ਮੰਗਦੇ। ਮੇਰਾ ਮੰਨਣਾ ਇਹ ਆ ਕਿ ਜਿੰਨਾ ਚਿਰ ਪਬਲਿਕ ਡਿਮਾਂਡਸ ਵੀ ਵੇਖੋ, ਜਦੋਂ ਮੇਰੇ ਕੋਲ ਲੀਡਰ ਕੋ ਕੰਮ ਹੀ ਜ਼ੋਰ ਹੀ ਤੁਸੀਂ ਬਦਲੀ ਤੇ ਲਵਾਤਾ ਵੀ ਮੇਰੇ ਸੌਖੇ ਥਾਂ ਬਦਲੀ ਚਾਹੀਦੀ ਆ, ਮੇਰੇ ਘਰ ਦੇ ਲਾਗੇ ਕੋਈ ਸਿਸਟਮ ਹੋਵੇ ਜਾਂ ਉੱਥੇ ਮੈਨੂੰ ਪੋਸਟਿੰਗ 'ਚ ਪੈਸਾ। ਸੋ ਅਸੀਂ ਜੋ ਉਮੀਦ ਰੱਖ ਰਹੇ ਹਾਂ ਕਿ ਵੀ ਤੁਸੀਂ ਜਿਵੇਂ ਕਹਿ ਰਹੇ ਹੋ ਪ੍ਰੈਸ਼ਰ ਗਰੁੱਪ ਬਣਾਏ ਇੰਨਾ ਆਏਗਾ, ਹੁਣ ਉਹ ਕਹਿ ਰਹੇ ਨੇ ਸਾਡੀਆਂ ਡਿਮਾਂਡਸ ਅਜੇ ਵੀ ਲੋਕਾਂ ਦੀ ਉਦਾਂ ਦੀਆਂ, ਸੋ ਲੋਕ ਕਿੱਦਾਂ ਜਾਗਣਗੇ? ਦੇਖੋ, ਤੁਹਾਡੇ ਉੱਥੇ ਵੀ ਆਣੀਆਂ, ਸਾਡੇ ਉੱਥੇ ਵੀ ਬਿਲਕੁਲ। ਆਣੀਆਂ। ਮੈਂ ਇੱਕ ਰਵਨੀਤ ਜੀ ਨੇ ਗੱਲ ਕੀਤੀ ਵੀ ਆਪੋਜੀਸ਼ਨ ਲੋਕ ਚੁਣਦੇ ਨੇ, ਇਹਨਾਂ ਨੇ ਕਿਹਾ ਵੀ ਲੋਕਾਂ ਦਾ ਪ੍ਰੈਸ਼ਰ ਹੈ। ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇਵਾਂਗਾ। ਪਹਿਲੀ ਗੱਲ ਤੇ ਪਰਿਵਾਰਵਾਦ ਬਹੁਤ ਹੋ ਗਿਆ ਹੈ। ਸਾਡੇ ਕੋਲ ਆਪਸ਼ਨ ਕੀ ਹੈ? ਮੇਰੀ ਵਿਧਾਨ ਸਭਾ ਪਲੀਆ ਦੇ ਵਿੱਚ ਕਾਂਗਰਸ ਦੇ ਕੋਲ ਇੱਕ ਕੈਂਡੀਡੇਟ ਹੈ ਜਿਹੜਾ ਉੱਥੇ ਰਹਿੰਦਾ ਨਹੀਂਗਾ, 100 ਕਿਲੋਮੀਟਰ ਦੂਰ ਰਹਿੰਦਾ। ਉਹ ਕਿਉਂ ਕੈਂਡੀਡੇਟ ਹੈ? ਉਹਦਾ ਫਾਦਰ ਕਿਸੇ ਵੇਲੇ ਮੈਂਬਰ ਪਾਰਲੀਮੈਂਟ ਸੀ ਔਰ ਉਹਦੇ ਹਾਲਾਤ ਇਹੋ ਜਿਹੇ ਆ, BDC ਦਾ ਇਲੈਕਸ਼ਨ ਸੀਗਾ, ਬਲਾਕ ਡਿਵੈਲਪਮੈਂਟ ਕੌਂਸਲ ਦਾ, ਉਹਦੇ ਹੱਥੋਂ ਪੁਲਿਸ ਦੇ ਸਾਹਮਣੇ ਉਹਦੇ ਹੱਥੋਂ ਬੀਜੇਪੀ ਦਾ ਇੱਕ ਬੰਦਾ, ਉਹ ਜਿਹੜਾ ਉਹਦਾ ਕਾਂਗਰਸ ਦਾ ਕੈਂਡੀਡੇਟ ਸੀ, ਉਹ ਖੋ ਕੇ ਲੈ ਗਿਆ, ਉਹਦੇ ਮੂੰਹ 'ਚੋਂ ਆਵਾਜ਼ ਨਹੀਂ ਨਿਕਲੀ। ਇਹੋ ਜਿਹੇ ਬੰਦੇ ਨੂੰ ਅਸੀਂ ਵੋਟ ਪਾਵਾਂਗੇ? ਇਜ਼ ਹੀ ਵਰਥ? ਜਿਹੜਾ ਦੂਜਾ ਦਾ ਨਹੀਂ, ਤੁਸੀਂ ਮੇਰੀ ਗੱਲ ਸੁਣੋ। ਦੇਖੋ, ਮੈਂ ਇੱਕ ਵੈਸੇ ਗੱਲ ਕਰ ਰਿਹਾ, ਉਹ ਵੀ ਹੋ ਸਕਦਾ ਹੈ ਵੀ ਅਸੀਂ ਉਹਨੂੰ ਨਾ ਵੋਟ ਪਾਈ ਹੋਵੇ, ਮੈਜੋਰਿਟੀ ਆਫ ਪੀਪਲ ਹੈਡ ਵੋਟਡ ਫॉर ਹਿਮ, ਤਾਂ ਹੀ ਉਹ ਮੈਂਬਰ ਪਾਰਲੀਮੈਂਟ ਬਣਿਆ। ਲੇਕਿਨ ਉਹਦੀ ਵਿਧਾਨ ਸਭਾ ਦੇ ਵਿੱਚ, ਠੀਕ ਹੈ, ਉਹਦਾ ਮੁੰਡਾ ਹਲੇ ਇਜ਼ ਵੈਰੀ ਫਾਰ ਆਫ ਫਰੋਮ ਵਾਟ ਹੀ ਡ੍ਰੀਮਸ ਆਫ। ਮਸਲਾ ਇਹ ਹੈ ਵੀ ਜੇ ਪਰਿਵਾਰਵਾਦ ਹੈ, ਜੇ ਹੁਣ 4 ਚੋਰ ਹੈ, ਹੋਰ ਕੋਈ 5ਵਾਂ ਹੈਗਾ ਨੋਟਾ, ਤੇ ਹੁਣ ਨਨ ਆਫ ਦੀ ਅਬਾਵ ਦੇ ਵਿੱਚ ਪਾ ਕੇ ਉਹ ਅਗਲਾ ਬੰਦਾ ਮੇਰੇ ਵਰਗਾ ਤੇ ਚਲੋ NOTA ਤੇ ਵੀ ਪਾ ਦਿੰਦਾ, ਲੇਕਿਨ ਜਿਹੜੇ ਹੋਰ 4 ਚੋਰ ਹੈ ਉਹ ਫਿਰ ਉਹਦੇ 'ਚ ਇਹ ਵੇਖਦਾ ਵੀ ਘੱਟ ਚੋਰ ਕੌਣ ਹੈ। ਤੇ ਆਪੋਜੀਸ਼ਨ ਦਾ ਕੰਮ ਇਹ ਸੀ ਵੀ BDC ਬਣਨਾ, ਬੜੀ ਛੋਟੀ ਜੀ ਇਲੈਕਸ਼ਨ ਆ, ਬਹੁਤ ਛੋਟੀ, ਪੁਲਿਸ ਦੇ ਸਾਹਮਣੇ ਬੰਦਾ ਖੋ ਕੇ ਲੈ ਗਏ। ਜਦੋਂ 2-4 ਮੀਡੀਆ ਵਾਲੇ ਆ ਗਏ ਤੇ ਉਦੋਂ ਕਹਿਣ ਲੱਗ ਗਏ ਜੀ ਉਹ ਛੀਨ ਕੇ ਲੈ ਗਏ। ਦੱਸੋ ਵੀ ਤੂੰ ਯਾਰ ਗੱਟ ਫੜ ਕੇ ਰੱਖ, ਕਿਵੇਂ ਤੇ ਛੀਨ ਕੇ ਲੈ ਜੂ? ਕੋਈ ਕਿਸੇ ਤੋਂ ਨਹੀਂ ਛੀਨ ਕੇ ਲੈ ਜਾ ਸਕਦਾ। ਟਿੱਪਣੀ ਕੁਝ ਨਹੀਂ, ਰਾਜਨੀਤਿਕ ਪਾਰਟੀਆਂ ਹੁਣ ਪੰਜਾਬ ਵਾਲੇ ਬੈਠੇ ਨੇ, ਪੰਜਾਬ ਦੇ ਵਿੱਚ ਲੋਕਤੰਤਰ ਮੰਨ ਲਓ MLA ਨੂੰ ਛੱਡ ਕੇ MP ਦੇ ਬੜੇ ਛੋਟੇ ਇਲੈਕਸ਼ਨਾਂ ਦੇ ਵਿੱਚ ਟੋਟਲ ਸਮਾਪਤ ਹੈ, ਬੈਠੇ ਨੇ। ਕਾਂਗਰਸ ਦੀ ਸਰਕਾਰ ਆਈ, ਕਾਂਗਰਸ ਦੇ MC, ਕਾਂਗਰਸ ਦੇ ਸਰਪੰਚ, ਕਾਂਗਰਸ ਦੇ ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ। ਅਕਾਲੀਆਂ ਦੀ ਸਰਕਾਰ ਆ ਗਈ, ਅਕਾਲੀਆਂ ਦੇ ਮੈਂਬਰ, ਅਕਾਲੀਆਂ ਦੇ ਬਲਾਕ ਸਮਿਤੀ। ਹੁਣ ਤਾਂ ਸਾਡੀ ਗੱਲ ਇਹੀ ਹੈ, ਬੇਨਤੀ ਹੈ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਵੀ ਜਿਹੜਾ ਅਸੀਂ ਕਿਸਾਨ ਮਜ਼ਦੂਰ, ਇਹ ਜਿਹੜੇ ਬਿੱਲ ਨੇ, ਮੈਂ ਇੱਕ ਗੱਲ ਕਹਿਣਾ ਹੈ, ਇਹ ਬਿੱਲ ਕੀ ਨੇ? ਕਾਰਪੋਰੇਟ ਨੂੰ ਘੱਟ ਤੋਂ ਘੱਟ ਰੇਟ ਤੇ ਜ਼ਮੀਨ ਉਪਲਬਧ ਕਰਾਣੀ, ਭਾਵੇਂ ਉਹ ਖੇਤੀ ਕਰਨ, ਭਾਵੇਂ ਉਹ ਫੈਕਟਰੀ ਲਾਣ, ਤੇ ਉਸ ਜ਼ਮੀਨ ਦੇ ਉੱਤੇ ਚਾਹੇ ਉਹਨਾਂ ਨੂੰ ਮਜ਼ਦੂਰ ਦੀ ਫੈਕਟਰੀ ਦੇ ਵਿੱਚ ਜ਼ਰੂਰਤ ਹੈ, ਚਾਹੇ ਉਹਨਾਂ ਨੂੰ ਖੇਤ ਦੇ ਵਿੱਚ ਜ਼ਰੂਰਤ ਹੈ, ਘੱਟ ਤੋਂ ਘੱਟ ਰੇਟ ਤੇ ਜ਼ਮੀਨ ਤੇ ਘੱਟ ਤੋਂ ਘੱਟ ਰੇਟ ਤੇ ਮਜ਼ਦੂਰ ਉਪਲਬਧ ਕਰਾਉਣਾ, ਇਨ ਕਾਲੇ ਕਾਨੂੰਨਾਂ ਦਾ ਇੱਕ ਲੈਣ ਦਾ ਮੰਨ ਲਓ ਅਰਥ ਹੈ। ਇਸ ਕਰਕੇ ਬੇਨਤੀ ਹੈ ਰਾਜਨੀਤਿਕ ਪਾਰਟੀਆਂ ਨੂੰ, ਜਿਵੇਂ ਇਹਨਾਂ ਨੂੰ ਸੀਸਾ ਦਿਖਾਇਆ, ਅਸੀਂ ਰਾਜਨੀਤਿਕ ਪਾਰਟੀਆਂ ਤੋਂ ਦੂਰ ਰਹਿ ਕੇ ਇੱਕ ਇਹੋ ਜਿਹੀ ਆਵਾਜ਼ ਚੁੱਕਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ। ਤੇ ਜਿਹੜਾ ਮੈਨੀਫੈਸਟੋ ਇਹ ਝੂਠਾ ਸੱਚਾ ਲੈ ਕੇ ਆਉਂਦੇ ਆ, ਜੇ ਪੂਰਾ ਨਹੀਂ ਹੋਊਗਾ 2 ਸਾਲਾਂ ਬਾਅਦ, ਜਿਹੜਾ ਸੋਚਦਾ ਵੀ ਕੁਰਸੀ ਦੇ ਕੱਪੜੇ ਮਾਰ ਦਿਓਗੇ ਨਾ, BJP ਚਲੀ ਜਾਊਗੀ ਤੇ ਕੁਰਸੀ ਤੇ ਅਸੀਂ ਬੈਠਾਂਗੇ, ਟਿਕਟ ਨਾਲ ਬੈਠਣ ਉਹਨਾਂ ਨੂੰ ਵੀ ਨਹੀਂ ਦੇਣਾ। ਇਹੀ ਨੌਜਵਾਨਾਂ ਨੂੰ ਬੇਨਤੀ ਹੈ ਵੀ ਤਕੜੇ ਰਹੋ, ਕੋਈ ਆ ਜੇ। ਇਹ ਦੁਨੀਆ ਦਾ ਸਭ ਤੋਂ ਹਠੀ ਰਾਜਾ ਹਿਟਲਰ ਤੋਂ ਬਾਅਦ ਮੰਨਿਆ ਗਿਆ ਆ, ਸਭ ਤੋਂ ਝੂਠਾ ਮੰਨਿਆ ਗਿਆ, ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਕਹਿੰਦੇ ਸੀ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ। ਇਹਨਾਂ ਨੂੰ ਅਸੀਂ ਟੇਢੇ ਕਰਤਾ ਵੀ ਹੁਣ ਪਰਵਾਹ ਕੋਈ ਨਹੀਂ ਹੈਗੀ ਆਪਣੇ ਹੱਕਾਂ ਵਾਸਤੇ, ਹੱਕਾਂ ਜਰਨੇਸ਼ਨ ਵਾਸਤੇ। ਇਹ ਬਾਹਰ ਅਸੀਂ ਕਰੋੜਾਂ ਰੁਪਏ ਬਾਹਰ ਭੇਜ ਦਿੰਦੇ ਨੇ। ਇਹ ਜੇ ਸਾਡਾ ਥੋੜਾ ਜਿਹਾ ਮਸਲਾ ਹੱਲ ਕਰ ਦੇਣ, ਕੁਝ ਵੀ ਗੱਲ ਨਹੀਂ, MSP ਦੇਣਾ, ਜਿਹੜਾ 7ਵਾਂ 8ਵਾਂ ਵੇਤਨ ਆਯੋਗ ਹੋ ਗਿਆ, ਮੁਲਾਜ਼ਮਾਂ ਦੇ ਬੱਚੇ ਠੀਕ ਹੈ ਉਹਨਾਂ ਦੇ ਪੜ੍ਹਨ ਦੇ, ਸਾਡੇ ਬੱਚਿਆਂ ਦੇ ਤਰਸ ਨਹੀਂ ਆਉਂਦਾ। ਸਾਡੇ ਬਜ਼ੁਰਗ ਫੜਕ ਮਰ ਜਾਂਦੇ ਨੇ, ਅਸੀਂ ਉਹਨਾਂ ਦੇ ਇਲਾਜ ਵਾਸਤੇ ਸਾਡੇ ਕੋਲ ਪੈਸੇ ਨਹੀਂ। ਕੀ ਠੀਕ ਹੈ ਕਿ ਲੀਡਰ ਆ ਜਿਹੜੇ ਠੀਕ ਹੈ, ਮੁਲਾਜ਼ਮਾਂ ਦੀ ਤਨਖਾਹ 5 ਲੱਖ ਹੋਵੇ, ਇੰਨੀ ਤਨਖਾਹ ਹੋਣੀ ਚਾਹੀਦੀ, ਉਹ ਕਰਪਸ਼ਨ ਨਾ ਕਰੇ, ਹੋਣੀ ਚਾਹੀਦੀ ਹੈ। ਲੇਕਿਨ ਜਿਹੜਾ ਸਾਡਾ ਮਜ਼ਦੂਰ ਹੈ ਤੇ ਕਿਸਾਨ ਹੈ, ਕਿ ਉਹਨਾਂ ਦੇ ਬੱਚੇ ਇਵੇਂ ਹੀ ਸਕੂਲਾਂ ਦੇ ਪਿੱਛੇ ਬੈਠ ਕੇ ਬੀੜੀਆਂ ਪੀ ਕੇ, ਸ਼ਰਾਬਾਂ ਪੀ ਕੇ, ਜਰਦੇ ਖਾ ਕੇ, ਉਹਨਾਂ ਦਾ ਕੋਈ, ਉਹਨਾਂ ਦੇ ਬੱਚੇ, ਉਹਨਾਂ ਦੇ ਬਜ਼ੁਰਗ 50 ਸਾਲ ਤੋਂ ਬਾਅਦ ਵੀ ਹਾਂ 50 ਸਾਲ ਇਹੀ ਹੋ ਗਏ, 50 ਸਾਲ ਦੇ ਪਿੱਛੇ ਤਾਂ ਮਾਰੀ ਜਾਣਾ ਹੈ। ਉਮਰੇ 50 ਸਾਲ ਕਰਦੀ 100 ਸਾਲ ਤੋਂ ਅਸੀਂ
ਇਹ ਦੇਣਾ ਨੇ ਰਾਜਨੀਤਿਕ ਪਾਰਟੀਆਂ ਦੀ। ਬੇਨਤੀ ਹੈ ਸਾਰਿਆਂ ਨੂੰ, ਅਸੀਂ ਬੇਨਤੀ ਹੀ ਕਰ ਸਕਦੇ, ਡੰਡੇ ਤਾਂ ਕਿਸੇ ਦੇ ਨਹੀਂ ਮਾਰ ਸਕਦੇ, ਖਾ ਸਕਦੇ ਆ। ਇਸ ਅੰਦੋਲਨ ਦੇ ਵਿੱਚ ਅਸੀਂ ਆਪਣੇ ਯੂਥ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਇਹ ਅੰਦੋਲਨ ਪੂਰੇ ਵਰਗਾਂ ਨੂੰ ਦਿਖਾਇਆ ਸੀ ਵੀ ਤੁਸੀਂ ਅੰਦੋਲਨ ਕਰ ਸਕਦੇ ਹੋ ਸ਼ਾਂਤੀ ਪ੍ਰਿय ਤਰੀਕੇ ਨਾਲ। ਡੰਡੇ ਮਾਰਨ ਨਾਲ, ਅੱਗਾਂ ਲਾਉਣ ਨਾਲ ਅੰਦੋਲਨ ਨਹੀਂ ਹੁੰਦੇ, ਲੀਡਰਾਂ ਨੂੰ ਭਜਾਉਣ ਨਾਲ। ਇਹ ਬੈਠ ਕੇ ਪੂਰੇ ਵਰਗ ਹੁਣ ਖੁੱਲੇ ਦਿਲ ਨਾਲ ਅੰਦੋਲਨ ਕਰ ਸਕਣਗੇ ਤੇ ਆਉਣੇ ਵਾਲੀ ਪੀੜ੍ਹੀ ਇਸ ਅੰਦੋਲਨ ਨੂੰ ਪੜ੍ਹਨਗੀਆਂ ਵੀ ਆਪਾਂ ਨੇ ਕਿੱਦਾਂ ਉਸ ਅੰਦੋਲਨ ਨੂੰ ਸਟੱਡੀ ਕਰੋ। ਫਿਰ ਆਪਣਾ 1 ਸਾਲ ਬੈਠੇ ਰਹੇ, ਛੋਟੀ ਗੱਲ ਨਹੀਂ ਹੈਗੀ। ਸੁਪਨਾ ਆਉਂਦਾ 1 ਸਾਲ, ਬੜਾ ਔਖਾ 1 ਸਾਲ ਕਹਿਣਾ। ਇਸ ਕਰਕੇ ਇਸ ਅੰਦੋਲਨ ਦੀ ਬੜੀ ਕਾਮਯਾਬੀਆਂ ਨੇ। ਇਹ ਕਾਰਪੋਰੇਟ ਪੂਰੀ ਦੁਨੀਆ ਤੇ ਕਿਤੇ ਕਾਬੂ ਨਹੀਂ ਆਇਆ। ਇਹਨੇ ਭਾਰਤ ਦੇਸ਼ ਦੇ ਲੋਕਾਂ ਨੇ ਇਹਨੂੰ ਨੱਥ ਪਾਈ ਹੈ ਤੇ ਇਹੋ ਜਿਹੀ ਪਾਈ ਹੈ। ਸ਼ਾਇਦ ਕਾਰਪੋਰੇਟ ਤੁਸੀਂ ਦੇਖ ਲਿਓ, ਕੱਲਾ ਕੱਲਾ ਲੋਕ ਜਾਗਰੂਕ ਹੋਊਗਾ ਆਪਣੇ ਹੱਕਾਂ ਵਾਸਤੇ। ਪੂਰੇ ਵਰਗ ਜਿਹੜੇ GST ਦੇ ਵਿੱਚ ਆ, ਜਿਹੜੇ NRI ਜੋ ਵੀ ਹੈਗਾ ਆ, ਸਾਰੇ ਆਪਣੇ ਹੱਕ ਪੂਰੇ ਲੈ ਕੇ ਮੈਂ ਆਸਾਰ ਉਮੀਦ ਕਰਾਂਗਾ ਸਾਰੇ ਨੌਜਵਾਨ। ਅਸੀਂ ਤਾਂ ਅੰਤ ਦੇ ਵਿੱਚ ਇਹੀ ਗੱਲ ਕਹਾਂਗੇ, ਰਾਜੇ ਸੀ ਮੁਕੱਦਮ ਕੁੱਤੇ। ਇਹ ਜਿਹੜੀ ਗੱਲ ਹੈ ਨਾ, ਇਸ ਨੂੰ ਸਮਝੋ। ਬਾਬੇ ਨਾਨਕ ਦੀ ਜਿਹੜੀ ਬਾਣੀ ਸੀਗੀ, ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ ਤੇ ਅਸੀਂ ਹੁਕਮਰਾਨ ਨੂੰ ਕਿਹਾ ਹੈ ਕਿ ਤੂੰ ਤਾਨਾਸ਼ਾਹ ਹੈ, ਤੂੰ ਹੈ ਤੇ ਰਹੇਗਾ। ਪਰ ਸਭ ਤੋਂ ਮੇਨ ਗੱਲ ਕੀ ਹੈ, ਜਿੰਨੀ ਵੀ ਓਪੋਜੀਸ਼ਨ ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ RLD ਹੈ, ਚਾਹੇ ਸਮਾਜਵਾਦੀ ਹੈ, ਉਹ ਜਦੋਂ ਬਣੀਆਂ ਸੀਗੀਆਂ ਉਹਨਾਂ ਦਾ ਜਿਹੜਾ ਸੰਵਿਧਾਨ ਸੀ, ਚਾਹੇ ਆਮ ਆਦਮੀ ਪਾਰਟੀ ਵੀ ਹੈ, ਨਵੀਂ ਪਾਰਟੀ ਹੈ, ਉਹ ਆਪਣੇ ਸੰਵਿਧਾਨ ਤੋਂ ਡੋਲਦੀਆਂ ਨੇ, ਸਾਰੀਆਂ ਡੋਲੀਆਂ ਨੇ। ਉਹ ਡੋਲ ਕੇ ਹੀ ਇਹ ਜਿਹੜਾ ਰਿਜ਼ਲਟ ਹੈ, ਇਹ ਲੋਕ ਅੱਜ ਜਾਗਰਤੀ ਹੋਈ ਹੈ, ਲੋਕ ਜੁੜੇ ਨੇ ਤੇ ਉਹਨਾਂ ਨੂੰ ਆਪਣੇ ਸੰਵਿਧਾਨ ਤੇ ਹੀ ਪੱਕਾ ਰਹਿਣਾ ਪਊਗਾ। ਉਹ ਜਦੋਂ ਤੱਕ ਆਪਣੇ ਸੰਵਿਧਾਨ ਤੇ ਪੱਕੇ ਨਹੀਂ ਆਣਗੇ, ਤਦੋਂ ਤੱਕ ਲੋਕੀ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਗੇ। ਉਹ ਵਿਸ਼ਵਾਸ ਜਿੱਤਣਾ ਬਹੁਤ ਔਖੀ ਗੱਲ ਹੋਊਗੀ ਆਉਣ ਵਾਲੇ ਸਮੇਂ ਨਾ। ਮੈਂ ਤੇ ਇਹੀ ਕਹੂੰਗਾ ਕਿ ਜਿਹੜਾ ਇਸ ਅੰਦੋਲਨ ਦੇ ਵਿੱਚ ਜਿੰਨੇ ਵੀ ਹਿੱਸਾ ਲਿਆ, ਉਹ ਗੰਭੀਰਤਾ ਦੇ ਨਾਲ ਆਪਣਾ ਆਲਾ ਦੁਆਲਾ ਵੀ ਠੀਕ ਕਰੇ। ਆਪਣੇ ਆਲੇ ਦੁਆਲੇ ਤੇ ਵੀ ਜੋ ਸੱਚਾਈ ਦੇ ਉੱਤੇ ਪਹਿਰਾ ਦਿੱਤਾ, ਮਤਲਬ ਕਹਿਣ ਸੁਣ ਦੀ ਗੱਲ ਹੈ ਕਿ ਬਾਬੇ ਨਾਨਕ ਦੀ ਬਾਣੀ ਨੂੰ ਹੀ ਅਸੀਂ ਮੁੱਖ ਰੱਖ ਕੇ ਤੁਰੇ ਹਾਂ, ਉਹਨਾਂ ਦੀ ਖੇਤੀ ਨੂੰ ਰੱਖ ਕੇ, ਉੱਤੇ ਪਹਿਰਾ ਜ਼ਰੂਰ ਦਿਓ। ਅੱਜ ਅਸੀਂ ਫਸਲ ਵਧਾਉਣ ਵਾਸਤੇ ਇਹੋ ਜਿਹੇ ਜੰਤਰ ਵਰਤ ਲੈਨੇ, ਜਿਹੜੇ ਸ਼ਾਮ ਨੂੰ ਇੰਜੈਕਸ਼ਨ ਲਾਈਏ ਤੇ ਸਵੇਰੇ ਕਰੇਲਾ ਜਿਹੜਾ ਮਤਲਬ ਖੀਰਾ ਹੁੰਦਾ ਉਹ ਮੰਡੀ 'ਚ ਲੈ ਜਾਂਦੇ ਆ। ਉਹਦੇ ਨਾਲ ਇਹੋ ਜਿਹੀਆਂ ਦਵਾਈਆਂ ਪਾਉਂਦੇ ਆ ਕਿ ਜਿਹੜੀਆਂ ਫਸਲਾਂ ਨੂੰ ਘਾਤਕ ਨੇ ਆਪਣੀ ਜ਼ਿੰਦਗੀ ਵਾਸਤੇ। ਸੋ ਆਪਾਂ ਨੂੰ ਜਿਹੜੀ ਚੀਜ਼ ਤੇ ਲੈਣੀ ਚਾਹੀਦੀ ਹੈ ਪੋਲੀਟੀਕਲ ਬੰਦੇ ਨੂੰ, ਉਹਨੂੰ ਕਟਹਿਰੇ 'ਚ ਖੜਾ ਕਰੋ। ਜਿੱਥੇ ਆਪਣਾ ਦੁਆਲਾ ਅਸੀਂ ਆਪ ਪਰਿਵਾਰ 'ਚ ਠੀਕ ਕਰ ਸਕਦੇ ਹਾਂ, ਮੇਰਾ ਮੰਨਣਾ ਹੈ ਕਿ ਉਹਨੂੰ ਵੀ ਠੀਕ ਕਰਨਾ ਚਾਹੀਦਾ ਹੈ। ਆਖਰੀ ਦੇਖੋ ਜੀ, ਮੈਂ ਤਾਂ ਕਹੂੰਗਾ ਵੀ UP ਤੇ ਪੰਜਾਬ ਤਾਂ ਮੂਹਰੇ ਆ, 1 ਮਹੀਨਾ ਰਹਿ ਗਿਆ। ਜੋ ਕੁਝ ਹੁਣ ਇਹਨਾਂ ਨੇ ਸਿੱਖਿਆ ਏ, ਜੋ ਕੁਝ ਇਹਨਾਂ ਨੇ ਸੋਚਿਆ ਏ, ਉਹਨੂੰ ਇੰਪਲੀਮੈਂਟ ਕਰ ਲੈਣ। ਜਿਹੋ ਜਿਹਾ ਕੁਝ ਚਾਹੁੰਦੇ ਆ ਉਹ ਜਿਹਾ ਹੁਣ ਕਰ ਲੈਣ। ਦੋਨੋਂ ਸਟੇਟ ਸਭ ਤੋਂ ਇੱਕ ਵੱਡੀ ਸਟੇਟ ਆ, ਇੱਕ ਸਭ ਤੋਂ ਪੰਜਾਬ ਇੰਪੋਰਟੈਂਟ ਸਟੇਟ ਆ। ਉਹ 'ਚ ਜੋ ਇਹਨਾਂ ਨੇ ਕਰਨਾ, ਜੋ ਇਹਨਾਂ ਦਾ ਤਜਰਬਾ ਹੋਇਆ ਸਾਲ ਬਹਿ ਕੇ ਇਕੱਠੇ, ਉਹਨਾਂ ਕੋਲ ਮੌਕਾ ਹੈ। ਮੁੜ ਕੇ ਫਿਰ ਐਵੇਂ ਬਾਅਦ 'ਚ ਲਕੀਰ ਦਾ ਫਕੀਰ ਬਣ ਕੇ ਬਾਅਦ 'ਚ ਉਹ ਗੱਲਾਂ ਕਹੀ ਜਾਣੀਆਂ, ਉਹਦਾ ਕੋਈ ਫਾਇਦਾ। ਹੁਣ ਇਹਨਾਂ ਦੇ ਮੂਹਰੇ ਆ ਵੀ ਕਿਹਨੇ ਕੀ ਕੀਤਾ, ਕਿਤੋਂ ਉੱਤੋਂ ਤਾਂ ਕਿਸੇ ਨੇ ਆਉਣਾ ਨਹੀਂ। ਇਹ ਤਾਂ ਇਹੀ ਲੋਕ ਨੇ ਜਿਨ੍ਹਾਂ ਨੇ ਇਲੈਕਸ਼ਨਾਂ ਲੜਨੀਆਂ, ਇਹੀ ਪਾਰਟੀਆਂ ਜਿਨ੍ਹਾਂ ਨੇ ਇਲੈਕਸ਼ਨਾਂ ਲੜਨੀਆਂ। ਇਹ ਹੁਣ ਇਹਨਾਂ ਦੇ ਆਗੂ ਦੇਖਣ, ਇਹ ਦੇਖਣ ਵੀ ਕੀ ਇਹਨਾਂ ਨੇ ਅੱਗੇ ਕਰਨਾ ਹੈ। ਫਿਰ 5 ਸਾਲ ਲਈ ਬਾਅਦ 'ਚ ਆਪਾਂ ਜੇ ਕਹੀ ਜਾਵਾਂਗੇ ਉਹਦਾ ਨਾ ਕੁਝ ਨਹੀਂ ਬਣਨਾ। ਹੁਣ ਇਹਨਾਂ ਦੇ ਹੱਥ ਜਿਹੜੀ ਗੇਂਦ ਆ ਉਹ ਇਹਨਾਂ ਦੇ ਹੱਥ 'ਚ। ਸੋ ਦੋਨੋਂ ਧਿਰਾਂ ਕਹਿੰਦੀਆਂ ਕਿ ਤਾਕਤ ਅੱਜ ਤੁਹਾਡੇ ਹੱਥ ਵਿੱਚ ਹੈ, ਤੁਹਾਡੇ ਆਪਣੇ ਹੱਥ ਵਿੱਚ ਹੈ। ਉਹ ਪ੍ਰੈਸ਼ਰ ਗਰੁੱਪ ਨਾਲ ਹੈਗੀ ਹੈ, ਜਾਂ ਤੁਸੀਂ ਕਿਸ ਨੂੰ ਵੋਟ ਪਾਣੀ ਹੈ, ਕਿਸ ਬਿਨਾਂ ਤੇ ਵੋਟ ਪਾਣੀ ਹੈ, ਬਦਲਾਵ ਲਿਆਉਣਾ ਹੈ। 2 ਸੂਬੇ ਜਾ ਰਹੇ ਨੇ, ਸ਼ਾਇਦ ਇਸੀ ਕਰਕੇ ਕਾਨੂੰਨ ਵੀ ਰੱਦ ਹੋਏ ਨੇ। ਸੋ ਅੱਜ ਇਹ ਜਿਹੜੀ ਗੱਲਬਾਤ ਕਰਾਈ ਹੈ, ਬੜੀ ਚਿਰਾਂ ਬਾਅਦ ਇੱਕ ਗੱਲਬਾਤ ਹੋਈ ਹੈ ਕਿ ਆਪਸ ਵਿੱਚ ਬੈਠ ਕੇ ਜੋ ਲੋਕ ਗੱਲਬਾਤ ਕਰ ਪਾਏ ਨੇ। ਤੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਕਿ ਬੜੀ ਸ਼ਾਂਤੀਪੂਰਵਕ ਗੱਲਬਾਤ ਹੋਈ ਹੈ। ਕੋਈ ਇੱਕ ਦੂਜੇ ਨੂੰ ਮਾਰਕੁੱਟ ਨਹੀਂ ਹੋਈ ਜੋ ਅਸੀਂ ਦੇਖਦੇ ਆ ਰਹੇ ਹਾਂ। ਪੜ੍ਹੇ ਲਿਖੇ ਲੋਕ ਆ ਜੀ, ਕਿਹੜਾ ਇੱਥੇ ਨਹੀਂ, ਬਟ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਦੀ ਗੱਲ ਸੁਣੀਏ। ਭਾਵੇਂ ਕਈ ਗੱਲਾਂ ਚੁੱਭਦੀਆਂ ਹੋਣਗੀਆਂ, ਬਟ ਸੁਣਨ ਦੀ ਜਿਹੜੀ ਤਾਕਤ ਹੈ ਉਹ ਤੁਸੀਂ ਸਾਰਿਆਂ ਨੇ ਦਿਖਾਈ ਹੈ। ਉਹਦੇ ਲਈ ਬਹੁਤ ਧੰਨਵਾਦ। ਤੇ ਉਮੀਦ ਕਰਦੇ ਹਾਂ ਇਸ ਤਰ੍ਹਾਂ ਦੀਆਂ ਗੱਲਬਾਤ ਹੁੰਦੀ ਰਹੇਗੀ ਤੇ ਉਹਦਾ ਅਸਰ ਤਾਂ ਸਾਨੂੰ ਹੁਣ ਕੁਝ ਮਹੀਨਿਆਂ ਵਿੱਚ ਨਜ਼ਰ ਆਈ ਜਾਣਾ ਹੈ।